ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਹੈਲੋ एवरीवन, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੇ ਆਪਾਂ ਗੱਲ ਕਰੀਏ ਲਾਸਟ ਲੈਕਚਰ ਦੀ, ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਫਾਰਮੇਸ਼ਨ, ਮੋਡਰੇਟ ਫੇਸ, ਐਕਸਟ੍ਰੀਮਿਸਟ ਫੇਸ ਤੇ ਸਵਦੇਸ਼ੀ ਮੂਵਮੈਂਟ ਨੂੰ ਡਿਸਕਸ ਕਰ ਚੁੱਕੇ ਹਾਂ। ਅੱਜ ਦੇ ਵੀਡੀਓ ਦੇ ਵਿੱਚ ਅੱਗੇ ਕੰਟੀਨਿਊ ਕਰਦੇ ਹਾਂ। ਥੋੜਾ ਜਿਹਾ ਲਾਸਟ ਲੈਕਚਰ ਨੂੰ ਆਪਾਂ ਰਿਵਾਈਜ਼ ਕਰਦੇ ਹਾਂ ਤੇ ਅੱਗੇ ਕੰਟੀਨਿਊ ਕਰਦੇ ਹਾਂ। ਦੇਖੋ ਜੀ, ਜੇ ਆਪਾਂ ਗੱਲ ਕਰੀਏ ਲਾਸਟ ਲੈਕਚਰ ਦੀ, ਤਾਂ ਆਪਾਂ ਲਾਸਟ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਸੀ ਸਵਦੇਸ਼ੀ ਮੂਵਮੈਂਟ ਦਾ। ਸਵਦੇਸ਼ੀ ਮੂਵਮੈਂਟ ਜਿਹੜੀ ਸੀ ਪਾਰਟੀਸ਼ਨ ਆਫ ਬੰਗਾਲ ਜਦੋਂ ਸ਼ੁਰੂ ਕਰਨਗੇ ਲਾਰਡ ਕਰਜ਼ਨ, ਉਸ ਦੇ ਰਿਐਕਸ਼ਨ ਦੇ ਵਿੱਚ ਸ਼ੁਰੂ ਕੀਤੀ ਜਾਏਗੀ। ਜੇ ਗੱਲ ਕਰੀਏ ਕੌਣ ਲੀਡ ਕਰਨਗੇ, ਤਾਂ ਐਕਸਟ੍ਰੀਮਿਸਟ ਲੀਡ ਕਰਨਗੇ ਇਹਨੂੰ। ਮੋਡਰੇਟ ਜਿਹੜੇ ਹੋਣਗੇ ਕਾਫੀ ਜ਼ਿਆਦਾ ਇਸ ਤੋਂ ਆਪਣੇ ਆਪ ਨੂੰ ਅਲੱਗ ਰੱਖਣਗੇ। ਤਾਂ ਇੱਥੇ ਹੀ ਆਪਾਂ ਦੇਖਾਂਗੇ ਜਿਹੜੇ ਡਿਫਰੈਂਸ ਸੀਗੇ ਮੋਡਰੇਟ ਤੇ ਐਕਸਟ੍ਰੀਮਿਸਟ ਆਣਾ ਸ਼ੁਰੂ ਹੋ ਜਾਣਗੇ, ਜਿਹੜੇ ਆਪਾਂ ਨੂੰ ਕਲੀਅਰਲੀ ਦਿਖਣਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਤਿੰਨ ਮੋਸਟ ਇੰਪੋਰਟੈਂਟ ਸੈਸ਼ਨ ਦੀ ਗੱਲ ਕਰਾਂਗੇ। ਜੇ ਆਪਾਂ ਤਾਂ 1905 ਦਾ ਸੈਸ਼ਨ ਕਾਂਗਰਸ ਦਾ, 1906 ਤੇ 1907 ਦੀ ਜੇ ਗੱਲ ਕਰਾਂਗੇ ਤਾਂ ਉਦੋਂ ਆਪਾਂ ਦੇਖਦੇ ਹਾਂ ਕਿ ਸੈਸ਼ਨ ਹੋਏਗਾ ਸੂਰਤ ਦੇ ਵਿੱਚ, ਜਿੱਥੇ ਕਾਂਗਰਸ ਜਿਹੜੀ ਹੋਏਗੀ ਸਪਲਿਟ ਹੋ ਜਾਏਗੀ। ਮੋਡਰੇਟ ਜਿਹੜੇ ਨੇ ਉਹ ਐਕਸਟ੍ਰੀਮਿਸਟ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕਰ ਦੇਣਗੇ। ਜੇ ਗੱਲ ਕਰੀਏ ਪੇਪਰ ਦੀ, ਤਾਂ ਤੁਹਾਨੂੰ ਇਹ ਤਿੰਨ ਜੇ ਸੈਸ਼ਨ ਨੇ, ਤਿੰਨਾਂ ਸੈਸ਼ਨ ਦੇ ਪ੍ਰੈਜ਼ੀਡੈਂਟ ਦਾ ਨਾਮ ਪਤਾ ਹੋਣਾ ਚਾਹੀਦਾ। ਜੇ ਆਪਾਂ ਗੱਲ ਕਰੀਏ 1905 ਦੇ ਸੈਸ਼ਨ ਦੀ, ਤਾਂ ਉੱਥੇ ਤੁਹਾਡੇ ਪ੍ਰੈਜ਼ੀਡੈਂਟ ਹੋਣਗੇ ਕਾਂਗਰਸ ਦੇ GK ਗੋਖਲੇ। ਜੇ ਗੱਲ ਕਰੀਏ 1906 ਦੀ, ਤਾਂ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਦਾਦਾ ਭਾਈ ਨਰੋਜੀ। ਨੈਕਸਟ ਇੰਪੋਰਟੈਂਟ ਚੀਜ਼ 1906 ਦੇ ਲੈਕਚਰ ਦੀ ਜੇ ਸੈਸ਼ਨ ਦੀ ਗੱਲ ਕਰੀਏ, ਤਾਂ ਉਹ ਇਹ ਹੋਏਗੀ ਕਿ ਪਹਿਲੀ ਵਾਰ ਕਾਂਗਰਸ ਨੇ ਸਵਰਾਜ ਦੀ ਡਿਮਾਂਡ ਨੂੰ ਆਪਣਾ ਗੋਲ ਸੀਗਾ ਬਣਾਇਆ। ਕਲੀਅਰ? ਪਹਿਲੀ ਵਾਰ ਜੇ ਗੋਲ ਸੀਗਾ ਸਵਰਾਜ ਦਾ, ਉਹ ਕਾਂਗਰਸ ਨੇ ਕਦੋਂ ਅਪਣਾਇਆ ਸੀਗਾ? ਤਾਂ 1906। ਦਾਦਾ ਭਾਈ ਨਰੋਜੀ ਕੀ ਹੋਣਗੇ ਜੇ ਗੱਲ ਕਰੀਏ ਉਸ ਟਾਈਮ ਦੇ ਪ੍ਰੈਜ਼ੀਡੈਂਟ ਨੇ। ਕਲੀਅਰ ਹੈ ਜੀ? ਚਲੋ ਜੀ, ਜੇ 1907 ਦੀ ਗੱਲ ਕਰਾਂਗੇ ਤਾਂ ਆਪਾਂ ਦੇਖਿਆ ਸੀ ਕਿ ਐਕਸਟ੍ਰੀਮਿਸਟ ਜਿਹੜੇ ਨੇ ਉਹ ਆਪਣਾ ਪ੍ਰੈਜ਼ੀਡੈਂਟ ਫੇਰ ਨਹੀਂ ਬਣਾ ਪਾਏ ਸੀ। ਮੋਡਰੇਟਸ ਨੇ ਬਣਾ ਲਿਆ ਸੀ ਰਾਸ਼ ਬਿਹਾਰੀ ਘੋਸ਼, ਰਾਸ਼ ਬਿਹਾਰੀ ਬੋਸ ਨਹੀਂ, ਰਾਸ਼ ਬਿਹਾਰੀ ਘੋਸ਼। ਠੀਕ ਹੈ ਜੀ, ਯਾਦ ਰੱਖਿਓ। ਉਹ ਵੀ ਕੌਣ ਸੀ? ਮੋਡਰੇਟ ਸੀ। ਕਾਫੀ ਜ਼ਿਆਦਾ ਲੜਾਈ ਹੋਏਗੀ ਐਕਸਟ੍ਰੀਮਿਸਟ ਦੇ ਵਿੱਚ ਤੇ ਮੋਡਰੇਟ ਦੇ ਵਿੱਚ, ਤੇ ਐਂਡ ਦੇ ਵਿੱਚ ਆਪਾਂ ਦੇਖਾਂਗੇ ਸੂਰਤ 1907 ਦੇ ਵਿੱਚ ਕੀ ਹੋ ਜਾਏਗਾ? ਸਪਲਿਟ ਹੋ ਜਾਏਗਾ। ਠੀਕ ਹੈ ਜੀ। ਹੁਣ ਜਿਹੜੀ ਕਾਂਗਰਸ ਹੈ 1907 ਦੀ ਸਪਲਿਟ ਤੋਂ ਬਾਅਦ ਇਹ ਆਪਾਂ ਕਹਿ ਸਕਦੇ 1914 ਤੱਕ, ਅਗਲੇ 7 ਸਾਲ ਤੱਕ ਇਹ ਕੁਛ ਨਹੀਂ ਕਰਨਗੇ। 14 ਵੀ ਛੱਡੋ, 1916 ਤੱਕ ਲਾ ਲਓ। ਠੀਕ ਹੈ ਜੀ, ਅਗਲੇ 9 ਸਾਲ ਤੱਕ ਕਾਂਗਰਸ ਜਿਹੜੀ ਹੈ ਇਹ ਸ਼ਾਂਤ ਰਹੇਗੀ। ਇਹ ਕੋਈ ਜ਼ਿਆਦਾ ਆਪਾਂ ਕਹਿ ਸਕਦੇ ਗਤੀਵਿਧੀਆਂ ਨਹੀਂ ਕਰਨਗੇ। ਜੇ ਗੱਲ ਕਰੀਏ ਐਕਸਟ੍ਰੀਮਿਸਟ ਦੀ, ਹੁਣ ਦੇਖੋ ਜੇ ਤੁਸੀਂ ਅੰਗਰੇਜ਼ ਹੋ, ਤੁਹਾਨੂੰ ਦਿਖ ਗਿਆ ਕਿ ਕਾਂਗਰਸ ਦੇ ਵਿੱਚ ਕੀ ਹੋ ਗਿਆ? ਦੋ ਅਲੱਗ-ਅਲੱਗ ਹਿੱਸੇ ਹੋ ਗਏ। ਕਾਂਗਰਸ ਨੇ ਐਕਸਟ੍ਰੀਮਿਸਟ, ਉਹੀ ਐਕਸਟ੍ਰੀਮਿਸਟ ਜਿਹੜੇ ਸਵਦੇਸ਼ੀ ਮੂਵਮੈਂਟ ਨੂੰ ਸਾਰੇ ਇੰਡੀਆ ਦੇ ਵਿੱਚ ਲੈ ਕੇ ਚੱਲ ਰਹੇ ਸੀ, ਅੰਗਰੇਜ਼ਾਂ ਦੇ ਖਿਲਾਫ ਇੱਕ ਮੂਵਮੈਂਟ ਚਲਾ ਰਹੇ ਸੀ, ਇੱਕ ਮੁਹਿੰਮ ਚਲਾ ਰਹੇ ਸੀ। ਤਾਂ ਬ੍ਰਿਟਿਸ਼ਰਸ ਨੂੰ, ਅੰਗਰੇਜ਼ਾਂ ਨੂੰ ਬਹੁਤ ਜ਼ਿਆਦਾ ਕੀ ਹੋ ਗਿਆ ਇੱਥੇ? ਆਸਾਨੀ ਹੋਗੀ ਉਹ ਐਕਸਟ੍ਰੀਮਿਸਟ ਨੂੰ ਫੜਨ ਲਈ। ਜਿੰਨੇ ਵੀ ਐਕਸਟ੍ਰੀਮਿਸਟ ਹੋਣਗੇ, ਜੇ ਗੱਲ ਕਰੀਏ BG ਤਿਲਕ, ਜੇ ਗੱਲ ਕਰੀਏ ਲਾਲਾ ਲਾਜਪਤ ਰਾਏ, ਜੇ ਗੱਲ ਕਰੀਏ ਬਿਪਿਨ ਚੰਦਰਪਾਲ ਔਰ ਬਿੰਦੋ ਘੋਸ਼, ਸਾਰਿਆਂ ਦੇ ਉੱਪਰ ਸੈਡੀਸ਼ਨ ਦੇ ਕੇਸ ਪਾਏ ਜਾਣਗੇ। ਜੇ ਗੱਲ ਕਰੀਏ BG ਤਿਲਕ ਦੀ, ਤਾਂ BG ਤਿਲਕ ਨੂੰ ਤਾਂ ਹੁਣ ਜੇਲ੍ਹ ਵੀ ਹੋ ਜਾਏਗੀ। ਅਗਲੇ 7 ਸਾਲ ਜਿਹੜੀ ਜੇਲ੍ਹ ਨੇ ਇਹ ਕੱਟ ਕੇ ਆਣਗੇ ਤੇ 1914 ਦੇ ਵਿੱਚ ਵਾਪਿਸ ਆਣਗੇ। ਕਲੀਅਰ ਹੈ ਜੀ? ਜੇ ਗੱਲ ਕਰੀਏ ਲਾਲਾ ਲਾਜਪਤ ਰਾਏ ਦੀ, ਇਹਨਾਂ ਦੇ ਉੱਪਰ ਵੀ ਕੇਸ ਚਲੇਗਾ, ਪਰ ਇਹ ਕੀ ਕਰਨਗੇ? ਬਾਹਰ ਚਲੇ ਜਾਣਗੇ। ਗੱਲ ਕਰੀਏ ਔਰਬਿੰਦੋ ਘੋਸ਼ ਦੀ, ਇਹਨਾਂ ਦੇ ਉੱਪਰ ਵੀ ਸੈਡੀਸ਼ਨ ਦਾ ਕੇਸ ਪਾਇਆ ਜਾਏਗਾ। ਕਲੀਅਰ? ਤਾਂ ਮਤਲਬ ਕਿ ਬ੍ਰਿਟਿਸ਼ਰਸ ਨੂੰ ਬਹੁਤ ਜ਼ਿਆਦਾ ਕੀ ਹੋ ਗਿਆ? ਈਜ਼ੀ ਹੋ ਜਾਏਗਾ ਹੁਣ ਐਕਸਟ੍ਰੀਮਿਸਟ ਨੂੰ ਕਾਬੂ ਕਰਨ ਦੇ ਵਿੱਚ। ਇੱਥੇ ਹੀ ਆਪਾਂ ਦੇਖਾਂਗੇ ਅੰਗਰੇਜ਼ਾਂ ਦੀ ਪਾਲਿਸੀ। ਅੰਗਰੇਜ਼ਾਂ ਦੀ ਜਿਹੜੀ ਪਾਲਿਸੀ ਆਪਾਂ ਕੱਲ ਗੱਲ ਕਰਦੇ ਸੀ, ਕੈਰਟ ਐਂਡ ਸਟਿਕ ਪਾਲਿਸੀ। ਇੱਥੇ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ, ਕੈਰਟ, ਇੱਕ ਪਾਸੇ ਕੈਰਟ ਹੈ ਤੇ ਇੱਕ ਪਾਸੇ ਸਟਿਕ ਹੈ। ਇਹ ਅੰਗਰੇਜ਼ਾਂ ਦੀ ਪਾਲਿਸੀ ਹੈ। ਜੇ ਕੋਈ ਮੰਨਦਾ ਕਿਵੇਂ ਮਨਾਓ, ਸਭ ਤੋਂ ਪਹਿਲਾਂ ਉਹਨੂੰ ਤਾਂ ਉਹਨੂੰ ਕੈਰਟ ਦਿਓ ਕਿ ਲੋ ਜੀ, ਤੁਸੀਂ ਜੋ ਮੰਗਦੇ ਸੀ ਉਹ ਨਹੀਂ ਮਿਲ ਰਿਹਾ, ਪਰ ਕੁਛ ਮਿਲ ਰਿਹਾ, ਇਹਨੂੰ ਲਓ ਤੇ ਖੁਸ਼ ਰਹੋ। ਕੈਰਟ ਦੀ ਪਾਲਿਸੀ ਜਿਹੜੀ ਸੀਗੀ ਹਮੇਸ਼ਾ ਆਪਾਂ ਦੇਖਾਂਗੇ ਕਿਹਨਾਂ ਲਈ ਵਰਤੀ ਜਾਏਗੀ? ਮੋਡਰੇਟਸ ਲਈ ਵਰਤੀ ਜਾਏਗੀ। ਹੁਣ 1907 ਦੀ ਗੱਲ ਕਰੀਏ, 1907 ਦੇ ਵਿੱਚ ਸਵਦੇਸ਼ੀ ਮੂਵਮੈਂਟ ਜਿਹੜੀ ਹੈ ਚੱਲ ਰਹੀ ਹੈ। ਮੋਡਰੇਟਸ ਜੇ ਇਸ ਮੂਵਮੈਂਟ ਨੂੰ ਆਪਾਂ ਕਹੀਏ, ਜੇ ਮੋਡਰੇਟਸ ਜਿਹੜੇ ਨੇ ਇਸ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕਰਨ, ਤਾਂ ਕਿਤੇ ਨਾ ਕਿਤੇ ਇਹ ਮੂਵਮੈਂਟ ਜਿਹੜੀ ਹੈ ਆਲ ਇੰਡੀਆ ਲੈਵਲ ਤੇ ਵਧਾਈ ਜਾ ਸਕਦੀ ਸੀ। ਪਰ ਅੰਗਰੇਜ਼ਾਂ ਵੱਲੋਂ ਮੋਡਰੇਟਸ ਨੂੰ ਦਿੱਤਾ ਕੀ ਗਿਆ? ਇੱਕ ਕੈਰਟ ਦਿੱਤਾ ਜਾਏਗਾ। ਉਹਨਾਂ ਨੂੰ ਕਿਹਾ ਜਾਏਗਾ ਕਿ ਦੇਖੋ ਜੀ, ਸਿੱਧੀ ਗੱਲ ਹੈ, ਤੁਹਾਨੂੰ ਰਿਫਾਰਮਸ ਚਾਹੀਦੇ ਸੀ ਮੋਡਰੇਟਸ ਨੂੰ, ਰਿਫਾਰਮਸ ਮਿਲ ਰਹੇ ਨੇ, 1909 ਦੇ ਵਿੱਚ ਰਿਫਾਰਮਸ ਮਿਲ ਜਾਣਗੇ ਤੁਹਾਨੂੰ। ਤਾਂ ਮੋਡਰੇਟਸ ਜਿਹੜੇ ਨੇ ਆਪਣੇ ਆਪ ਨੂੰ ਇਸ ਮੂਵਮੈਂਟ ਤੋਂ, ਸਵਦੇਸ਼ੀ ਮੂਵਮੈਂਟ ਤੋਂ, ਬਾਇਕਾਟ ਮੂਵਮੈਂਟ ਤੋਂ ਅਲੱਗ ਕਰ ਲੈਣਗੇ। ਦੂਜੇ ਪਾਸੇ ਜੇ ਗੱਲ ਕਰਾਂਗੇ ਬ੍ਰਿਟਿਸ਼ਰਸ ਦੀ ਕੈਰਟ ਐਂਡ ਸਟਿਕ ਪਾਲਿਸੀ ਦੀ, ਸਟਿਕ। ਹੁਣ ਸਟਿਕ ਕਿਹਨਾਂ ਤੇ ਵਰਤੀ ਜਾਏਗੀ? ਉਹ ਜਿਹੜੇ ਰਿਫਾਰਮਸ ਨਹੀਂ ਲੈਣਾ ਚਾਹੁੰਦੇ, ਜਿਹੜੇ ਅੰਗਰੇਜ਼ਾਂ ਦੀ ਗੱਲ ਹੀ ਨਹੀਂ ਸੁਣ ਰਹੇ, ਤਾਂ ਕਿਤੇ ਨਾ ਕਿਤੇ ਐਕਸਟ੍ਰੀਮਿਸਟ ਜਿਹੜੇ ਹੋਣਗੇ ਉਹਨਾਂ ਦੇ ਉੱਪਰ ਵਰਤਿਆ ਕੀ ਜਾਏਗਾ? ਬਲ ਵਰਤਿਆ ਜਾਏਗਾ। ਜੇ ਗੱਲ ਕਰੀਏ ਸਟਿਕ ਵਰਤੀ ਜਾਏਗੀ। ਕਲੀਅਰ? ਤਾਂ ਇਹ ਵੀ ਆਪਾਂ ਅੱਗੇ ਅੱਜ ਡਿਸਕਸ ਕਰਾਂਗੇ। ਪਲੱਸ ਆਪਾਂ ਦੇਖਾਂਗੇ 1909 ਦੇ ਵਿੱਚ ਕੀ ਆਣਗੇ ਜੀ? ਮੋਰਲੇ-ਮਿੰਟੋ ਰਿਫਾਰਮਸ ਦੇਖਣ ਨੂੰ ਮਿਲਣਗੇ। ਚਲੋ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਰਲੇ-ਮਿੰਟੋ ਰਿਫਾਰਮਸ। ਬ੍ਰਿਟਿਸ਼ਰਸ ਨੇ
ਮੋਡਰੇਟਸ ਨੂੰ ਆਪਾਂ ਕਹਿ ਸਕਦੇ ਕੈਰਟ ਦਿੱਤੀ ਕਿ ਲੋ ਜੀ ਤੁਹਾਨੂੰ ਪਾਵਰ ਚਾਹੀਦੀ ਸੀ ਵੀ ਸਾਨੂੰ ਰਿਫਾਰਮਸ ਦਿਓ, ਲੋ ਜੀ ਤੁਹਾਡੇ ਲਈ ਲੈ ਕੇ ਆ ਗਏ ਪਾਰਲੀਮੈਂਟ ਰਿਫਾਰਮਸ। ਸਭ ਤੋਂ ਪਹਿਲੀ ਚੀਜ਼ ਬ੍ਰਿਟਿਸ਼ਰ ਤੋਂ ਮੋਡਰੇਟਸ ਕੀ ਮੰਗ ਰਹੇ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਇੰਡੀਅਨਸ ਦੀ ਕੀ ਹੋ ਜੇ, ਰਿਪਰੈਜ਼ੈਂਟੇਸ਼ਨ ਹੋ ਜੇ। ਬ੍ਰਿਟਿਸ਼ਰ ਨੇ ਗੱਲ ਮੰਨ ਲਈ, ਕਹਿੰਦੇ ਠੀਕ ਹੈ ਜੀ ਲੋ ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਅਸੀਂ ਇੰਕਰੀਜ਼ ਕਰ ਦਿੰਦੇ ਹਾਂ, ਪ੍ਰੋਵਿੰਸਿਸ 'ਚ ਵੀ ਇੰਕਰੀਜ਼ ਕਰ ਦਿੰਦੇ ਹਾਂ, ਸੈਂਟਰ 'ਚ ਵੀ ਇੰਕਰੀਜ਼ ਕਰ ਦਿੰਦੇ ਹਾਂ। ਕਲੀਅਰ। ਚਲੋ ਜੀ ਉਸ ਤੋਂ ਬਾਅਦ ਨੈਕਸਟ ਜੇ ਗੱਲ ਕਰਾਂਗੇ ਪਾਰਲੀਮੈਂਟ ਦੀ, ਵੈਰੀ ਇੰਪੋਰਟੈਂਟ ਪੁਆਇੰਟ ਜਿਹੜਾ ਯਾਦ ਰੱਖਿਓ, ਇੱਥੇ ਪਹਿਲੀ ਵਾਰ ਜੇ ਆਪਾਂ ਗੱਲ ਕਰਾਂਗੇ ਇੰਡੀਅਨਸ ਨੂੰ ਪਹਿਲੀ ਵਾਰ ਕਿਸ ਚੀਜ਼ ਦੀ ਪਾਵਰ ਦਿੱਤੀ ਗਈ ਕਿ ਤੁਸੀਂ ਬਜਟ ਨੂੰ ਡਿਸਕਸ ਕਰ ਸਕਦੇ ਹੋ, ਪਲੱਸ ਕੀ ਕਰ ਸਕਦੇ ਹੋ, ਸਪਲੀਮੈਂਟਰੀ ਕੁਐਸਚਨਸ ਪੁੱਛ ਸਕਦੇ ਹੋ। ਦੇਖੋ ਜੀ ਜਦੋਂ ਵੀ ਬਜਟ ਡਿਸਕਸ ਹੋਏਗਾ ਸੈਂਟਰ ਦੇ ਵਿੱਚ ਜੇ ਗੱਲ ਕਰੀਏ ਤਾਂ ਇੰਡੀਅਨਸ ਕੋਲ ਪਹਿਲਾਂ 1909 ਤੋਂ ਪਹਿਲਾਂ ਪਾਵਰ ਨਹੀਂ ਸੀ। ਪਹਿਲਾਂ ਤਾਂ ਇੰਡੀਅਨਸ ਨੂੰ ਬਜਟ ਡਿਸਕਸ ਕਰਨ ਦੀ ਨਹੀਂ ਪਾਵਰ ਸੀਗੀ। ਸਲੋਲੀ ਮੋਡਰੇਟਸ ਨੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਕੀ ਕਰਨਗੇ, ਸੰਘਰਸ਼ ਲੜਨਗੇ ਬਜਟ ਡਿਸਕਸ ਕਰਨ ਦੀ, ਪਰ ਬਜਟ ਡਿਸਕਸ ਕਰਨਗੇ ਅੱਗੇ ਕੁਐਸਚਨ ਨਹੀਂ ਸੀ ਪੁੱਛ ਸਕਦੇ। ਹੁਣ 1909 ਦੇ ਵਿੱਚ ਇਹਨਾਂ ਨੂੰ ਵੱਧ ਪਾਵਰ ਦਿੱਤੀ ਗਈ ਕਿ ਤੁਸੀਂ ਹੁਣ ਕੀ ਕਰ ਸਕਦੇ ਹੋ ਜੀ, ਕੁਐਸਚਨ ਵੀ ਪੁੱਛ ਸਕਦੇ ਹੋ। ਕਿਵੇਂ ਦੇ ਕੁਐਸਚਨ, ਸਪਲੀਮੈਂਟਰੀ ਕੁਐਸਚਨਸ ਵੀ ਪੁੱਛ ਸਕਦੇ ਹੋ। ਸਪਲੀਮੈਂਟਰੀ ਕੁਐਸਚਨ ਦਾ ਮਤਲਬ ਕੁਐਸਚਨ ਦੇ ਉੱਪਰ ਕੁਐਸਚਨ, ਵੀ ਇੱਕ ਇੰਡੀਅਨ ਨੇ ਬ੍ਰਿਟਿਸ਼ਰ ਨੂੰ ਕੁਐਸਚਨ ਪੁੱਛਿਆ ਕਿ ਤੁਸੀਂ ਦੱਸੋ ਜੀ ਇਹ ਆਰਮੀ ਦੇ ਉੱਪਰ ਇੰਨਾ ਖਰਚਾ ਕਿਉਂ ਕੀਤਾ, ਤਾਂ ਉਹਨੇ ਅੱਗੇ ਉਹਦੀ ਜਵਾਬ ਦਿੱਤਾ ਤਾਂ ਇਧਰੋਂ ਦੀ ਫਿਰ ਇੱਕ ਕ੍ਰਾਸ ਕੁਐਸਚਨ ਹੋਰ ਪੁੱਛਿਆ ਜਾ ਸਕਦਾ ਹੈ। ਇਹਨੂੰ ਕਹਿੰਦੇ ਆਪਾਂ ਸਪਲੀਮੈਂਟਰੀ ਕੁਐਸਚਨਸ। ਕਲੀਅਰ ਹੈ ਜੀ। ਤਾਂ ਇਹ ਵੀ ਪਾਵਰ ਕਿਹਨਾਂ ਨੇ ਦਿੱਤੀ ਸੀ, ਬ੍ਰਿਟਿਸ਼ਰਸ ਨੇ ਦਿੱਤੀ ਇੰਡੀਅਨਸ ਨੂੰ। ਕਦੋਂ, 1909 ਦੇ ਵਿੱਚ। ਕਲੀਅਰ। ਚਲੋ ਜੀ ਨੈਕਸਟ ਅੰਗਰੇਜ਼ਾਂ ਨੇ ਕਾਫੀ ਜਿਹੜੀ ਸਭ ਤੋਂ ਵੱਡੀ ਆਪਾਂ ਕਹਾਂਗੇ ਕਿ ਡਿਵਾਈਡ ਐਂਡ ਰੂਲ ਸ਼ੁਰੂ ਕੀਤਾ 1905 ਦੇ ਵਿੱਚ, ਪਾਰਟੀਸ਼ਨ ਆਫ ਬੰਗਾਲ ਤੋਂ ਸ਼ੁਰੂ ਕੀਤਾ। ਉਸ ਚੀਜ਼ ਨੂੰ ਵਧਾਣਗੇ ਕਿਵੇਂ, ਵਧਾਣਗੇ ਕਿਵੇਂ ਤਾਂ ਆਪਾਂ ਗੱਲ ਕਰਾਂਗੇ। ਤਾਂ ਦੇਖੋ ਜੀ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ ਕਿਹਨਾਂ ਨੂੰ, ਮੁਸਲਿਮਸ ਨੂੰ। ਪਹਿਲੀ ਵਾਰ ਇੰਡੀਆ ਦੇ ਵਿੱਚ ਸੈਪਰੇਟ ਇਲੈਕਟੋਰੇਟ ਮੁਸਲਿਮਸ ਨੂੰ ਦਿੱਤਾ ਗਿਆ। ਕਦੋਂ, 1909 ਦੇ ਵਿੱਚ। ਸੈਪਰੇਟ ਇਲੈਕਟੋਰੇਟ ਦਾ ਮਤਲਬ ਮੁਸਲਿਮ ਕੈਂਡੀਡੇਟ ਖੜੇ ਹੋਣਗੇ ਕਿਸੇ ਵੀ ਕਨਸਟੀਟੂਐਂਸੀ ਤੋਂ, ਉਹਨਾਂ ਨੂੰ ਵੋਟ ਸਿਰਫ ਉਸ ਕਨਸਟੀਟੂਐਂਸੀ ਦੇ ਮੁਸਲਿਮਸ ਹੀ ਪਾ ਸਕਦੇ ਨੇ, ਹੋਰ ਕੋਈ ਨਹੀਂ ਪਾ ਸਕਦੇ। ਇਹ ਕੀਤਾ ਕੀ ਜਾ ਰਿਹਾ ਸੀ ਅੰਗਰੇਜ਼ਾਂ ਵੱਲੋਂ, ਇਹ ਆਪਾਂ ਕਹਿ ਸਕਦੇ ਹਾਂ ਰਿਲੀਜੀਅਸ ਲਾਈਨਸ ਦੇ ਧਰਮ ਦੇ ਨਾਮ ਤੇ ਇੰਡੀਆ ਨੂੰ ਵੰਡਿਆ ਜਾ ਰਿਹਾ ਸੀ। ਸ਼ੁਰੂ ਕਿੱਥੋਂ ਕੀਤਾ ਸੀ, ਪਾਰਟੀਸ਼ਨ ਆਫ ਬੰਗਾਲ ਤੋਂ ਸ਼ੁਰੂ ਕਰ ਲਿਆ ਸੀ। ਜੇ ਉਸ ਤੋਂ ਵੀ ਥੋੜੀ ਜਿਹੀ ਪਿੱਛੇ ਚੱਲੀਏ ਤਾਂ ਇਹਨਾਂ ਦੀ ਆਪਾਂ ਕਹਿ ਸਕਦੇ ਹਾਂ ਪਾਲਿਸੀਜ਼ ਜਿਹੜੀਆਂ 1857 ਤੋਂ ਬਾਅਦ ਦੀਆਂ ਹੀ ਐਵੇਂ ਦੀਆਂ ਚੱਲ ਰਹੀਆਂ ਸੀ। ਕਲੀਅਰ। ਤਾਂ ਇੱਥੇ ਪਹਿਲੀ ਵਾਰ ਯਾਦ ਰੱਖਿਓ ਸੈਪਰੇਟ ਇਲੈਕਟੋਰੇਟ ਮੁਸਲਿਮਸ ਨੂੰ ਕਿਹੜੇ ਐਕਟ 'ਚ ਮਿਲਿਆ ਸੀ, 1909 ਦੇ ਐਕਟ 'ਚ ਮਿਲਿਆ ਸੀ। ਇਹ ਆਪਾਂ ਸਾਰੇ ਐਕਟ ਜਿਹੜੇ ਨੇ 1857 ਤੋਂ ਲੈ ਕੇ 1935 ਤੱਕ ਦੇ ਜਿਹੜੇ ਐਕਟ ਨੇ ਆਪਣੇ, ਇਹ ਸਾਰੇ ਅਲੱਗ ਤੋਂ ਇੱਕ ਵੀਡੀਓ ਦੇ ਵਿੱਚ ਕਵਰ ਵੀ ਕਰਾਂਗੇ। ਕਲੀਅਰ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ ਗਵਰਨਰ ਜਨਰਲ ਨੂੰ ਇੱਥੇ ਪਾਵਰ ਦਿੱਤੀ ਗਈ ਕਿ ਉਹ ਹੁਣ ਕੀ ਕਰ ਸਕਦੇ ਨੇ, ਆਪਣੀ ਐਗਜ਼ੀਕਿਊਟਿਵ ਕਾਉਂਸਿਲ, ਉਹੀ ਐਗਜ਼ੀਕਿਊਟਿਵ ਕਾਉਂਸਿਲ ਜਿਹੜੀ ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ 1773 ਦੇ ਐਕਟ 'ਚ ਬਣੀ ਸੀ, ਉਹਦੇ ਵਿੱਚ ਇੱਕ ਇੰਡੀਅਨ ਨੂੰ ਕੀ ਕਰਨਗੇ ਹੁਣ, ਨੋਮੀਨੇਟ ਵੀ ਕਰ ਸਕਦੇ ਨੇ। ਤੇ ਪਹਿਲੇ ਇੰਡੀਅਨ ਪੰਜਾਬ ਦੇ ਕੁਐਸਚਨ ਜਿਹੜੇ ਨੇ ਇੱਥੇ ਦੇ ਆਪਾਂ ਕਹਿ ਸਕਦੇ ਹਾਂ ਫੈਕਟ ਬੇਸ ਸਿੱਧੇ ਹੀ ਪੁੱਛੇ ਜਾਂਦੇ ਨੇ। ਤਾਂ ਯਾਦ ਰੱਖਿਓ ਪਹਿਲੇ ਇੰਡੀਅਨ ਜਿਹੜੇ ਨੇ ਜਿਨ੍ਹਾਂ ਨੂੰ ਐਗਜ਼ੀਕਿਊਟਿਵ ਕਾਉਂਸਿਲ 'ਚ ਬ੍ਰਿਟਿਸ਼ਰਸ ਦੀ ਗਵਰਨਰ ਜਨਰਲ ਦੀ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ ਮੈਂਬਰ ਬਣਾਇਆ ਜਾਏਗਾ। ਨਾਮ ਯਾਦ ਰੱਖ ਲਿਓ, SP ਸਿਨਹਾ, ਸਤਿੰਦਰ ਪ੍ਰਸਾਦ ਸਿਨਹਾ ਪਹਿਲੇ ਇੰਡੀਅਨ ਸੀਗੇ ਜਿਹੜੇ ਕੀ ਹੋਣਗੇ ਆਪਾਂ ਜੇ ਗੱਲ ਕਰੀਏ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ ਇੰਡੀਅਨ ਮੈਂਬਰ ਨੇ। ਕਲੀਅਰ। ਤੇ ਇਹ ਪ੍ਰੋਵੀਜ਼ਨ ਦਿੱਤੀ ਕਦੋਂ ਗਈ ਸੀ, 1909 ਦੇ ਵਿੱਚ ਦਿੱਤੀ ਗਈ ਸੀ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ, ਆਪਾਂ ਲਾਸਟ ਜਿਹੜੀ ਮੂਵਮੈਂਟ ਪੜ੍ਹ ਕੇ ਆਏ ਆਪਾਂ ਮੂਵਮੈਂਟ ਪੜ੍ਹੀ ਸੀ ਸਵਦੇਸ਼ੀ ਮੂਵਮੈਂਟ। ਠੀਕ ਹੈ ਜੀ। ਜਿਹੜੀ ਸਵਦੇਸ਼ੀ ਮੂਵਮੈਂਟ ਸੀ ਇਹ ਕਿਤੇ ਨਾ ਕਿਤੇ ਕਿਸ ਦੇ ਨਾਲ ਰਿਲੇਟਡ ਸੀ, ਪਾਰਟੀਸ਼ਨ ਆਫ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਇੱਕ ਪਾਸੇ ਮੁਸਲਿਮ ਮੈਜੋਰਿਟੀ ਕਰਤੀ ਸੀ, ਇੱਕ ਪਾਸੇ ਹਿੰਦੂ ਮੈਜੋਰਿਟੀ ਕਰਤੀ ਸੀ। ਇੰਨਾ ਕੁਛ ਅਸੀਂ ਕੀਤਾ, ਸਵਦੇਸ਼ੀ ਮੂਵਮੈਂਟ ਚੱਲੀ। ਆਪਾਂ ਗੱਲ ਕਰਾਂਗੇ ਕਿ ਮੋਡਰੇਟਸ ਲੜ ਪਏ, ਆਪਸ ਐਕਸਟ੍ਰੀਮਿਸਟ ਲੜ ਪਏ, ਸੂਰਜ ਸਪਲਿਟ ਹੋ ਗਈ। ਐਕਸਟ੍ਰੀਮਿਸਟ ਕਹਿੰਦੇ ਸੀ ਸਾਰੇ ਇੰਡੀਆ ਦੇ ਵਿੱਚ ਮੂਵਮੈਂਟ ਕੀਤੀ ਜਾਏ, ਪਰ ਕੀ ਅੰਗਰੇਜ਼ਾਂ ਨੇ ਪਾਰਟੀਸ਼ਨ ਆਫ ਬੰਗਾਲ ਖਤਮ ਕਰਤੀ ਸੀ ਜਾਂ ਉਹਨਾਂ ਨੇ ਅਜੇ ਵੀ ਕੀਤੀ? ਤਾਂ ਯਾਦ ਰੱਖਿਓ ਪਾਰਟੀਸ਼ਨ ਆਫ ਬੰਗਾਲ 1905 'ਚ ਹੋਈ, ਉਹ ਚੱਲਦੀ ਹੀ ਰਹੀ। ਪਰ ਜੇ ਪਾਰਟੀਸ਼ਨ ਆਫ ਬੰਗਾਲ ਅਨਲਮੈਂਟ ਕਦੋਂ ਹੋਈ ਕਿ ਪਾਰਟੀਸ਼ਨ ਜਿਹੜਾ ਬੰਗਾਲ ਸੀਗਾ ਜਿਹੜਾ ਵੰਡਿਆ ਸੀ ਉਹਨੂੰ ਵਾਪਿਸ ਤੋਂ ਇਕੱਠਾ ਕਦੋਂ ਕੀਤਾ ਗਿਆ? ਤਾਂ ਯਾਦ ਰੱਖਿਓ ਅਨਲਮੈਂਟ ਆਫ ਪਾਰਟੀਸ਼ਨ ਆਫ ਬੰਗਾਲ ਹੋਏਗੀ 1911 ਦੇ ਵਿੱਚ। ਠੀਕ ਹੈ ਜੀ। ਕਾਫੀ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ। ਹੁਣ ਦੇਖੋ ਜੀ 1911 'ਚ ਹੋ ਕੀ ਰਿਹਾ ਸੀ। ਜੇ 1911 ਦੀ ਗੱਲ ਕਰਾਂਗੇ ਤਾਂ 1911 ਦੇ ਟਾਈਮ ਤੇ ਆਪਣੇ ਵਾਇਸਰੋਏ ਚੱਲ ਰਹੇ ਸੀਗੇ ਲਾਰਡ ਹਾਰਡਿੰਗ, ਇਹ ਹਾਰਡਿੰਗ 2 ਨੇ। ਠੀਕ ਹੈ ਜੀ। ਹਾਰਡਿੰਗ 1 ਦੀ ਜੇ ਗੱਲ ਕਰਾਂਗੇ ਤਾਂ ਉਹ ਐਂਗਲੋ ਸਿੱਖ ਵਾਰ ਦੇ ਟਾਈਮ ਤੇ ਸੀਗੇ, ਲਾਰਡ ਡਲਹੌਜ਼ੀ ਤੋਂ ਪਹਿਲਾਂ। ਹੁਣ ਲਾਰਡ ਹਾਰਡਿੰਗ ਜਿਹੜੇ ਨੇ ਇਹਨਾਂ ਦੇ ਟਾਈਮ ਤੇ ਕੀ ਹੋਣਾ, ਇੰਗਲੈਂਡ ਤੋਂ ਕਿੰਗ ਨੇ ਆਣਾ ਕਿੱਥੇ, ਇੰਡੀਆ 'ਚ। ਉਹਨਾਂ ਦੀ ਕੀ ਹੋਣੀ ਆਪਾਂ ਕਹਿ ਸਕਦੇ ਹਾਂ ਕਿ ਸੈਰੇਮਨੀਜ਼ ਨੇ, ਉਹਨਾਂ ਨੇ ਇੰਡੀਆ 'ਚ ਆਣਾ। ਇੰਗਲੈਂਡ ਦੇ ਰਾਜੇ ਨੇ ਵਿਜ਼ਿਟ ਕਰਨਾ ਇੰਡੀਆ। ਇੰਡੀਆ 'ਚ ਚੱਲ ਕੀ ਰਿਹਾ, ਸਵਦੇਸ਼ੀ ਮੂਵਮੈਂਟ ਕਰਕੇ ਜਗ੍ਹਾ ਜਗ੍ਹਾ ਤੇ ਦੰਗੇ ਚੱਲ ਰਹੇ ਨੇ, ਅੰਗਰੇਜ਼ਾਂ ਦੇ ਖਿਲਾਫ ਇੱਕ ਮਾਹੌਲ ਬਣਿਆ ਹੋਇਆ। ਇਸ ਸਾਰੇ ਨੂੰ ਰੋਕਣ ਲਈ ਜਿਹੜੇ ਲਾਰਡ ਹਾਰਡਿੰਗ ਹੋਣਗੇ ਉਹ ਕੀ ਕਰਨਗੇ, ਪਾਰਟੀਸ਼ਨ ਆਫ ਬੰਗਾਲ ਜਿਹੜੀ ਹੈ ਉਸ ਨੂੰ ਐਨਲ ਕਰ ਦੇਣਗੇ। ਕਹਿਣਗੇ ਕਿ ਨਹੀਂ ਅੱਜ ਤੋਂ ਬਾਅਦ ਬੰਗਾਲ ਜਿਹੜਾ ਅਲੱਗ ਨਹੀਂ, ਇੱਕੋ ਹੀ ਬੰਗਾਲ ਹੋਏਗਾ। ਕਲੀਅਰ। ਤਾਂ ਯਾਦ ਰੱਖਿਓ ਐਨਲਮੈਂਟ ਆਫ ਪਾਰਟੀਸ਼ਨ ਆਫ ਬੰਗਾਲ ਕਦੋਂ ਹੋਏਗੀ? ਤਾਂ ਯਾਦ ਰੱਖਿਓ 1911 ਦੇ ਵਿੱਚ। ਕਦੋਂ ਹੋਏਗੀ? ਦਿੱਲੀ ਦਰਬਾਰ ਦੇ ਵਿੱਚ। ਕਲੀਅਰ ਹੈ ਜੀ। ਚਲੋ ਜੀ ਨੈਕਸਟ ਗੱਲ ਕਰਦੇ ਜੀ, ਦਿੱਲੀ ਦਰਬਾਰ 'ਚ ਹੋਰ ਕੁਝ ਹੋਏਗਾ ਨਵਾਂ? ਨੈਕਸਟ ਵੈਰੀ ਇੰਪੋਰਟੈਂਟ ਪੁਆਇੰਟ, ਪੰਜਾਬ ਦੇ ਪੇਪਰਾਂ 'ਚ ਕਾਫੀ ਵਾਰ ਰਿਪੀਟਡ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਉਹੀ ਪੁੱਛਿਆ ਜਾਂਦਾ ਹੈ ਕਿ ਦੱਸੋ ਜੀ ਕਿਹੜੇ ਸਾਲ ਦੇ ਵਿੱਚ ਇੰਡੀਆ ਦੀ ਕੈਪੀਟਲ ਬੰਗਾਲ ਤੋਂ ਦਿੱਲੀ ਸ਼ਿਫਟ ਕੀਤੀ ਗਈ ਸੀ?
ਅਜੇ ਤੱਕ ਜਿਹੜੇ ਨੇ ਬ੍ਰਿਟਿਸ਼ਰ ਨੇ ਉਹਨਾਂ ਦੀ ਕੈਪੀਟਲ ਕੀ ਚੱਲ ਰਹੀ ਸੀ, ਬੰਗਾਲ ਕਲਕੱਤਾ ਚੱਲ ਰਹੀ ਸੀ। ਉੱਥੋਂ ਦੀ ਬੰਗਾਲ ਤੋਂ ਆ ਕੇ ਕਿੱਧਰ ਹੁਣੇ ਦਿੱਲੀ ਆ ਗਏ। ਕਦੋਂ ਆਏ ਤਾਂ ਯਾਦ ਰੱਖਿਓ 1911 ਦੇ ਵਿੱਚ। ਕਲੀਅਰ। ਚਲੋ ਜੀ ਨੈਕਸਟ ਚੱਲਦੇ ਹਾਂ ਜੀ। ਆਪਾਂ ਹੁਣ ਦੇਖਾਂਗੇ ਆਪਾਂ ਕਿ 1907 ਦੇ ਵਿੱਚ ਕਾਂਗਰਸ ਆਪਣੀ ਕੀ ਹੋ ਚੁੱਕੀ ਹੈ, ਸਪਲਿਟ ਹੋਣ ਤੋਂ ਬਾਅਦ ਇੱਕਦਮ ਇਨਐਕਟਿਵ ਹੋ ਗਈ। ਠੀਕ ਹੈ ਜੀ, ਉਹ ਜ਼ਿਆਦਾ ਹੁਣ ਕੰਮ ਕੁਝ ਕਰਨਗੇ ਨਹੀਂ। ਪਰ ਦੂਜੇ ਪਾਸੇ ਜੇ ਦੇਖਾਂਗੇ ਇੱਕ ਵਰਲਡ ਲੈਵਲ ਤੇ ਕੁਝ ਹੋ ਰਿਹਾ ਤਾਂ ਵਰਲਡ ਲੈਵਲ ਤੇ ਪਹਿਲਾ ਵਰਲਡ ਵਾਰ ਸ਼ੁਰੂ ਹੋ ਜਾਏਗਾ। ਪਹਿਲਾ ਵਰਲਡ ਵਾਰ ਸ਼ੁਰੂ ਹੋ ਗਿਆ, ਇੰਡੀਅਨਸ ਕੀ ਕਰਨ? ਪਹਿਲਾ ਵਰਲਡ ਵਾਰ ਸ਼ੁਰੂ ਹੋ ਗਿਆ, ਅਸੀਂ ਕਿਉਂ ਨਾ? ਅਸੀਂ ਅੰਗਰੇਜ਼ਾਂ ਦੇ ਗੁਲਾਮ। ਤਾਂ ਅਸੀਂ ਵਰਲਡ ਵਾਰ ਚ ਲੜਨ ਜਾਵਾਂਗੇ ਜਾਂ ਨਹੀਂ ਜਾਵਾਂਗੇ? ਕੁਐਸਚਨ ਕੀ ਬਣਦਾ, ਸਾਡੇ ਲਈ ਬਣਦਾ ਕਿ ਅਸੀਂ ਅੰਗਰੇਜ਼ਾਂ ਦੇ ਲਈ ਲੜਨ ਜਾਵਾਂਗੇ ਕਿ ਨਹੀਂ। ਲੜਾਈ ਕਿੱਥੇ ਹੋ ਰਹੀ ਹੈ ਵਰਲਡ ਵਾਰ? ਇਹ ਹੋ ਰਹੀ ਹੈ ਤੁਹਾਡੀ ਯੂਰਪ ਚ। ਯੂਰਪ ਦੀ ਲੜਾਈ ਹੈ। ਕੀ ਸਾਨੂੰ ਜਾਣਾ ਚਾਹੀਦਾ? ਪਰ ਕੁਐਸਚਨ ਇਹ ਨਹੀਂ ਚਾਹੀਦਾ ਕਿ ਸਾਨੂੰ ਕੀ ਜਾਣਾ ਚਾਹੀਦਾ ਹੈ। ਕੁਐਸਚਨ ਇਹ ਹੈ ਕਿ ਸਾਡੀ ਮਰਜ਼ੀ ਪੁੱਛੀ ਜਾਏਗੀ। ਕੁਐਸਚਨ ਤਾਂ ਇਹ ਬਣਦਾ ਕਿ ਸਾਡੀ ਮਰਜ਼ੀ ਪੁੱਛੀ ਜਾਣੀ ਹੈ ਕਿ ਨਹੀਂ। ਸਾਡੀ ਤਾਂ ਮਰਜ਼ੀ ਹੀ ਨਹੀਂ ਪੁੱਛੀ ਜਾਏਗੀ। ਵਰਲਡ ਵਾਰ 1 ਸ਼ੁਰੂ ਹੋਇਆ, ਇੰਗਲੈਂਡ ਜੇ ਵਰਲਡ ਵਾਰ ਚ ਗਿਆ ਨਾਲ ਦੀ ਨਾਲ ਹੀ ਇੰਡੀਆ ਨੂੰ ਵੀ ਲੈ ਕੇ ਜਾਏਗਾ, ਕਿਉਂਕਿ ਇੰਡੀਆ ਕੀ ਹੈ, ਗੁਲਾਮ ਹੈ ਅੰਗਰੇਜ਼ਾਂ ਦਾ ਜੇ। ਠੀਕ ਹੈ ਜੀ। ਚਲੋ ਜੀ ਜੇ ਗੱਲ ਕਰਾਂਗੇ ਆਪਾਂ ਵਰਲਡ ਵਾਰ 1 ਦੀ, 1914 ਦੇ ਵਿੱਚ ਵਰਲਡ ਵਾਰ ਆਪਣਾ ਸ਼ੁਰੂ ਹੋਏਗਾ। ਤੇ ਇੰਡੀਆ ਜਿਹੜਾ ਸੀਗਾ ਇਹ ਕਿਸੇ ਬ੍ਰਿਟਿਸ਼ ਕਲੋਨੀ ਹੈ। ਠੀਕ ਹੈ ਜੀ। ਤੇ ਜੇ ਬ੍ਰਿਟਿਸ਼ ਜਿਹੜੇ ਨੇ, ਬ੍ਰਿਟੇਨ ਵਾਲੇ ਜਿਹੜੇ ਨੇ ਵਰਲਡ ਵਾਰ ਚ ਜਾਣਗੇ ਤਾਂ ਸਾਨੂੰ ਤਾਂ ਜਾਣਾ ਹੀ ਪਏਗਾ। ਹੁਣ ਦੇਖੋ ਜੀ ਉਹ ਲੜ ਰਹੇ ਨੇ, ਸਾਨੂੰ ਉਹਨਾਂ ਦੇ ਨਾਲ ਲੜਨਾ ਪੈਣਾ। ਪਰ ਲੜਾਈ ਉੱਥੇ ਹੋ ਰਹੀ ਹੈ, ਨੁਕਸਾਨ ਸਾਡਾ ਹੋਏਗਾ। ਲੜਾਈ ਯੂਰਪ ਚ ਹੋ ਰਹੀ ਹੈ ਵਰਲਡ ਵਾਰ, ਨੁਕਸਾਨ ਸਾਡਾ ਹੋ ਰਿਹਾ। ਕਿਉਂ? ਬ੍ਰਿਟਿਸ਼ਰਸ ਨੂੰ ਹੁਣ ਲੜਨ ਲਈ ਕੀ ਚਾਹੀਦਾ ਹੈ? डिफेंस इक्विपमेंट्स चाहिए तो ब्रिटिशर्स अपना की इंक्रीज करनगे, डिफेंस एक्सपेंडिचर इंक्रीज करनगे। ये जिहड़ा खर्चा करनगे जिन्ना भी आपां कहांगे असले ते, ये आना कित्थों दी है? फिर इंडियंस नूं ही निचोड़िया जाना है, इंडियंस नूं ही लुट्टिया जाना है, इंडियंस के उपर ही टैक्स इंक्रीज किए जाने ने। किसानों नूं क्या जाएगा? ज़्यादा तो ज़्यादा टैक्स दो। ठीक है जी। लड़ाई उत्थे है यूरोप दी हो रही, पर जे गल करांगे रगड़ा किते ना किते इंडिया का ही निकलना है। ठीक है जी। जे गल करिए होर आपां देखांगे तो इत्थे देख रहे कि इंडिया दे विच शॉर्टेज हो जाएगी फूड सप्लाई दी। क्यों? क्योंकि सारा का सारा फूड जितना भी होएगा वो किधर जाना शुरू हो गया? यूरोप जाना शुरू हो गया। क्यों जी? उत्थे लड़ाई चल रही है। जिन्नियां भी चीज़ां इंपॉर्टेंट होणगियां वो जा रही है कित्थे ने? लंडन जा रही हैं। क्यों जा रही है जी? उत्थे लड़ाई होगी। इंडिया दे विच की हो गया? इंडिया शॉर्टेज होगी। जो किसी भी चीज़ की इंडिया दे विच शॉर्टेज हो जाएगी, कमी हो जाएगी, तो उहदे जिहड़े प्राइस ने ਉਹਦੇ ਜੇ ਗੱਲ ਕਰਾਂਗੇ, ਭਾਅ ਦੀ ਗੱਲ ਕਰਾਂਗੇ, ਪ੍ਰਾਈਸ ਦੀ ਗੱਲ ਕਰਾਂਗੇ, ਰੇਟ ਦੀ ਗੱਲ ਕਰਾਂਗੇ, ਉਹ ਕੀ ਹੋ ਜਾਣਗੇ? ਇੰਕਰੀਜ਼। ਤਾਂ ਲੜਾਈ ਯੂਰਪ ਦੀ, ਮਹਿੰਗਾਈ ਹੋਗੀ ਇੰਡੀਆ 'ਚ। ਲੜਾਈ ਯੂਰਪ ਦੀ, ਜ਼ਿਆਦਾ ਟੈਕਸ ਭਰਨੇ ਪੈਣਗੇ ਸਾਨੂੰ। ਕਲੀਅਰ? ਕਿਉਂ ਹੋ ਰਿਹਾ? ਕਿਉਂਕਿ ਅਸੀਂ ਕੀ ਹਾਂ? ਗੁਲਾਮ। ਅਸੀਂ ਗੁਲਾਮ ਆ ਜੇ ਅੰਗਰੇਜ਼ਾਂ ਦੇ। ਕਲੀਅਰ? ਚਲੋ ਜੀ ਨੈਕਸਟ ਹੁਣ ਵਰਲਡ ਵਾਰ ਸ਼ੁਰੂ ਹੋ ਗਿਆ ਤਾਂ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਪਾਰਟੀਜ਼ ਨੇ, ਜਿਹੜੇ ਸਾਡੇ ਲੀਡਰਸ ਨੇ, ਇਹਨਾਂ ਕੋਲ ਵੀ ਕੀ ਹੋਏਗਾ? ਇਹਨਾਂ ਕੋਲ ਰਸਤੇ ਹੋਣਗੇ ਅਲੱਗ-ਅਲੱਗ। ਹੁਣ ਕਰੀਏ ਕੀ? ਅੰਗਰੇਜ਼ਾਂ ਦੇ ਤਾਂ ਲੜਾਈ ਸ਼ੁਰੂ ਹੋ ਗਈ ਜੀ, ਵਰਲਡ ਵਾਰ ਸ਼ੁਰੂ ਹੋ ਗਈ। ਹੁਣ ਅਸੀਂ ਕਰੀਏ ਕੀ? ਕਿ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਦੀ ਵੀ ਲੜਨ ਲੱਗ ਜਾਈਏ ਅੰਗਰੇਜ਼ਾਂ ਦੇ ਅਗੇਂਸਟ? ਕਿ ਕੋਈ ਨਾ ਕੋਈ ਤਾਂ ਸੋਚੇਗਾ, ਜਾਂ ਕੋਈ ਸੋਚੇਗਾ ਨਹੀਂ ਅੰਗਰੇਜ਼ ਉੱਥੇ ਲੜ ਰਹੇ ਨੇ, ਉਹਨਾਂ ਦੀ ਅਸੀਂ ਕੀ ਕਰਦੇ? ਇੱਥੇ ਹੈਲਪ ਕਰ ਦਿੰਦੇ ਹਾਂ। ਇਹ ਵੀ ਤਾਂ ਕੀ ਸੋਚਣਗੇ ਕਿ ਚਲੋ ਇਹਨਾਂ ਦੀ ਹੈਲਪ ਕਰਦੇ ਹਾਂ, ਜੇ ਸਾਡੀ ਇਹਨਾਂ ਦੀ ਅਸੀਂ ਆਪਾਂ ਕਹਾਂਗੇ ਮਦਦ ਕਰਾਂਗੇ ਤਾਂ ਅੰਗਰੇਜ਼ ਖੁਸ਼ ਹੋ ਕੇ ਸਾਨੂੰ ਜ਼ਿਆਦਾ ਪਾਵਰ ਦੇ ਦੇਣਗੇ, ਜਾਂ ਹੋ ਸਕਦਾ ਕੀ ਕਰਨ? ਸਾਨੂੰ ਰਾਜ ਹੀ ਦੇ ਦੇਣ ਕਿਤੇ ਨਾ ਕਿਤੇ। ਸੋਚਣਗੇ ਤਾਂ ਸਹੀ। ਤਾਂ ਇਹੀ ਚੀਜ਼ ਆਪਾਂ ਦੇਖਾਂਗੇ ਕਿ ਵਰਲਡ ਵਾਰ 1 ਜਦੋਂ ਸ਼ੁਰੂ ਹੋਈ ਨਾ ਤਾਂ ਇੰਡੀਅਨਸ ਦੇ ਵਿੱਚ 3 ਤਰ੍ਹਾਂ ਦੀ ਰਿਐਕਸ਼ਨ ਦੇਖਣ ਨੂੰ ਮਿਲੀਆਂ। ਆਪਾਂ ਨੂੰ 3 ਤਰ੍ਹਾਂ ਦੀ ਰਿਐਕਸ਼ਨਸ ਦੇਖਣ ਨੂੰ ਮਿਲਣਗੀਆਂ। ਜੇ ਗੱਲ ਕਰਾਂਗੇ ਮੋਡਰੇਟਸ ਦੀ ਤਾਂ ਮੋਡਰੇਟਸ ਕਹਿਣਗੇ ਦੇਖੋ ਜੀ ਵਰਲਡ ਵਾਰ 1 ਸ਼ੁਰੂ ਹੋ ਗਈ, ਅੰਗਰੇਜ਼ਾਂ ਨੂੰ ਆਪਾਂ ਛੇੜਨਾ ਨਹੀਂ, ਆਪਾਂ ਇਹਨਾਂ ਦੀ ਜਿੱਥੇ ਹੈਲਪ ਹੁੰਦੀ ਹੈ ਉਹ ਹੈਲਪ ਕਰਾਂਗੇ, ਜਿੰਨੀ ਹੈਲਪ ਹੁੰਦੀ ਹੈ ਉਹ ਕਰਾਂਗੇ। ਹੋ ਸਕਦਾ ਹੈ ਵਰਲਡ ਵਾਰ 1 ਖਤਮ ਹੋਣ ਤੋਂ ਬਾਅਦ ਅੰਗਰੇਜ਼ ਸਾਡੇ ਤੋਂ ਖੁਸ਼ ਹੋ ਜਾਣ ਤੇ ਸਾਨੂੰ ਰਾਜ ਦੇ ਦੇਣ। ਕਲੀਅਰ? ਦੂਜੇ ਪਾਸੇ ਜੇ ਗੱਲ ਕਰਾਂਗੇ ਆਪਾਂ ਸੈਕਿੰਡ ਰਿਐਕਸ਼ਨ ਦੀ ਤਾਂ ਸੈਕਿੰਡ ਰਿਐਕਸ਼ਨ ਦੇ ਵਿੱਚ ਆਪਾਂ ਨਾਮ ਯਾਦ ਰੱਖਣੇ ਨੇ ਬੀਜੀ ਤਿਲਕ ਤੇ ਐਨੀ ਬੇਸੈਂਟ। ਹੁਣ ਇਹਨਾਂ ਦੀ ਰਿਐਕਸ਼ਨ ਕੀ ਹੈ? ਕਹਿ ਰਹੇ ਨੇ ਦੇਖੋ ਜੀ ਅੰਗਰੇਜ਼ ਤਾਂ ਉੱਥੇ ਬਿਜ਼ੀ ਨੇ, ਅਸੀਂ ਜੇ ਅੰਗਰੇਜ਼ ਯੂਰਪ 'ਚ ਬਿਜ਼ੀ ਨੇ, ਅਸੀਂ ਇੰਡੀਆ ਦੇ ਵਿੱਚ ਇੱਕ ਮੂਵਮੈਂਟ ਤਾਂ ਚਲਾ ਸਕਦੇ ਹਾਂ। ਅਸੀਂ ਮਾਸਿਸ ਨੂੰ ਅਵੇਅਰ ਤਾਂ ਕਰੀਏ, ਲੋਕਾਂ ਨੂੰ ਦੱਸੀਏ ਤਾਂ ਸਹੀ ਕਿ ਜੇ ਤੁਹਾਡਾ ਰਾਜ ਆ ਗਿਆ ਤਾਂ ਹੋਏਗਾ ਕੀ। ਅਸੀਂ ਨਹੀਂ ਕਹਿ ਰਹੇ ਕਿ ਹਥਿਆਰ ਚੱਕੋ, ਕਹਿੰਦੇ ਅਸੀਂ ਪਰ ਇੰਨਾ ਦੱਸ ਸਕਦੇ ਹਾਂ ਲੋਕਾਂ ਨੂੰ ਕਿ ਇੱਕ ਅਵੇਅਰਨੈਸ ਕੈਂਪੇਨ ਲਾਂਚ ਕਰਦੇ ਹਾਂ, ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਭਾਈ ਜੇ ਤੁਹਾਡੀ ਸਰਕਾਰ ਹੋਏਗੀ ਤਾਂ ਤੁਸੀਂ ਕੀ ਫਾਇਦੇ ਨੇ ਤੁਹਾਨੂੰ। ਤਾਂ ਇਹ ਹੋਏਗੀ ਆਪਣੀ ਸੈਕਿੰਡ ਰਿਐਕਸ਼ਨ। ਤੀਜੇ ਪਾਸੇ ਆਪਾਂ ਦੇਖਾਂਗੇ ਤਾਂ ਤੀਜੀ ਰਿਐਕਸ਼ਨ ਹੋਏਗੀ ਹਥਿਆਰ ਵਾਲੀ। ਉਹ ਕਹਿਣਗੇ ਕਿ ਦੇਖੋ ਜੀ ਜੇ ਅੰਗਰੇਜ਼ ਉੱਥੇ ਲੜ ਰਹੇ ਨੇ ਤਾਂ ਅੰਗਰੇਜ਼ਾਂ ਦੇ ਖਿਲਾਫ ਇੱਥੇ ਵੀ ਹਥਿਆਰ ਚੱਕੋ, ਇਹ ਉੱਥੇ ਵੀ ਬਿਜ਼ੀ ਹੋਣਗੇ, ਇੱਥੇ ਵੀ ਬਿਜ਼ੀ ਹੋਣਗੇ। ਹੁਣ ਇਹ ਕਾਫੀ ਜ਼ਿਆਦਾ ਕਮਜ਼ੋਰ ਨੇ ਕਿਉਂਕਿ ਇਹਨਾਂ ਨੇ ਉੱਧਰ ਵੀ ਲੜਨਾ ਹੈ, ਤਾਂ ਇੱਥੇ ਕਮਜ਼ੋਰ ਹੋਣਗੇ ਤਾਂ ਆਪਾਂ ਹਥਿਆਰ ਲੈ ਕੇ ਇੱਕ ਕੀ ਕਰਦੇ ਹਾਂ? ਕ੍ਰਾਂਤੀ ਲੈ ਕੇ ਆਉਂਦੇ ਤੇ ਇਹਨਾਂ ਨੂੰ ਇੱਥੋਂ ਦੀ ਕੱਢ ਦਿੰਦੇ ਹਾਂ। ਜੋ ਆਪਾਂ ਦੇਖਾਂਗੇ ਰੈਵੋਲੂਸ਼ਨਰੀਜ਼ ਤੇ ਅੱਗੇ ਇਹਨਾਂ ਬਾਰੇ ਪੜਾਂਗੇ ਆਪਾਂ, ਜਿਵੇਂ ਕਿ ਬਣਨਗੇ ਗਦਰ ਪਾਰਟੀ ਵਾਲੇ। ਕਲੀਅਰ? ਤਾਂ ਹੁਣ ਕਿਤੇ ਨਾ ਕਿਤੇ ਇਹ 3 ਰਿਐਕਸ਼ਨਸ ਆਪਾਂ ਪੜ੍ਹਨੀਆਂ ਕਦੋਂ? 1914 ਤੋਂ ਬਾਅਦ। ਚਲੋ ਜੀ
शुरू करते हैं सब तो पहली रिएक्शन ਜਿਹੜੀ ਮੋਡਰੇਟਸ ਦੀ ਹੈ। ਮੋਡਰੇਟਸ ਕੀ ਚਾਹੁੰਦੇ ਨੇ ਕਿ ਆਪਾਂ ਅੰਗਰੇਜ਼ਾਂ ਨੂੰ ਕੀ ਕਰੀਏ, ਕਿਤੇ ਨਾ ਕਿਤੇ ਹੈਲਪ ਕਰੀਏ। ਤਾਂ ਹੁਣ ਹੈਲਪ ਕਰੀਏ ਤਾਂ ਦੇਖੋ ਜੀ ਦੋ ਪਾਰਟੀਆਂ ਨੇ ਇੰਡੀਆ ਦੇ ਵਿੱਚ, ਠੀਕ ਹੈ ਜੀ, ਦੋ ਵੱਡੀਆਂ ਪਾਰਟੀਆਂ ਨੇ। ਇੱਕ ਆਪਣੇ ਕੋਲ ਆ ਜਾਏਗੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਦੂਜੀ ਪਾਰਟੀ ਆਪਣੇ ਕੋਲ ਵੱਡੀ ਹੈਗੀ ਮੁਸਲਿਮ ਲੀਗ। ਹੁਣ ਦੋਨੋਂ ਹੀ ਪਾਰਟੀਆਂ ਜਿਹੜੀਆਂ ਨੇ ਇੱਕ ਚਾਹੁੰਦੀਆਂ ਨੇ ਕਿਤੇ ਨਾ ਕਿਤੇ ਅੰਗਰੇਜ਼ਾਂ ਦੀ ਪਹਿਲੇ ਵਰਲਡ ਵਾਰ ਦੇ ਵਿੱਚ ਹੈਲਪ ਕੀਤੀ ਜਾਏ, ਕਿਉਂਕਿ ਜੇ ਹੈਲਪ ਕਰਾਂਗੇ ਤਾਂ ਹੋ ਸਕਦਾ ਹੈ ਕਿ ਅੰਗਰੇਜ਼ ਜਿਹੜੇ ਨੇ ਸਾਡੀ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਸਾਨੂੰ ਕੀ ਕਹਿ ਸਕਦੇ ਕਿ ਪਾਵਰ ਦੇ ਕੇ ਜਾਣ, ਠੀਕ ਹੈ ਜੀ। ਤਾਂ ਸਾਨੂੰ ਪਾਵਰ ਜ਼ਿਆਦਾ ਆ ਜਾਏਗੀ ਤਾਂ ਖੁਸ਼ ਹੋ ਕੇ ਸਾਨੂੰ ਪਾਵਰ ਦੇ ਦੇਣਗੇ, ਅਸੀਂ ਇਹਨਾਂ ਦੀ ਹੈਲਪ ਕਰਦੇ ਹਾਂ। ਚਲੋ ਜੀ ਹੁਣ ਆਪਾਂ ਦੇਖਾਂਗੇ ਜੀ ਇੱਥੇ ਵੈਰੀ ਇੰਪੋਰਟੈਂਟ ਨਾਮ ਯਾਦ ਰੱਖ ਲਿਓ, ਲਖਨਊ ਪੈਕਟ, ਠੀਕ ਹੈ ਜੀ। ਹੁਣ ਲਖਨਊ ਪੈਕਟ 1916 ਬਹੁਤ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ। ਕਿਉਂ ਇੰਪੋਰਟੈਂਟ ਹੈ ਤਾਂ ਦੇਖੋ ਕਾਂਗਰਸ ਦਾ ਸੈਸ਼ਨ ਹੋਏਗਾ ਜੀ ਕਿੱਥੇ, ਕਾਂਗਰਸ ਦਾ ਸੈਸ਼ਨ ਹੋਏਗਾ ਲਖਨਊ ਦੇ ਵਿੱਚ। ਹੁਣ ਕਾਂਗਰਸ 1907 ਸੂਰਤ ਦੀ ਸਪਲਿਟ ਤੋਂ ਬਾਅਦ ਕੁਝ ਨਹੀਂ ਕਰ ਰਹੀ, ਵਰਲਡ ਵਾਰ 1 ਆ ਗਿਆ, ਆਪੇ ਆਇਆ, ਕਾਂਗਰਸ ਨੇ ਇਹਦੇ ਵਿੱਚ ਵੀ ਕੁਝ ਨਹੀਂ ਕੀਤਾ। ਹੁਣ ਕਾਂਗਰਸ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਵਾਪਿਸ ਤੋਂ ਰੀਜਨਰੇਟ ਕਰਨਾ ਹੈ, ਆਪਣੇ ਆਪ ਨੂੰ ਵਾਪਸ ਤੋਂ ਐਕਟਿਵ ਕਰਨਾ ਹੈ। ਕਿਵੇਂ ਕਰੇ ਕਾਂਗਰਸ? ਤਾਂ ਕਾਂਗਰਸ ਕਹੇਗੀ ਦੇਖੋ ਜੀ ਸਿੱਧੀ ਗੱਲ ਹੈ, ਪਹਿਲਾਂ ਤਾਂ ਜਿਹੜੇ ਅਸੀਂ ਐਕਸਟ੍ਰੀਮਿਸਟ ਕੱਢੇ ਸੀ, ਜਿਹੜੇ ਆਪਾਂ ਐਕਸਟ੍ਰੀਮਿਸਟ ਨੂੰ ਕਾਂਗਰਸ ਤੋਂ ਬਾਹਰ ਕੀਤਾ ਸੀ, ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਹਾਂ, ਠੀਕ ਹੈ ਜੀ। ਤਾਂ 1916 ਦੇ ਵਿੱਚ ਯਾਦ ਰੱਖਿਓ ਜਿਹੜੇ ਸੂਰਤ ਸੈਸ਼ਨ ਦੇ ਵਿੱਚ ਐਕਸਟ੍ਰੀਮਿਸਟ ਕੱਢੇ ਗਏ ਸੀ ਉਹਨਾਂ ਨੂੰ ਵਾਪਸ ਐਡਮਿਟ ਕੀਤਾ ਗਿਆ ਸੀ ਕਾਂਗਰਸ ਦੇ ਵਿੱਚ, ਉਹਨਾਂ ਨੂੰ ਵਾਪਸ ਲੈ ਕੇ ਆਏ, ਬੀਜੀ ਤਿਲਕ ਹੋਣੇ ਵਾਪਸ ਆਏ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਕਾਂਗਰਸ ਦਾ ਜਿਹੜਾ ਲਖਨਊ ਸੈਸ਼ਨ ਹੋ ਰਿਹਾ 1916 ਦੇ ਵਿੱਚ, ਲਖਨਊ ਦੇ ਵਿੱਚ ਹੀ ਜੇ ਗੱਲ ਕਰਾਂਗੇ ਤਾਂ ਆਪਾਂ ਮੁਸਲਿਮ ਲੀਗ ਦਾ ਵੀ ਸੈਸ਼ਨ ਹੋ ਰਿਹਾ ਸੀ। ਤਾਂ ਦੋਨਾਂ ਨੇ ਕੀ ਕੀਤਾ, ਆਪਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਲਾਹ ਮਸ਼ਵਰਾ ਕਰਕੇ ਇੱਕ ਪੈਕਟ ਸਾਈਨ ਕੀਤਾ। ਕਾਂਗਰਸ ਤੇ ਮੁਸਲਿਮ ਲੀਗ ਨੇ ਰਲ ਕੇ ਇੱਕ ਕੀ ਕੀਤਾ, ਪੈਕਟ ਸਾਈਨ ਕੀਤਾ ਕਿ ਆਪਾਂ ਅੱਗੇ ਆ ਵਰਲਡ ਵਾਰ 1 ਦੇ ਵਿੱਚ ਅੰਗਰੇਜ਼ਾਂ ਨਾਲ ਕਿਵੇਂ ਹੈਲਪ ਕਰਨੀ ਹੈ ਤੇ ਉਸ ਤੋਂ ਬਾਅਦ ਇੰਡੀਆ ਨੂੰ ਆਪਾਂ ਜਾਂ ਫਿਰ ਕਿਵੇਂ ਪਾਵਰ ਨੂੰ ਅੱਗੇ ਲੈ ਕੇ ਜਾਣਾ ਹੈ, ਉਹ ਸਾਰਾ ਉਹਨਾਂ ਨੇ ਉਸ ਪੈਕਟ ਦੇ ਵਿੱਚ ਲਿਖਿਆ, ਠੀਕ ਹੈ ਜੀ। ਜੇ ਹੁਣ ਗੱਲ ਕਰੀਏ ਵੀ ਆਪਾਂ ਲਖਨਊ ਸੈਸ਼ਨ ਜਿਹੜਾ ਕਾਂਗਰਸ ਦਾ ਹੋ ਰਿਹਾ ਉਸਦੇ ਪ੍ਰੈਜ਼ੀਡੈਂਟ ਕੌਣ ਸੀ, ਤਾਂ ਬਹੁਤ ਵਾਰੇ ਕੁਐਸਚਨ ਪੁੱਛਿਆ ਜਾ ਚੁੱਕਿਆ। ਤਾਂ ਨਾਮ ਯਾਦ ਰੱਖ ਲਿਓ ਜੀ, ਅੰਬਿਕਾ ਚਰਨ ਮਜੂਮਦਾਰ। ਇਹ ਸੀ ਮਜੂਮਦਾਰ ਜਿਹੜੇ ਸੀਗੇ, ਇਹ ਕੀ ਸੀਗੇ, ਕਾਂਗਰਸ ਦੇ ਲਖਨਊ ਸੈਸ਼ਨ ਦੇ ਪ੍ਰੈਜ਼ੀਡੈਂਟ ਸੀ। ਹੁਣ ਲਖਨਊ ਪੈਕਟ ਕਾਂਗਰਸ ਤੇ ਮੁਸਲਿਮ ਲੀਗ 'ਚ ਸਾਈਨ ਹੋ ਗਿਆ। ਲਖਨਊ ਸੈਸ਼ਨ ਸਾਡੇ ਲਈ ਕਿਉਂ ਇੰਪੋਰਟੈਂਟ ਹੈ, 1916 ਸਾਡੇ ਲਈ ਕਿਉਂ ਇੰਪੋਰਟੈਂਟ ਹੈ? ਇੱਕ ਤਾਂ ਐਕਸਟ੍ਰੀਮਿਸਟ ਆ ਗਏ, ਦੂਜੇ ਪਾਸੇ ਮੋਡਰੇਟ ਆ ਗਏ, ਦੋਨਾਂ ਨੇ ਰਲ ਗਏ। ਦੂਜੇ ਪਾਸੇ ਕਾਂਗਰਸ ਤੇ ਮੁਸਲਿਮ ਲੀਗ ਇਹ ਵੀ ਰਲ ਕੇ ਆਪਸ 'ਚ ਇਕੱਠੇ ਹੋ ਗਏ। ਤਾਂ ਕਿਤੇ ਨਾ ਕਿਤੇ 1916 ਦੇ ਵਿੱਚ ਸਾਰੇ ਇਕੱਠੇ ਹੋ ਰਹੇ ਨੇ, ਤਾਂ ਇੰਪੋਰਟੈਂਟ ਹੈ ਸਾਡੇ ਲਈ। ਤਾਂ ਇਸ ਕਰਕੇ ਜਿਹੜਾ ਪ੍ਰੈਜ਼ੀਡੈਂਟ ਹੈ ਏ ਸੀ ਮਜੂਮਦਾਰ, ਇਹ ਵੀ ਨਾਮ ਯਾਦ ਰੱਖਣਾ ਆਪਾਂ, ਕਲੀਅਰ। ਚਲੋ ਜੀ ਜੇ ਗੱਲ ਕਰੀਏ ਲਖਨਊ ਪੈਕਟ ਦੀ, ਕਾਂਗਰਸ ਤੇ ਮੁਸਲਿਮ ਲੀਗ ਕਿਸ ਚੀਜ਼ ਦੇ ਉੱਪਰ ਆਪਾਂ ਗੱਲ ਕਰਾਂਗੇ ਕਿ ਇਹਨਾਂ ਦੀ ਸਹਿਮਤੀ ਬਣੀ। ਤਾਂ ਸਭ ਤੋਂ ਪਹਿਲੀ ਗੱਲ, ਕਾਂਗਰਸ ਨੇ ਇੱਥੇ ਗਲਤੀ ਕੀਤੀ ਕਿਤੇ ਨਾ ਕਿਤੇ। ਲਖਨਊ ਪੈਕਟ ਦੇ ਵਿੱਚ ਕਾਂਗਰਸ ਤੇ ਮੁਸਲਿਮ ਲੀਗ ਨੇ ਰਲ ਕੇ ਕੀ ਕੀਤਾ, ਇੱਕ ਪੈਕਟ ਸਾਈਨ ਕੀਤਾ। ਹੁਣ ਪੈਕਟ ਦੇ ਵਿੱਚ ਕਾਂਗਰਸ ਨੇ ਕਿਸ ਚੀਜ਼ ਦੇ ਉੱਪਰ ਸਵੀਕਾਰ ਕਰ ਲਿਆ, ਉਹ ਕਹਿੰਦੇ ਕਿ ਸੈਪਰੇਟ ਇਲੈਕਟੋਰੇਟ ਫॉर ਮੁਸਲਿਮਸ। ਕਾਂਗਰਸ ਨੇ ਇੱਥੇ ਮੁਸਲਿਮਸ ਨੂੰ ਸੈਪਰੇਟ ਇਲੈਕਟੋਰੇਟ ਦੇਣ ਦੀ ਗੱਲ ਹੀ ਮੰਨ ਲਈ, ਜਿਹੜਾ ਕਿ ਕਨਸੈਪਟ ਜਿਹੜਾ ਹੈ ਗਲਤ ਸੀਗਾ। ਅੰਗਰੇਜ਼ਾਂ ਨੇ ਇੰਡੀਆ ਨੂੰ ਦੋ ਰਿਲੀਜਨ ਦੇ ਉੱਪਰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਰਿਲੀਜੀਅਸ ਲਾਈਨਸ ਦੇ ਉੱਪਰ, ਧਰਮ ਦੇ ਨਾਂ ਦੇ ਉੱਤੇ ਡਿਵਾਈਡਡ ਰੂਲ ਕਰਨ ਦੀ ਪਾਲਿਸੀ ਨੂੰ ਕਾਂਗਰਸ ਨੇ ਮੰਨ ਲਿਆ ਕਿ ਠੀਕ ਹੈ ਜੀ ਮੁਸਲਿਮਸ ਨੂੰ ਮੁਸਲਿਮ ਇਲੈਕਟੋਰੇਟ ਦਿੱਤਾ ਜਾਏਗਾ, ਜੋ ਕਿ ਗਲਤ ਹੈ, ਇਹ ਨਹੀਂ ਸੀ ਦੇਣਾ ਚਾਹੀਦਾ। ਰਿਜ਼ਰਵੇਸ਼ਨ ਦੇ ਦਿੰਦੇ, ਸੈਪਰੇਟ ਇਲੈਕਟੋਰੇਟ ਨਹੀਂ ਸੀ ਦਿੱਤਾ ਜਾਣਾ ਚਾਹੀਦਾ, ਕਲੀਅਰ। ਚਲੋ ਜੀ ਉਸ ਤੋਂ ਬਾਅਦ ਕਾਂਗਰਸ ਤੇ ਮੁਸਲਿਮ ਲੀਗ ਕਹਿਣਗੇ ਕਿ ਦੇਖੋ ਜੀ ਕੋਈ ਵੀ ਬਿੱਲ ਜਿਹੜਾ ਆਪਾਂ ਗੱਲ ਕਰਾਂਗੇ ਕਿ ਕਿਸੇ ਮਾਈਨੋਰਿਟੀ ਵਾਸਤੇ ਹੈ, ਕੋਈ ਵੀ ਬਿੱਲ ਜਿਹੜਾ ਮਾਈਨੋਰਿਟੀ ਲਈ ਹੈ, ਠੀਕ ਹੈ ਜੀ। ਸਪੋਜ਼ ਕਰ ਲਓ ਮਤਲਬ ਮਾਈਨੋਰਿਟੀ ਦੇ ਵਿੱਚ ਇੱਥੇ ਕਿਹਾ ਜਾਂਦਾ ਹੈ ਮੁਸਲਿਮਸ ਨੂੰ ਤੇ ਹੋਰ ਰਿਲੀਜਨ ਜਿਹੜੇ ਨੇ ਉਹਨਾਂ ਨਾਲ ਰਿਲੇਟਡ। ਇਹ ਕਹਿਣਗੇ ਕਿ ਕੋਈ ਵੀ ਬਿੱਲ ਜਿਹੜਾ ਮਾਈਨੋਰਿਟੀ ਕਲਾਸ ਨੂੰ ਜੇ ਗੱਲ ਕਰਾਂਗੇ ਅਫੈਕਟ ਕਰੇਗਾ ਨਾ, ਤਾਂ ਉਸ ਨੂੰ ਜੇ ਆਪਾਂ ਗੱਲ ਕਰਾਂਗੇ ਤਾਂ ਉਹ ਮਾਈਨੋਰਿਟੀ ਦੇ ਲੀਡਰਸ ਹੀ 3/4 ਆਫ ਦੀ ਮੈਂਬਰਸ ਜਿਹੜੇ ਟੋਟਲ ਹੋਣਗੇ ਉਹਨਾਂ ਦੇ, ਉਹ ਪਾਸ ਕਰਨਗੇ ਤਾਂ ਮੰਨਿਆ ਜਾਏਗਾ, ਕਲੀਅਰ। ਤਾਂ ਐਂਡ ਦੇ ਵਿੱਚ ਆਪਾਂ ਦੇਖਾਂਗੇ ਕਾਂਗਰਸ ਤੇ ਮੁਸਲਿਮ ਲੀਗ ਜਿਹੜੇ ਨੇ ਇਹ ਇੱਕ ਦੂਜੇ ਨੂੰ ਕੀ ਕਹਿਣਗੇ ਕਿ ਅਸੀਂ ਆਪਸ 'ਚ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ ਤੇ ਆਪਾਂ ਲੜਾਂਗੇ ਕਿਸ ਚੀਜ਼ ਲਈ, ਹੁਣ ਸਵਰਾਜ ਲਈ ਲੜਾਂਗੇ। ਇਹ ਉਹੀ ਸਵਰਾਜ ਹੈ ਜਿਹੜੀ 1906 ਦੇ ਵਿੱਚ ਕਾਂਗਰਸ ਨੇ ਪਹਿਲੀ ਵਾਰ ਡਿਮਾਂਡ ਕੀਤੀ ਸੀ ਦਾਦਾ ਭਾਈ ਨਰੋਜੀ ਦੇ ਪ੍ਰੈਜ਼ੀਡੈਂਟਸ਼ਿਪ ਦੇ ਵਿੱਚ, ਕਲੀਅਰ। ਚਲੋ ਜੀ ਹੁਣ ਇੱਥੇ ਕਾਂਗਰਸ ਤੇ ਮੁਸਲਿਮ ਲੀਗ ਇਕੱਠੇ ਹੋ ਗਏ, ਕਲੀਅਰ। ਤਾਂ ਇਹ ਤਾਂ ਸੀਗਾ ਸਭ ਤੋਂ ਪਹਿਲੀ ਰਿਐਕਸ਼ਨ ਜਿਹੜੀ ਆਪਾਂ ਪੜ੍ਹੀ ਸੀ ਕਿ ਕੁਝ ਲੋਕ ਹੋਣਗੇ ਜਿਹੜੇ ਕਹਿਣਗੇ ਕਿ ਅੰਗਰੇਜ਼ਾਂ ਦਾ ਸਾਥ ਦੇਣਾ। ਤਾਂ ਇਹਨਾਂ ਨੇ ਤਾਂ ਕੀ ਕਰ ਲਿਆ, ਲਖਨਊ ਪੈਕਟ ਕਰ ਲਿਆ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ ਸੈਕਿੰਡ ਰਿਐਕਸ਼ਨ ਦੀ। ਤਾਂ ਇੱਥੇ ਆਪਾਂ ਦੇਖ ਰਹੇ ਹਾਂ ਐਨੀ ਬੇਸੈਂਟ ਤੇ ਬੀਜੀ ਤਿਲਕ। ਹੁਣ ਇਹਨਾਂ ਦੀ ਰਿਐਕਸ਼ਨ ਕੀ ਸੀ? ਇਹਨਾਂ ਦੀ ਰਿਐਕਸ਼ਨ ਸੀ ਵੀ ਅੰਗਰੇਜ਼ ਜਿਹੜੇ ਨੇ ਉੱਥੇ ਬਿਜ਼ੀ ਨੇ, ਕੋਈ ਗੱਲ ਨਹੀਂ, ਅਸੀਂ ਇਹਨਾਂ ਨੂੰ ਜ਼ਿਆਦਾ ਕੁਝ ਨਹੀਂ ਕਰਦੇ, ਪਰ ਅਸੀਂ ਆਪਣੇ ਲੋਕਾਂ ਨੂੰ ਅਵੇਅਰ ਤਾਂ ਕਰਾਂਗੇ, ਆਪਣੇ ਲੋਕਾਂ ਨੂੰ ਸਵਰਾਜ, ਜੇ ਕਾਂਗਰਸ ਜਿਹਦੀ ਗੱਲ ਕਰ ਰਹੀ ਹੈ ਕਿ ਸਵਰਾਜ ਲੈਣਾ ਤਾਂ ਉਹ ਸਵਰਾਜ ਹੋਏਗਾ ਕੀ, ਕਿਵੇਂ ਦਾ ਸਵਰਾਜ ਹੋਏਗਾ, ਸਾਡੇ ਉਹਦੇ ਫਾਇਦੇ ਕੀ ਨੇ ਸਵਰਾਜ ਦੇ, ਇਹ ਲੋਕਾਂ ਨੂੰ ਦੱਸਿਆ ਤਾਂ ਜਾਏ। ਤਾਂ ਇਸ ਚੀਜ਼ ਲਈ ਹੀ ਆਪਾਂ ਦੇਖਾਂਗੇ ਮੂਵਮੈਂਟ ਸ਼ੁਰੂ ਹੋਏਗੀ, ਹੋਮ ਰੂਲ ਮੂਵਮੈਂਟ, ਠੀਕ ਹੈ ਜੀ। ਨਾਮ ਯਾਦ ਰੱਖਿਓ, ਹੋਮ ਰੂਲ ਮੂਵਮੈਂਟ ਕਦੋਂ ਸ਼ੁਰੂ ਹੋਏਗੀ? 1916 ਚ। ਦੋ ਬੰਦਿਆਂ ਦੇ ਨਾਮ, ਦੋ ਆਪਾਂ ਕਹਿ ਸਕਦੇ ਲੀਡਰਸ ਦੇ ਨਾਮ ਯਾਦ ਰੱਖਣੇ ਨੇ, ਐਨੀ ਬੇਸੈਂਟ ਤੇ ਬੀਜੀ ਤਿਲਕ, ਠੀਕ ਹੈ ਜੀ। ਬੀਜੀ ਤਿਲਕ ਉਹੀ ਨੇ ਜਿਹੜੇ ਐਕਸਟ੍ਰੀਮਿਸਟ ਸੀਗੇ
स्वदेशी मूवमेंट, जेल जाके 1914 ਦੇ ਵਿੱਚ ਵਾਪਿਸ ਆਣਗੇ ਤੇ ਆ ਕੇ ਫਿਰ ਤੋਂ ਮੂਵਮੈਂਟ ਲਾਂਚ ਕਰ ਰਹੇ ਨੇ ਕਿਹੜੀ 1916 ਦੇ ਵਿੱਚ ਹੋਮ ਰੂਲ ਮੂਵਮੈਂਟ। ਕਲੀਅਰ। ਚਲੋ ਜੀ, ਜੇ ਗੱਲ ਕਰੀਏ ਮੂਵਮੈਂਟ ਦੀ ਤਾਂ ਇਹਦੇ ਵਿੱਚ ਡਿਮਾਂਡ ਕਿਸ ਚੀਜ਼ ਦੀ ਕੀਤੀ ਜਾਏਗੀ, ਸੈਲਫ ਰੂਲ ਦੀ ਡਿਮਾਂਡ ਕੀਤੀ ਜਾਏਗੀ, ਸਵਰਾਜ ਦੀ ਡਿਮਾਂਡ ਕੀਤੀ ਜਾਏਗੀ। ਠੀਕ ਹੈ ਜੀ। ਹੁਣ ਇਹ ਸਵਰਾਜ ਕਿੱਥੋਂ ਦੀ ਕਨਸੈਪਟ ਆ ਰਿਹਾ ਹੈ, ਤਾਂ ਇਹ ਸਵਰਾਜ ਦਾ ਕਨਸੈਪਟ ਜਿਹੜਾ ਸੀ ਨਾ ਇਹ ਆਇਰਲੈਂਡ 'ਚ ਆ ਚੁੱਕਿਆ ਸੀ। ਠੀਕ ਹੈ ਜੀ, ਇੱਥੇ ਹੋ ਗਿਆ ਸੀ। ਹੁਣ ਜੇ ਸਵਰਾਜ ਨੂੰ ਥੋੜਾ ਜਿਹਾ ਆਪਾਂ ਹੋਰ ਗੱਲ ਕਰੀਏ ਨਾ ਡਿਸਕਸ ਕਰਨ ਦੀ, ਤਾਂ ਦੇਖੋ ਸਵਰਾਜ ਦਾ ਮਤਲਬ ਇਹ ਨਹੀਂ ਕਿ ਇੰਡੀਪੈਂਡੈਂਸ, ਆਜ਼ਾਦੀ ਨਹੀਂ, ਪੂਰੀ ਆਜ਼ਾਦੀ ਨਹੀਂ, ਆਜ਼ਾਦੀ ਚਾਹੀਦੀ ਆਪਾਂ ਨੂੰ। ਠੀਕ ਹੈ ਜੀ। ਸਵਰਾਜ ਦਾ ਮਤਲਬ ਹੋਏਗਾ ਕਿ ਜਿਹੜੀ ਇੰਡੀਆ ਦਾ ਜਿਹੜਾ ਹੈਡ ਹੋਏਗਾ ਉਹ ਤਾਂ ਇੱਕ ਕੀ ਹੋ ਸਕਦਾ ਹੈ, ਬ੍ਰਿਟਿਸ਼ਰਸ ਹੋ ਸਕਦੇ ਨੇ, ਕੋਈ ਵੀ ਇੱਕ ਬ੍ਰਿਟਿਸ਼ ਕਰਾਊਨ, ਜਿਵੇਂ ਬ੍ਰਿਟਿਸ਼ ਦੀ ਕੁਈਨ ਹੈ ਉਹ ਹੈਡ ਹੋਏਗੀ ਇੰਡੀਆ ਦੀ। ਠੀਕ ਹੈ ਜੀ। ਪਰ ਜਿਹੜੀ ਨੀਚੇ ਗਵਰਨਮੈਂਟ ਹੋਏਗੀ ਨਾ ਉਹ ਇੰਡੀਅਨਸ ਦੀ ਹੈ, ਜਿਹੜੀ ਗਵਰਨਮੈਂਟ ਹੋਏਗੀ ਉਹ ਇੰਡੀਅਨਸ ਦੀ ਹੈ। ਮਤਲਬ ਕਿ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਕਿ ਰਿਸਪੌਂਸਿਬਿਲਿਟੀ ਹੈ, ਕੋਈ ਵੀ ਇੰਡੀਆ ਲਈ ਕੰਮ ਕਰਨਾ ਹੈ ਉਹ ਇੰਡੀਅਨਸ ਕਰਨਗੇ, ਇੰਡੀਅਨਸ ਹੀ ਸੋਚਣਗੇ ਕਿ ਅਸੀਂ ਅੱਗੇ ਕੀ ਕਰਨਾ ਹੈ, ਅਸੀਂ ਅੱਗੇ ਕੀ ਨਹੀਂ ਕਰਨਾ। ਪਰ ਜੇ ਤੁਸੀਂ ਉੱਪਰ ਹੈਡ ਰਹਿਣਾ ਚਾਹੁੰਦੇ ਹੋ ਵੀ ਤੁਸੀਂ ਹੈਗੇ ਇੰਡੀਅਨਸ ਹੈਗੇ ਤੁਹਾਡੇ ਅੰਡਰ ਨੇ, ਠੀਕ ਹੈ ਜੀ, ਪਰ ਇੰਡੀਅਨਸ ਆਪਣਾ ਜਿਹੜੀ ਚੀਜ਼ ਹੈ ਉਹ ਆਪ ਕਰਨਗੇ। ਇਸ ਚੀਜ਼ ਨੂੰ ਕੀ ਕਿਹਾ ਜਾ ਰਿਹਾ, ਸਵਰਾਜ ਕਿਹਾ ਜਾ ਰਿਹਾ। ਅੱਗੇ ਜਾ ਕੇ ਆਪਾਂ ਇੱਕ ਵਰਡ ਪੜਾਂਗੇ ਪੂਰਨ ਸਵਰਾਜ। ਪੂਰਨ ਸਵਰਾਜ ਦਾ ਮਤਲਬ ਹੋਏਗਾ ਕਿ ਹੁਣ ਬ੍ਰਿਟਿਸ਼ ਉੱਪਰ ਵੀ ਨਹੀਂ ਚਾਹੀਦੇ ਸਾਨੂੰ, ਅਸੀਂ ਅਲੱਗ ਤੋਂ ਬਿਲਕੁਲ ਇੰਡੀਪੈਂਡੈਂਸ, ਟੋਟਲ ਇੰਡੀਪੈਂਡੈਂਸ ਸਾਨੂੰ ਚਾਹੀਦੀ ਹੈ। ਕਲੀਅਰ। ਇੱਥੇ ਸੈਲਫ ਰੂਲ ਦੀ ਗੱਲ ਹੋ ਰਹੀ ਹੈ ਤਾਂ ਸਵਰਾਜ ਦੀ ਡਿਮਾਂਡ ਪਹਿਲੀ ਵਾਰ 1906 ਚ ਕੀਤੀ ਗਈ ਸੀ। ਤੇ ਜਿਹੜੀ ਸੈਲਫ ਰੂਲ ਵਾਲਾ ਆਪਾਂ ਗੱਲ ਕਰਾਂਗੇ ਤਾਂ ਇਹ ਕਨਸੈਪਟ ਕਿੱਥੋਂ ਦੀ ਆਇਆ, ਆਇਰਲੈਂਡ ਤੋਂ ਆਇਆ। ਠੀਕ ਹੈ ਜੀ। ਜੇ ਆਪਾਂ ਗੱਲ ਕਰਾਂਗੇ ਐਨੀ ਬੇਸੈਂਟ ਦੀ, ਤਾਂ ਐਨੀ ਬੇਸੈਂਟ ਵੀ ਇੱਕ ਆਇਰਿਸ਼ ਲੇਡੀ ਸੀ। ਠੀਕ ਹੈ ਜੀ। ਆਪਾਂ ਹੋਰ ਐਨੀ ਬੇਸੈਂਟ ਬਾਰੇ ਕਿੱਥੋਂ ਪੜ੍ਹਿਆ, ਸੋਸ਼ੋ ਰਿਲੀਜੀਅਸ ਮੂਵਮੈਂਟਸ ਦੇ ਵਿੱਚ ਆਪਾਂ ਥੀਓਸੋਫਿਕਲ ਸੁਸਾਇਟੀ ਪੜ੍ਹੀ ਸੀ, ਤੁਹਾਨੂੰ ਯਾਦ ਹੋਵੇ। ਸੋਸ਼ਲ ਰਿਲੀਜੀਅਸ ਮੂਵਮੈਂਟ ਦੇ ਵਿੱਚ ਥੀਓਸੋਫਿਕਲ ਜਿਹੜੀ ਸੁਸਾਇਟੀ ਸੀ ਜਿਹੜੀ ਯੂਐਸ 'ਚ ਬਣੇ ਸੀ। ਠੀਕ ਹੈ ਜੀ। ਯੂਐਸਏ 'ਚ ਬਣੀ ਸੀ, ਜਿਹਦੇ ਫਾਊਂਡਰ ਸੀਗੇ ਮੈਡਮ ਬਲਵੈਸਕੀ ਤੇ ਕਰਨਲ ਔਲਕਟ। ਮੈਂ ਤੁਹਾਨੂੰ ਦੱਸਿਆ ਸੀ ਕਿ ਇੰਡੀਆ ਦੇ ਵਿੱਚ ਇਹਨਾਂ ਦਾ ਹੈੱਡਕੁਆਟਰਸ ਕਿੱਥੇ ਹੋਣਗੇ, ਮਦਰਾਸ 'ਚ ਹੋਣਗੇ, ਪਰ ਇੰਡੀਆ 'ਚ ਫਾਊਂਡ ਨਹੀਂ ਹੋਈ, ਨਾ ਹੀ ਐਨੀ ਬੇਸੈਂਟ ਇਹਦੇ ਫਾਊਂਡਰ ਹੋਣਗੇ। ਪਰ ਐਨੀ ਬੇਸੈਂਟ ਦੇ ਟਾਈਮ ਤੇ ਥੀਓਸੋਫਿਕਲ ਸੁਸਾਇਟੀ ਜਿਹੜੀ ਹੈ ਕਾਫੀ ਜ਼ਿਆਦਾ ਕੀ ਹੋਏਗੀ, ਪਪੂਲਰ ਹੋਏਗੀ। ਠੀਕ ਹੈ ਜੀ। ਇਹ ਉਹ ਐਨੀ ਬੇਸੈਂਟ ਹੈ। ਹੁਣ ਐਨੀ ਬੇਸੈਂਟ ਇੰਡੀਆ 'ਚ ਆ ਕੇ ਕੀ ਕਰਨਗੇ, ਹੋਮ ਰੂਲ ਮੂਵਮੈਂਟ ਸ਼ੁਰੂ ਕਰ ਰਹੇ ਨੇ। ਹੁਣ ਦੇਖੋ ਜੀ, ਹੋਮ ਰੂਲ ਮੂਵਮੈਂਟ ਸ਼ੁਰੂ ਕਰਨ ਲਈ ਦੋ ਅਲੱਗ-ਅਲੱਗ ਲੀਗਸ ਬਣਾਈ ਜਾਣਗੀਆਂ। ਜੇ ਗੱਲ ਕਰੀਏ ਕਿ ਲੋਕਾਂ ਨੂੰ ਕੀ ਕਰਨਾ, ਇੱਥੇ ਲੋਕਾਂ ਨੂੰ ਜਾਗਰੂਕ ਕਰਨਾ ਹੈ, ਤਾਂ ਦੋ ਅਲੱਗ-ਅਲੱਗ ਲੀਗ ਬਣਾਉਣਗੇ। ਇੱਕ ਲੀਗ ਦੇ ਆਪਾਂ ਕਹਿ ਸਕਦੇ ਹਾਂ ਕਿ ਹੈੱਡ ਕੌਣ ਹੋਣਗੇ, ਇੱਕ ਪਾਸੇ ਹੈੱਡ ਹੋਣਗੇ ਵਿਜੇ ਤਿਲਕ। ਇਹਨਾਂ ਨੂੰ ਕਿਹਾ ਜਾਏਗਾ ਕਿ ਇੰਨਾ ਏਰੀਆ ਤੁਹਾਡੇ ਕੋਲ ਹੈ ਜੀ, ਇਹਦੇ ਵਿੱਚ ਲੋਕਾਂ ਨੂੰ ਤੁਸੀਂ ਜਿਹੜਾ ਲੋਕਾਂ ਦਾ ਸਵਰਾਜ ਹੈ, ਸੈਲਫ ਰੂਲ ਹੈ, ਉਹਦੇ ਬਾਰੇ ਅਵੇਅਰ ਕਰੋ। ਨਿਊਜ਼ਪੇਪਰ ਲਓ, ਪੈਨਫਲੇਟ ਲਓ, ਜਿਵੇਂ ਮਰਜ਼ੀ ਕਰਕੇ ਲੋਕਾਂ ਨੂੰ ਅਵੇਅਰ ਕਰੋ, ਪਿੰਡਾਂ 'ਚ ਜਾ ਕੇ ਚਾਹੇ ਰੈਲੀਆਂ ਕਰੋ, ਪਰ ਲੋਕਾਂ ਨੂੰ ਅਵੇਅਰ ਕਰੋ ਇਸ ਬਾਰੇ ਕੀ ਹੁੰਦਾ ਕੀ ਹੈ, ਕਿ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਕਾਂਗਰਸ ਦੇ, ਤਾਂ ਇਹ ਚੱਲਦਾ ਕੀ ਹੈ, ਸਵਰਾਜ ਦਾ ਮਤਲਬ ਕੀ ਹੈ, ਸੈਲਫ ਰੂਲ ਦਾ। ਕਲੀਅਰ। ਇਹਦੇ ਫਾਇਦੇ ਕੀ ਨੇ। ਦੂਜੇ ਪਾਸੇ ਆਪਾਂ ਦੇਖਾਂਗੇ ਕਿ ਐਨੀ ਬੇਸੈਂਟ ਜਿਹੜੇ ਨੇ ਇਹ ਕੀ ਕਰਨਗੇ, ਆਪਣੀ ਇੱਕ ਅਲੱਗ ਤੋਂ ਲੀਗ ਬਣਾਉਣਗੇ ਤੇ ਇਹਨਾਂ ਦੇ ਕੋਲ ਅਲੱਗ ਤੋਂ ਏਰੀਆ ਹੋਏਗਾ, ਏਰੀਆ ਅਲੱਗ-ਅਲੱਗ ਵੰਡੇ ਹੋਣਗੇ ਇਹਨਾਂ ਨੇ। ਠੀਕ ਹੈ ਜੀ। ਦੋਨਾਂ ਦੀ ਹੀ ਲੀਗਸ ਦੇ ਏਰੀਆ ਕੀ ਨੇ, ਅਲੱਗ-ਅਲੱਗ ਤੋਂ ਵੰਡੇ ਹੋਣਗੇ। ਕਲੀਅਰ। ਚਲੋ ਜੀ, ਜੇ ਆਪਾਂ ਗੱਲ ਕਰਦੇ ਬੀਜੀ ਤਿਲਕ ਦੀ, ਤਾਂ ਇਹ ਆਪਣੀ ਲੀਗ ਬਣਾਉਣਗੇ ਅਪ੍ਰੈਲ 1916 ਦੇ ਵਿੱਚ। ਠੀਕ ਹੈ ਜੀ। ਇਹਨਾਂ ਕੋਲ ਏਰੀਆ ਧਿਆਨ ਰੱਖਿਓ ਜੀ, ਮਹਾਰਾਸ਼ਟਰ, ਸੈਂਟਰਲ ਪ੍ਰੋਵਿੰਸਿਸ, ਕਰਨਾਟਕਾ, ਪਲੱਸ ਇਹਨਾਂ ਕੋਲ ਬੰਬੇ ਨਹੀਂ ਹੈਗਾ। ਜਗ੍ਹਾ ਦਾ ਯਾਦ ਰੱਖ ਲਿਓ ਨਾਮ, ਬੰਬੇ ਜਿਹੜਾ ਸੀ ਏਰੀਆ ਐਨੀ ਬੇਸੈਂਟ ਦੀ ਲੀਗ ਨੇ ਕਵਰ ਕੀਤਾ ਹੋਇਆ ਸੀ। ਮਹਾਰਾਸ਼ਟਰ ਵਾਲਾ ਏਰੀਆ ਜਿਹੜਾ ਸੀਗਾ ਸਾਰਾ, ਕਰਨਾਟਕਾ ਹੋ ਗਿਆ, ਸੈਂਟਰਲ ਪ੍ਰੋਵਿੰਸ ਹੋ ਗਿਆ, ਬਿਰਾਰ ਵਾਲਾ ਏਰੀਆ, ਇਹ ਸਾਰਾ ਬੀਜੀ ਤਿਲਕ ਦੀ ਲੀਗ ਜਿਹੜੀ ਆ ਉੱਥੇ ਕੀ ਕਰੇਗੀ, ਅਵੇਅਰਨੈਸ ਲੈ ਕੇ ਆਏਗੀ। ਕਲੀਅਰ। ਇਸ ਚੀਜ਼ ਨੂੰ ਆਪਾਂ ਕੀ ਕਹਿ ਰਹੇ ਹਾਂ, ਹੋਮ ਰੂਲ ਮੂਵਮੈਂਟ ਕਹਿ ਰਹੇ ਹਾਂ। ਦੂਜੇ ਪਾਸੇ ਜੇ ਆਪਾਂ ਗੱਲ ਕਰਾਂਗੇ ਐਨੀ ਬੇਸੈਂਟ, ਤਾਂ ਐਨੀ ਬੇਸੈਂਟ ਦਾ ਯਾਦ ਰੱਖਿਓ ਏਰੀਆ ਇਹਨਾਂ ਕੋਲ ਮਦਰਾਸ ਹੈ, ਇਹਨਾਂ ਕੋਲ ਬੰਬੇ ਵੀ ਹੈ। ਠੀਕ ਹੈ ਜੀ। ਕਿਉਂਕਿ ਕਈ ਵਾਰ ਆਪਾਂ ਕੀ ਕਰਦੇ ਹਾਂ, ਮਹਾਰਾਸ਼ਟਰ ਜਿਹੜਾ ਸੀਗਾ ਬੀਜੀ ਤਿਲਕ ਕੋਲ ਸੀ, ਤਾਂ ਮਹਾਰਾਸ਼ਟਰ ਦੇ ਵਿੱਚ ਹੀ ਬੰਬੇ ਹੋਏਗਾ, ਤਾਂ ਬੰਬੇ ਵੀ ਬੀਜੀ ਤਿਲਕ ਹੀ ਬੱਚੇ ਸੋਚ ਲੈਂਦੇ ਨੇ, ਤਾਂ ਇਹ ਨਾ ਸੋਚਿਓ। ਬਸ ਇੱਕ ਐਕਸੈਪਸ਼ਨ ਹੈ ਬੰਬੇ ਦੀ, ਉਹ ਯਾਦ ਰੱਖਣੀ ਹੈ, ਬਾਕੀ ਈਜ਼ੀ ਹੈ। ਕਲੀਅਰ। ਐਨੀ ਬੇਸੈਂਟ ਦੇ ਨਾਲ ਰਿਲੇਟਡ ਹੋਰ ਇੱਕ ਅੱਧਾ ਫੈਕਟ ਪੰਜਾਬ ਦੇ ਪੇਪਰ ਵਾਸਤੇ ਜੇ ਗੱਲ ਕਰੀਏ, ਤਾਂ ਦੇਖੋ ਜੀ, ਕਾਂਗਰਸ ਦੀ ਜੇ ਗੱਲ ਕਰਦੇ ਹਾਂ ਨਾ ਆਪਾਂ, ਕਿ ਕਾਂਗਰਸ ਦੀ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਹਾਂ, ਤਾਂ ਐਨੀ ਬੇਸੈਂਟ ਕੀ ਹੋਣਗੇ, ਐਨੀ ਬੇਸੈਂਟ ਯਾਦ ਰੱਖਿਓ ਫਸਟ ਵਿਮਨ ਪ੍ਰੈਜ਼ੀਡੈਂਟ, ਫਸਟ ਵਿਮਨ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਉਹ ਕੌਣ ਹੋਣਗੇ, ਐਨੀ ਬੇਸੈਂਟ ਜੀ ਹੋਣਗੇ। ਠੀਕ ਹੈ ਜੀ। ਐਨੀ ਬੇਸੈਂਟ ਫਸਟ ਫਸਟ ਵਿਮਨ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ। ਠੀਕ ਹੈ ਜੀ। ਇੰਡੀਅਨ ਨਹੀਂ ਸੀਗੇ, ਆਇਰਿਸ਼ ਸੀਗੇ, ਪਹਿਲੀ ਫੀਮੇਲ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਬਣ ਗਈ ਇੰਡੀਅਨ ਨੈਸ਼ਨਲ ਕਾਂਗਰਸ ਦੀ, ਐਨੀ ਬੇਸੈਂਟ 1917 ਦੇ ਵਿੱਚ। ਠੀਕ ਹੈ ਜੀ। ਮੂਵਮੈਂਟ ਸ਼ੁਰੂ ਹੋਏਗੀ 1916 ਚ, ਤਾਂ 1917 ਦੇ ਵਿੱਚ ਇਹ ਕੀ ਬਣ ਜਾਣਗੇ, ਪ੍ਰੈਜ਼ੀਡੈਂਟ ਬਣਾਈ ਜਾਣਗੇ। ਜੇ ਗੱਲ ਕਰੀਏ ਕਿ ਪਹਿਲੀ ਇੰਡੀਅਨ, ਕਿਉਂਕਿ ਇੰਡੀਅਨ ਨਹੀਂ ਸੀ, ਆਇਰਿਸ਼ ਸੀਗੀ, ਜੇ ਕਈ ਵਾਰ ਪੁੱਛ ਲਿੱਤਾ ਜਾਂਦਾ ਕਿ ਪਹਿਲੀ ਇੰਡੀਅਨ ਵੀਮਨ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰੈਜ਼ੀਡੈਂਟ ਬਣ ਗਈ, ਤਾਂ ਉਹਦਾ ਨਾਮ ਯਾਦ ਰੱਖ ਲਿਓ, ਸਰੋਜਨੀ ਨਾਇਡੂ। ਠੀਕ ਹੈ ਜੀ। ਇਹ ਆਪਾਂ ਇਹਨਾਂ ਬਾਰੇ ਅੱਗੇ ਹੀ ਪੜਾਂਗੇ। ਚਲੋ ਜੀ, ਗੱਲ ਕਰਦੇ ਹਾਂ ਜੀ ਹੋਮ ਰੂਲ ਮੂਵਮੈਂਟ ਦੀ। ਤਾਂ ਵਧੀਆ ਮੂਵਮੈਂਟ ਚੱਲ ਰਹੀ ਹੈ। ਬੀਜੀ ਤਿਲਕ ਦੀ ਲੀਗ ਜਿਹੜੀ ਹੈ, ਐਨੀ ਬੇਸੈਂਟ ਦੀ ਲੀਗ ਜਿਹੜੀ ਹੈ, ਇਹ ਆਪਸ 'ਚ ਜੇ ਆਪਾਂ ਗੱਲ ਕਰਾਂਗੇ ਏਰੀਆ ਇਹਨਾਂ ਨੇ ਡਿਵਾਈਡ ਕਰ ਲਿਆ ਤੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ। ਠੀਕ ਹੈ ਜੀ। ਅਵੇਅਰਨੈਸ ਹੋ ਰਹੀ ਹੈ, ਕੋਈ ਵੱਡੀ ਮੂਵਮੈਂਟ ਨਹੀਂ ਚੱਲ ਰਹੀ।
ਪਰ ਨੈਕਸਟ ਦੇਖਾਂਗੇ ਆਪਾਂ ਇਹਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਕਾਂਗਰਸ, ਜੇ ਕਾਂਗਰਸ ਦੀ ਗੱਲ ਕਰਾਂਗੇ ਤਾਂ ਕਾਂਗਰਸ ਐਕਟਿਵਲੀ ਇਹਦੇ 'ਚ ਵੀ ਸਪੋਰਟ ਨਹੀਂ ਕਰ ਰਹੀ। ਕਾਂਗਰਸ ਸਵਦੇਸ਼ੀ ਮੂਵਮੈਂਟ 'ਚ ਐਕਟਿਵਲੀ ਸਪੋਰਟ ਨਹੀਂ ਕੀਤਾ ਉਹਨਾਂ ਨੇ, ਹੋਮ ਰੂਲ ਮੂਵਮੈਂਟ ਦੇ ਵਿੱਚ ਵੀ ਐਕਟਿਵਲੀ ਸਪੋਰਟ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਕਾਂਗਰਸ ਜਿਹੜੀ ਹੈ ਕਿਤੇ ਨਾ ਕਿਤੇ ਕਹਿ ਚੁੱਕੀ ਹੈ ਕਿ ਅਸੀਂ ਬ੍ਰਿਟਿਸ਼ਰਸ ਦਾ ਸਾਥ ਦੇਵਾਂਗੇ, ਵਰਲਡ ਵਾਰ ਚੱਲ ਰਿਹਾ, ਅਸੀਂ ਤਾਂ ਅੰਗਰੇਜ਼ਾਂ ਦਾ ਸਾਥ ਦੇਵਾਂਗੇ, ਅਸੀਂ ਜਿਹੜੀ ਹੈ ਕੋਈ ਮੂਵਮੈਂਟ ਲਾਂਚ ਨਹੀਂ ਕਰਾਂਗੇ। ਕਲੀਅਰ? ਚਲੋ ਜੀ ਨੈਕਸਟ ਗੱਲ ਕਰਦੇ ਹਾਂ ਹੁਣ ਬ੍ਰਿਟਿਸ਼ਰਸ ਦਾ ਰਿਸਪੌਂਸ ਕੀ ਹੋਏਗਾ ਇਹਦੇ 'ਚ। ਹੁਣ ਅੰਗਰੇਜ਼ ਜਿਹੜੇ ਨੇ ਇੱਕ ਜਗ੍ਹਾ ਉਹ ਵਰਲਡ ਵਾਰ ਦੇ ਵਿੱਚ ਲੜ ਰਹੇ ਨੇ, ਦੂਜੇ ਪਾਸੇ ਉਹ ਦੇਖਣਗੇ ਕਿ ਇੰਡੀਆ ਦੇ ਵਿੱਚ ਚੱਲ ਕੀ ਰਿਹਾ, ਤਾਂ ਦੇਖ ਰਹੇ ਨੇ ਹੋਮ ਰੂਲ ਮੂਵਮੈਂਟ ਚੱਲ ਰਹੀ ਹੈ। ਕੌਣ ਇਹਨੂੰ ਚਲਾ ਰਿਹਾ ਜੀ? ਇੱਕ ਪਾਸੇ ਐਨੀ ਬੇਸੈਂਟ ਹੈ, ਇੱਕ ਪਾਸੇ ਬੀਜੀ ਤਿਲਕ। ਕਹਿਣਗੇ ਦੇਖੋ ਜੀ ਇੱਕ ਪਾਸੇ ਤਾਂ ਅਸੀਂ ਵਰਲਡ ਵਾਰ 1 ਦੇ ਵਿੱਚ ਲੜ ਰਹੇ ਹਾਂ, ਦੂਜੇ ਪਾਸੇ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿ ਸਾਡਾ ਰੂਲ ਕਿਉਂ ਹੋਣਾ ਚਾਹੀਦਾ, ਅੰਗਰੇਜ਼ਾਂ ਨੂੰ ਕਿਉਂ ਬਾਹਰ ਕੱਢੋ ਇੱਥੋਂ ਦੀ। ਤਾਂ ਕਿਤੇ ਨਾ ਕਿਤੇ ਅੰਗਰੇਜ਼ ਜਿਹੜੇ ਨੇ ਉਹ ਸਪਰੈਸ਼ਨ ਲੈ ਕੇ ਆਣਗੇ। ਜੇ ਗੱਲ ਕਰੀਏ ਬਲ ਦਾ ਪ੍ਰਯੋਗ ਕਰਨਗੇ, ਉਹ ਕਾਫੀ ਜਲਦੀ ਇਸ ਮੂਵਮੈਂਟ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰਨਗੇ। ਠੀਕ ਹੈ ਜੀ। ਸੇਮ ਆਪਾਂ ਦੇਖਾਂਗੇ 1916 ਚ ਮੂਵਮੈਂਟ ਸ਼ੁਰੂ ਹੋਈ, 1917 ਦੇ ਵਿੱਚ ਹੀ ਐਨੀ ਬੇਸੈਂਟ ਨੂੰ ਤੇ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਫੋਲੋਅਰਸ ਨੂੰ ਅਰੈਸਟ ਕਰ ਲਿੱਤਾ ਗਿਆ। ਕਲੀਅਰ? ਇੱਥੇ ਐਨੀ ਬੇਸੈਂਟ ਦੇ ਫੋਲੋਅਰਸ ਨੂੰ ਅਰੈਸਟ ਕਰ ਲਿੱਤਾ ਗਿਆ। ਜੇ ਗੱਲ ਕਰਾਂਗੇ ਆਪਾਂ ਬੀਜੀ ਤਿਲਕ ਦੀ, ਤਾਂ ਬੀਜੀ ਤਿਲਕ ਨੂੰ ਪੰਜਾਬ ਤੇ ਦਿੱਲੀ ਵਾਲੇ ਏਰੀਆ 'ਚ ਆਉਣ ਤੋਂ ਕੀ ਕਰ ਦਿੱਤਾ ਗਿਆ? ਰਿਸਟ੍ਰਿਕਟ ਕਰਤਾ ਕਿ ਤੁਸੀਂ ਪੰਜਾਬ ਨਹੀਂ ਆਣਾ, ਦਿੱਲੀ ਨਹੀਂ ਆਣਾ। ਇਸ ਤੋਂ ਇਲਾਵਾ ਹੁਣ ਦੇਖੋ ਕੋਈ ਵੀ ਮੂਵਮੈਂਟ ਹੁੰਦੀ ਹੈ, ਜੇ ਆ ਮੂਵਮੈਂਟ ਸੀ ਆਪਣੀ ਹੋਮ ਰੂਲ ਮੂਵਮੈਂਟ, ਤਾਂ ਇਹਦੇ ਕੀ ਸੀਗੇ? 2 ਲੀਡਰ ਸੀ, ਇੱਕ ਐਨੀ ਬੇਸੈਂਟ ਸੀ, ਬੀਜੀ ਤਿਲਕ ਸੀ। ਐਨੀ ਬੇਸੈਂਟ ਨੂੰ ਅਰੈਸਟ ਕਰ ਲਿਆ। ਹੁਣ ਕਿਤੇ ਨਾ ਕਿਤੇ ਜਿਹੜੀ ਮੂਵਮੈਂਟ ਹੈ ਇਹ ਨੀਚੇ ਆਣਾ ਸ਼ੁਰੂ ਹੋ ਜਾਏਗੀ। ਜੇ ਗੱਲ ਕਰੀਏ ਬੀਜੀ ਤਿਲਕ ਦੀ, ਤਾਂ ਬੀਜੀ ਤਿਲਕ ਜਿਹੜੇ ਨੇ ਇਹਨਾਂ ਨੂੰ ਲੰਡਨ ਜਾਣਾ ਪਏਗਾ। ਜਦੋਂ ਇਹ ਲੰਡਨ ਜਾਣਗੇ, ਕਿਉਂ ਜਾਣਗੇ ਲੰਡਨ? ਤਾਂ ਆਪਾਂ ਦੇਖਾਂਗੇ ਇੱਕ ਬੁੱਕ ਲਿਖੀ ਜਾਏਗੀ ਲੰਡਨ ਦੇ ਵਿੱਚ ਜਿਹਦਾ ਨਾਮ ਹੋਏਗਾ ਇੰਡੀਅਨ ਅਨਰੈਸਟ। ਠੀਕ ਹੈ ਜੀ। ਬਹੁਤ ਵਾਰ ਬੁੱਕ ਪੁੱਛੀ ਜਾ ਚੁੱਕੀ ਹੈ, ਤਾਂ ਨਾਮ ਯਾਦ ਰੱਖਿਓ। ਇੰਡੀਅਨ ਅਨਰੈਸਟ ਬੁੱਕ ਜਿਹੜੀ ਹੈ ਕਿਹਨਾਂ ਨੇ ਲਿਖੀ ਸੀ? ਇਹ ਬੁੱਕ ਲਿਖੀ ਹੈ ਬਾਏ ਵੈਲੈਂਟਾਈਨ ਕਰੋਲ। ਬੁੱਕ ਹੈ ਵੈਲੈਂਟਾਈਨ ਕਰੋਲ ਦੀ ਬੁੱਕ ਹੈ ਇੰਡੀਅਨ ਅਨਰੈਸਟ। ਤੇ ਇਸ ਬੁੱਕ ਦੇ ਵਿੱਚ ਲਿਖਿਆ ਗਿਆ ਸੀ ਕਿ ਇੰਡੀਆ ਦੇ ਵਿੱਚ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਕਿ ਵਾਇਲੈਂਸ ਹੋ ਰਹੀ ਹੈ, ਜਿੰਨੇ ਵੀ ਪ੍ਰੋਟੈਸਟ ਹੋ ਰਹੇ ਨੇ, ਉਹਦਾ ਇੱਕੋ ਇੱਕ ਕਾਰਨ ਹੈ ਬੀਜੀ ਤਿਲਕ। ਤਾਂ ਬੀਜੀ ਤਿਲਕ ਜਿਹੜੇ ਨੇ ਕੇਸ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਵੈਲੈਂਟਾਈਨ ਕਰੋਲ ਦੇ ਅਗੇਂਸਟ ਕਰਨ ਲੰਡਨ ਜਾਣਗੇ। ਪਰ ਇਹਦੇ 'ਚ ਹੋਏਗਾ ਕਿ ਆਪਾਂ ਦੇਖਾਂਗੇ ਕਿ ਉਹ ਮੂਵਮੈਂਟ ਜਿਹੜੀ ਚੱਲ ਰਹੀ ਹੈ, ਹੋਮ ਰੂਲ ਮੂਵਮੈਂਟ ਜਿਹੜੀ ਚੱਲ ਰਹੀ ਹੈ, ਐਨੀ ਬੇਸੈਂਟ ਨੂੰ ਅਰੈਸਟ ਕਰ ਲਿਆ, ਬੀਜੀ ਤਿਲਕ ਲੰਡਨ ਚਲੇ ਗਏ, ਤਾਂ ਕਿਤੇ ਨਾ ਕਿਤੇ ਜਿਹੜੀ ਮੂਵਮੈਂਟ ਹੈ ਇਹ ਲੀਡਰਲੈਸ ਮੂਵਮੈਂਟ ਹੋ ਗਈ। ਪਹਿਲਾਂ ਹੀ ਇਹਦੇ ਵਿੱਚ ਸਿਰਫ ਤੁਸੀਂ ਅਵੇਅਰਨੈਸ ਹੀ ਕਰਨੀ ਸੀ, ਤਾਂ ਤੁਸੀਂ ਇਹ ਦੇਖੋਗੇ ਮੂਵਮੈਂਟ ਜਿਹੜੀ ਹੈ ਇਹ ਡਿਕਲਾਈਨ ਹੋ ਜਾਏਗੀ। ਕਲੀਅਰ? ਚਲੋ ਜੀ ਨੈਕਸਟ ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਕਾਂਗਰਸ ਕਿਉਂ ਨਹੀਂ ਸੀ ਸਪੋਰਟ ਕਰ ਰਹੀ ਇਹਨੂੰ? ਕਾਂਗਰਸ ਤਾਂ ਨਹੀਂ ਸੀ ਸਪੋਰਟ ਕਰ ਰਹੀ ਇਹਨੂੰ ਕਿਉਂਕਿ ਕਾਂਗਰਸ ਨੂੰ ਫਿਰ ਤੋਂ ਕੀ ਦਿਖ ਰਿਹਾ ਸੀ? ਕਿਤੇ ਨਾ ਕਿਤੇ ਕਾਂਗਰਸ ਨੂੰ ਦਿਖ ਰਿਹਾ ਸੀ ਕੈਰਟ। ਕਿਉਂਕਿ ਤੁਹਾਨੂੰ ਪਤਾ ਹੈ ਕਿ ਕਾਂਗਰਸ ਨੂੰ ਤਾਂ ਅੰਗਰੇਜ਼ ਜਿਹੜੇ ਨੇ ਕੈਰਟ ਦਿਖਾ ਕੇ ਰੱਖਣਗੇ। ਪਹਿਲਾਂ ਸਵਦੇਸ਼ੀ ਮੂਵਮੈਂਟ ਦੇ ਵਿੱਚ 1909 ਦੇ ਰਿਫਾਰਮਸ ਦਿਖਾ ਦਿੱਤੇ ਗਏ ਸੀ। ਜੇ ਗੱਲ ਕਰਾਂਗੇ ਹੁਣ ਤਾਂ 1917 ਦੇ ਵਿੱਚ ਮੌਂਟੈਗਿਊ ਡੈਕਲੇਰੇਸ਼ਨ ਆ ਜਾਏਗੀ, ਜਿਹਨੂੰ ਆਪਾਂ ਕੀ ਕਹਿੰਦੇ, ਜਿਹਨੂੰ ਕਹਿੰਦੇ ਆਪਾਂ ਅਗਸਤ ਡੈਕਲੇਰੇਸ਼ਨ ਵੀ ਕਹਿੰਦੇ, ਜਿਹਦੇ ਵਿੱਚ ਕਿਹਾ ਜਾਏਗਾ ਕਿ ਅੰਗਰੇਜ਼ ਬਹੁਤ ਖੁਸ਼ ਹੋ ਗਏ ਜੀ, ਇਹ ਤਾਂ ਤੁਹਾਨੂੰ ਹੁਣ ਹੋਰ ਰਿਫਾਰਮਸ ਦੇਣਗੇ ਤੇ ਕਹਿਣਗੇ ਜੀ ਗੱਲਾਂ ਚੱਲ ਰਹੀਆਂ ਕਿ ਸ਼ਾਇਦ ਹੋ ਸਕਦਾ ਤੁਹਾਨੂੰ ਸਵਰਾਜ ਹੀ ਦੇ ਦੇਣ। ਮਿਲੇਗਾ ਨਹੀਂ ਪਰ ਗੱਲਾਂ। ਤਾਂ ਕਿਤੇ ਨਾ ਕਿਤੇ ਜਿਹੜੇ ਮੋਡਰੇਟਸ ਨੇ ਉਹ ਆਪਣੇ ਆਪ ਨੂੰ, ਮੋਡਰੇਟਸ ਕਹਿ ਲਓ ਜਾਂ ਕਾਂਗਰਸ ਕਹਿ ਲਓ, ਉਹ ਆਪਣੇ ਆਪ ਨੂੰ ਇਸ ਮੂਵਮੈਂਟ ਤੋਂ, ਹੋਮ ਰੂਲ ਮੂਵਮੈਂਟ ਤੋਂ ਅਲੱਗ ਕਰ ਲੇਗੀ। ਕਲੀਅਰ? ਤਾਂ ਆਪਾਂ ਦੇਖਾਂਗੇ ਮੌਂਟੈਗਿਊ ਡੈਕਲੇਰੇਸ਼ਨ ਦੇ ਵਿੱਚ ਜਿਹੜੇ ਬ੍ਰਿਟੇਨ ਦੇ ਗੱਲ ਕਰੀਏ ਪ੍ਰਾਈਮ ਮਿਨਿਸਟਰ ਹੋਣਗੇ ਜੌਨ ਲॉयਡ, ਇਹ ਕੀ ਕਰਨਗੇ? ਮੌਂਟੈਗਿਊ ਨੂੰ ਸੈਕਟਰੀ ਆਫ ਸਟੇਟ ਬਣਾ ਦਿੱਤਾ ਜਾਏਗਾ। ਹੁਣ ਮੌਂਟੈਗਿਊ ਜਿਹੜੇ ਨੇ ਇਹਨਾਂ ਨੂੰ ਆਪਾਂ ਕਹਿ ਸਕਦੇ ਕਾਫੀ ਜ਼ਿਆਦਾ ਇਹਨਾਂ ਨੂੰ ਸਿੰਪੈਥੀ ਸੀ ਇੰਡੀਅਨਸ ਦੇ ਨਾਲ, ਤਾਂ ਇਹਨਾਂ ਨੂੰ ਕਿਹਾ ਗਿਆ ਚਲੋ ਤੁਸੀਂ ਐਵੇਂ ਕਰੋ ਇੱਕ ਰਿਪੋਰਟ ਬਣਾਓ ਇੰਡੀਅਨਸ ਨੂੰ ਕੀ ਰਿਫਾਰਮ ਦੇਣੇ ਚਾਹੀਦੇ ਨੇ, ਅਸੀਂ ਉਹੀ ਰਿਫਾਰਮਸ ਦੇ ਉੱਪਰ ਕੀ ਕਰਾਂਗੇ? ਐਕਟ ਬਣਾ ਕੇ ਇੰਡੀਅਨਸ ਨੂੰ ਰਿਫਾਰਮ ਦੇ ਦਾਂਗੇ। ਤਾਂ ਆਪਾਂ ਪਹਿਲਾ ਐਕਟ ਪੜਿਆ ਸੀਗਾ ਕਿਹੜਾ ਜੀ? ਮੋਰਲੇ ਮਿੰਟੋ ਰਿਫਾਰਮਸ 1909 ਦੇ ਵਿੱਚ। ਹੁਣ ਆਪਾਂ ਪੜਾਂਗੇ 1919 ਦੇ ਵਿੱਚ ਆਏਗਾ ਗਵਰਨਮੈਂਟ ਆਫ ਇੰਡੀਆ ਐਕਟ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਮੌਂਟੈਗਿਊ ਕਲੈਮਸਫਰਡ ਰਿਫਾਰਮਸ ਵੀ ਕਹਿੰਦੇ ਆ। ਕਲੀਅਰ? ਇਹ ਜਿਹੜੇ ਰਿਫਾਰਮਸ ਨੇ ਅਲੱਗ ਤੋਂ ਆਪਾਂ ਇੱਕ ਵੀਡੀਓ ਦੇ ਵਿੱਚ ਸਾਰੇ ਐਕਟ ਜਿਹੜੇ ਨੇ ਆਪਣੇ 1857 ਤੋਂ ਬਾਅਦ ਵਾਲੇ ਉਹ ਕੀ ਕਰਾਂਗੇ? ਡਿਸਕਸ ਕਰਾਂਗੇ। ਕਲੀਅਰ? ਚਲੋ ਜੀ ਤਾਂ ਮੂਵਮੈਂਟ ਜਿਹੜੀ ਸੀਗੀ 1916 ਸ਼ੁਰੂ ਹੋਈ, 1917 ਦੇ ਵਿੱਚ ਕਿਤੇ ਜਾ ਕੇ ਆਪਾਂ ਕਹਿ ਸਕਦੇ ਕਿ ਕੀ ਹੋਗੀ? ਕਾਫੀ ਜ਼ਿਆਦਾ ਡਿਕਲਾਈਨ ਹੋਗੀ, ਆਪਾਂ ਖਤਮ ਹੋਣ ਵਾਲੀ ਮੂਵਮੈਂਟ ਹੈ। ਕਲੀਅਰ? ਚਲੋ ਜੀ ਹੁਣ ਆਪਾਂ ਜੇ ਗੱਲ ਕਰ ਰਹੇ 1914 ਚ ਵਰਲਡ ਵਾਰ ਚੱਲ ਰਿਹਾ ਸੀ, 1914 ਤੋਂ ਲੈ ਕੇ ਆਪਾਂ 1917 ਤੱਕ ਆ ਗਏ ਕਿ ਇਹਦੇ ਵਿੱਚ ਆਪਾਂ ਕੁਝ ਚੀਜ਼ਾਂ ਮਿਸ ਕੀਤੀਆਂ? ਆਪਾਂ ਬਿਲਕੁਲ ਜੀ ਮਿਸ ਕੀਤਾ। ਆਪਾਂ ਜੇ ਗੱਲ ਕਰੀਏ ਆਪਣੇ ਆਜ਼ਾਦੀ ਦੇ, ਆਪਾਂ ਗੱਲ ਕਰੀਏ ਕਿ ਇੱਕ ਤਰ੍ਹਾਂ ਦੇ ਸੁਪਰ ਹੀਰੋ ਵੀ ਕਹਿ ਸਕਦੇ ਆਪਾਂ ਮਹਾਤਮਾ ਗਾਂਧੀ। ਤਾਂ ਮਹਾਤਮਾ ਗਾਂਧੀ ਜੀ ਕਿੱਧਰ ਨੇ? ਵਰਲਡ ਵਾਰ ਸ਼ੁਰੂ ਹੋ ਗਈ, ਹੋਮ ਰੂਲ ਮੂਵਮੈਂਟ ਸ਼ੁਰੂ ਹੋ ਗਈ, 1917 ਆ ਗਈ, ਗਾਂਧੀ ਜੀ ਤਾਂ ਅਜੇ ਤੱਕ ਆਏ ਨਹੀਂ। ਤਾਂ ਦੇਖੋ ਜੀ ਗਾਂਧੀ ਜੀ ਆਣਗੇ ਇੰਡੀਆ ਵਾਪਿਸ ਕਦੋਂ? 1915 ਦੇ ਵਿੱਚ। ਠੀਕ ਹੈ ਜੀ। ਕਿੱਥੋਂ ਦੀ ਆਣਗੇ ਗਾਂਧੀ ਜੀ ਵਾਪਸ? ਗਾਂਧੀ ਜੀ ਆਣਗੇ ਸਾਊਥ ਅਫਰੀਕਾ ਤੋਂ ਵਾਪਿਸ। ਸਾਊਥ ਅਫਰੀਕਾ ਤੋਂ 1915 ਦੇ ਵਿੱਚ ਗਾਂਧੀ ਜੀ ਵਾਪਿਸ ਆਣਗੇ ਇੰਡੀਆ। ਹੁਣ ਥੋੜੇ ਜਿਹਾ ਆਪਾਂ ਪੁਆਇੰਟਸ ਦੇਖ ਲੈਣੇ ਗਾਂਧੀ ਜੀ ਨਾਲ ਰਿਲੇਟਡ ਕਿ ਉਹ ਗਾਂਧੀ ਜੀ ਜਿਹੜੇ ਨੇ ਇਹ ਆਪਾਂ ਗੱਲ ਕਰੀਏ ਕਿ ਸਾਊਥ ਅਫਰੀਕਾ ਗਏ ਕਿਉਂ ਸੀ। ਕਲੀਅਰ? ਗੱਲ ਕਰਦੇ ਹਾਂ ਗਾਂਧੀ ਜੀ ਬਾਰੇ। ਗਾਂਧੀ ਜੀ 1915 ਦੇ ਵਿੱਚ ਇੰਡੀਆ ਵਾਪਿਸ ਆ ਰਹੇ ਨੇ। ਕਿੱਥੋਂ ਦੀ ਵਾਪਿਸ ਆ ਰਹੇ ਨੇ? ਤਾਂ ਆਪਾਂ ਪਹਿਲੇ ਵੀ ਡਿਸਕਸ ਕੀਤਾ ਸੀ, ਸਾਊਥ ਅਫਰੀਕਾ ਤੋਂ ਵਾਪਿਸ ਆ ਰਹੇ ਨੇ। ਹੁਣ ਕੁਐਸਚਨ ਇਹ ਬਣਦਾ ਕਿ ਸਾਊਥ ਅਫਰੀਕਾ ਗਾਂਧੀ ਜੀ ਕਰਨ ਕੀ ਗਏ ਸੀ?
ਤਾਂ ਦੇਖੋ ਜੀ ਗਾਂਧੀ ਜੀ ਦੀ ਗੱਲ ਕਰਾਂਗੇ ਤਾਂ ਗਾਂਧੀ ਜੀ ਕੀ ਸੀਗੇ, ਲਾਇਰ ਸੀਗੇ। ਠੀਕ ਹੈ ਜੀ। ਸਾਊਥ ਅਫਰੀਕਾ ਜਾਣਗੇ ਕਦੋਂ, ਤਾਂ ਆਪਾਂ ਦੇਖਾਂਗੇ 1893 ਦੇ ਵਿੱਚ। ਠੀਕ ਹੈ ਜੀ। ਪੰਜਾਬ ਦੇ ਕੁਐਸਚਨ ਫੈਕਚੁਅਲ ਬੇਸ ਆ ਜਾਂਦੇ ਨੇ, ਈਅਰ ਯਾਦ ਰੱਖ ਲਿਓ। ਗਾਂਧੀ ਜੀ ਕਦੋਂ ਸਾਊਥ ਅਫਰੀਕਾ ਜਾਣਗੇ, 1893 ਚ ਜਾਣਗੇ। ਠੀਕ ਹੈ ਜੀ। 1893 ਵਿੱਚ ਜਾਣਗੇ ਤੇ 1915 ਦੇ ਵਿੱਚ ਵਾਪਿਸ ਆ ਜਾਣਗੇ। ਹੁਣ ਗਾਂਧੀ ਜੀ ਲਾਇਰ ਸੀਗੇ ਤਾਂ ਉਹਨਾਂ ਨੂੰ ਕੀ ਮਿਲ ਗਿਆ ਸੀ ਸਾਊਥ ਅਫਰੀਕਾ ਦੇ ਵਿੱਚ, ਇੱਕ ਕੰਟਰੈਕਟ ਮਿਲ ਗਿਆ ਸੀਗਾ। ਠੀਕ ਹੈ ਜੀ। ਯਾਦ ਰੱਖਣਾ ਨਹੀਂ ਯਾਦ ਰੱਖਣਾ ਕਿ ਕਿਹਨਾਂ ਨੇ ਦਿੱਤਾ, ਬਸ ਸਿੰਪਲ ਯਾਦ ਰੱਖੋ ਕਿ ਗਾਂਧੀ ਜੀ ਸਾਊਥ ਅਫਰੀਕਾ 1893 ਚ ਗਏ ਸੀ। ਠੀਕ ਹੈ ਜੀ। ਪਰ ਉੱਥੇ ਜਾ ਕੇ ਹੋਏਗਾ ਕੀ, ਉੱਥੇ ਜਾ ਕੇ ਗਾਂਧੀ ਜੀ ਦੇਖਣਗੇ ਕਿ ਇੱਥੇ ਤਾਂ ਬਲੈਕ ਲੋਕ ਜਿਹੜੇ ਨੇ, ਠੀਕ ਹੈ ਜੀ, ਪਲੱਸ ਇੰਡੀਅਨ ਲੋਕ ਜਿਹੜੇ ਨੇ, ਇਹਨਾਂ ਦੇ ਉੱਪਰ ਤਾਂ ਕਾਫੀ ਜ਼ਿਆਦਾ ਜਿਹੜੇ ਨੇ ਬ੍ਰਿਟਿਸ਼ਰ ਜਿਹੜੇ ਨੇ ਗੋਰੇ ਨੇ ਡਿਸਕ੍ਰਿਮੀਨੇਸ਼ਨ ਕਰਦੇ ਨੇ, ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਭੇਦਭਾਵ ਕੀਤਾ ਜਾਂਦਾ ਹੈ। ਠੀਕ ਹੈ ਜੀ। ਸਭ ਤੋਂ ਪਹਿਲੀ ਵਾਰ ਗਾਂਧੀ ਜੀ ਜਿਹੜੇ ਇਹ ਚੀਜ਼ ਨੂੰ ਨੋਟਿਸ ਕਰਨਗੇ ਤਾਂ ਉਹਨਾਂ ਨਾਲ ਕੀ ਹੋਏਗਾ, ਜੇ ਆਪਾਂ ਦੇਖਾਂਗੇ ਉਹ ਟ੍ਰੇਨ 'ਚ ਜਾ ਰਹੇ ਹੁੰਦੇ ਨੇ। ਹੁਣ ਗਾਂਧੀ ਜੀ ਪੜ੍ਹੇ ਲਿਖੇ ਨੇ, ਲੰਡਨ ਤੋਂ ਪੜ੍ਹੇ ਨੇ, ਲਾਇਰ ਨੇ, ਉਹ ਟ੍ਰੇਨ 'ਚ ਜਾ ਰਹੇ ਨੇ, ਫਸਟ ਕਲਾਸ ਦੇ ਵਿੱਚ ਜਾ ਰਹੇ ਨੇ। ਠੀਕ ਹੈ ਜੀ। ਉਹ ਟ੍ਰੇਨ ਦੇ ਵਿੱਚ ਜਦੋਂ ਜਾ ਰਹੇ ਨੇ ਤਾਂ ਉਹਨਾਂ ਨੂੰ ਟ੍ਰੇਨ 'ਚੋਂ ਹੀ ਬਾਹਰ ਕੱਢ ਦਿੱਤਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕੀ ਹੋ, ਇੰਡੀਅਨ ਹੋ, ਤੁਸੀਂ ਤੁਹਾਡਾ ਰੰਗ ਜਿਹੜਾ ਹੈਗਾ, ਜੇ ਗੱਲ ਕਰੀਏ ਬਲੈਕ ਰੰਗ ਹੈ, ਬਰਾਊਨ ਰੰਗ ਹੈ ਤੁਹਾਡਾ, ਤੁਹਾਡੇ ਵਾਸਤੇ ਤਾਂ ਪਿੱਛੇ ਜਨਰਲ ਹੈ, ਤੁਸੀਂ ਫਸਟ ਕਲਾਸ 'ਚ ਬੈਠ ਹੀ ਨਹੀਂ ਸਕਦੇ। ਕਿਤੇ ਨਾ ਕਿਤੇ ਆਪਾਂ ਗੱਲ ਕਰਾਂਗੇ ਕਿ ਨਸਲੀ ਆਪਾਂ ਗੱਲ ਕਰਦੇ ਹਾਂ ਕਿ ਭੇਦਭਾਵ ਜਿਹੜਾ ਸੀਗਾ ਕੀਤਾ ਜਾ ਰਿਹਾ ਸੀ। ਠੀਕ ਹੈ ਜੀ। ਕਾਫੀ ਵਾਰ ਪੰਜਾਬ 'ਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਗਾਂਧੀ ਜੀ ਨੂੰ ਕਿਹੜੇ ਸਟੇਸ਼ਨ ਦੇ ਉੱਪਰ ਟ੍ਰੇਨ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ, ਤਾਂ ਨਾਮ ਯਾਦ ਰੱਖ ਲਿਓ, ਪੀਟਰ ਮੈਰੀਜ਼ਬਰਗ। ਠੀਕ ਹੈ ਜੀ। ਕਿੱਥੇ ਹੈ ਪੀਟਰ ਮੈਰੀਜ਼ਬਰਗ, ਸਾਊਥ ਅਫਰੀਕਾ 'ਚ ਹੈ। ਤਾਂ ਉੱਥੋਂ ਦੀ ਗਾਂਧੀ ਜੀ ਸ਼ੁਰੂ ਕਰਨਗੇ ਕੀ, ਹੁਣ ਗਾਂਧੀ ਜੀ ਕਹਿਣਗੇ ਕਿ ਦੇਖੋ ਇੱਥੇ ਹੁਣ ਮੈਂ ਕੀ ਕਰਾਂਗਾ, ਇੱਕ ਆਪਣੀ ਆਈਡੀਓਲੋਜੀ ਬਣਾਉਣਗੇ। ਇਹ ਜੋ ਵੀ ਡਿਸਕ੍ਰਿਮੀਨੇਸ਼ਨ ਚੱਲ ਰਹੀ ਹੈ, ਇਹ ਜੋ ਵੀ ਰੰਗ ਭੇਦ ਚੱਲ ਰਿਹਾ, ਇਹਦੇ ਅਗੇਂਸਟ ਗਾਂਧੀ ਜੀ ਉੱਥੋਂ ਸ਼ੁਰੂ ਕੀ ਕਰਨਗੇ, ਇੱਕ ਆਪਾਂ ਗੱਲ ਕਰਾਂਗੇ ਕਿ ਇੱਕ ਆਪਣੀ ਕਹਿ ਸਕਦੇ ਹਾਂ ਕਿ ਸੱਤਿਆਗ੍ਰਹਿ ਸ਼ੁਰੂ ਕਰਨਗੇ, ਇੱਕ ਆਪਣੀ ਮੂਵਮੈਂਟ ਸ਼ੁਰੂ ਕਰਨਗੇ, ਆਪਣੇ ਆਪ ਨੂੰ ਇਵੋਲਵ ਕਰਨਗੇ। ਠੀਕ ਹੈ ਜੀ। ਇੱਕ ਆਪਾਂ ਕਹਿ ਸਕਦੇ ਹਾਂ ਕਿ ਜੰਗ ਜੀ ਸ਼ੁਰੂ ਕਰਨਗੇ ਗੋਰਿਆਂ ਦੇ ਅਗੇਂਸਟ। ਠੀਕ ਹੈ ਜੀ। ਜਿੰਨੇ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੋਏਗੀ ਨਾ, ਉਸ ਦੇ ਅਗੇਂਸਟ ਆਵਾਜ਼ ਚੱਕਣਗੇ ਗਾਂਧੀ ਜੀ ਉੱਥੇ। ਗਾਂਧੀ ਜੀ ਜਦੋਂ ਇੰਡੀਆ ਵਾਪਿਸ ਆਣਗੇ 1915 ਦੇ ਵਿੱਚ, ਇਹ ਨਹੀਂ ਹੈ ਕਿ ਗਾਂਧੀ ਜੀ ਐਵੇਂ ਆ ਗਏ। ਗਾਂਧੀ ਜੀ ਆਪਣੇ ਪਿੱਛੇ ਕਾਫੀ ਕੁਝ ਕਰਕੇ ਆਏ ਨੇ, ਉਹਨਾਂ ਦਾ ਨਾਮ ਹੋਏਗਾ ਜਦੋਂ 1915 ਚ ਆਣਗੇ। ਠੀਕ ਹੈ ਜੀ। ਦੇਖੋ ਜੀ, ਜਦੋਂ ਗੱਲ ਕਰਦੇ ਹਾਂ ਆਪਾਂ ਫੈਕਚੁਅਲ ਬੇਸ ਦੇ ਉੱਪਰ, ਤਾਂ ਗਾਂਧੀ ਜੀ ਨੇ ਸਾਊਥ ਅਫਰੀਕਾ 'ਚ ਕੀ ਬਣਾਇਆ, ਤਾਂ ਐਸਟੈਬਲਿਸ਼ ਕੀਤਾ ਨੇ ਨੈਟਲ ਇੰਡੀਅਨ ਕਾਂਗਰਸ। ਈਅਰ ਯਾਦ ਰੱਖ ਲਓ 1894। ਠੀਕ ਹੈ ਜੀ। 93 ਦੇ ਵਿੱਚ ਸਾਊਥ ਅਫਰੀਕਾ ਗਏ ਸੀ, ਅਗਲੇ ਸਾਲ ਹੀ ਇਹਨਾਂ ਨੇ ਨੈਟਲ ਇੰਡੀਅਨ ਕਾਂਗਰਸ ਬਣਾ ਲਈ ਸੀ। ਤੇ ਨੈਕਸਟ ਜੇ ਆਪਾਂ ਦੇਖਾਂ ਗਾਂਧੀ ਜੀ ਨੇ 1910 ਦੇ ਵਿੱਚ ਕੀ ਬਣਾਇਆ ਜੀ, ਟੋਲਸਟੋਏ ਫਾਰਮ ਬਣਾਇਆ। ਠੀਕ ਹੈ ਜੀ। ਜਿੱਥੇ ਕੀ ਰਹਿਣਗੇ, ਗਾਂਧੀ ਜੀ ਰਹਿਣਗੇ। ਠੀਕ ਹੈ ਜੀ। ਜਿਵੇਂ ਦਾ ਆਪਾਂ ਇੰਡੀਆ ਦੇ ਵਿੱਚ ਗੱਲ ਕਰਾਂਗੇ 1916 ਦੇ ਵਿੱਚ ਸਾਬਰਮਤੀ ਆਸ਼ਰਮ ਬਣੇਗਾ, ਉਹ ਇੰਡੀਆ 'ਚ ਬਣੇਗਾ ਗੁਜਰਾਤ। ਉਵੇਂ ਦਾ ਹੀ ਸਾਬਰਮਤੀ ਆਸ਼ਰਮ ਵਰਗਾ ਹੀ ਆਸ਼ਰਮ ਜੇ ਆਪਾਂ ਗੱਲ ਕਰੀਏ ਤਾਂ ਕਿੱਥੇ ਸੀਗਾ, ਸਾਊਥ ਅਫਰੀਕਾ ਦੇ ਵਿੱਚ ਟੋਲਸਟੋਏ ਫਾਰਮ। ਠੀਕ ਹੈ ਜੀ। ਚਲੋ ਜੀ, ਜੇ ਗੱਲ ਕਰਾਂਗੇ ਗਾਂਧੀ ਜੀ ਜੀਕੇ ਗੋਖਲੇ ਦੇ ਕਹਿਣ ਦੇ ਉੱਪਰ ਗਾਂਧੀ ਜੀ ਵਾਪਿਸ ਆਣਗੇ ਇੰਡੀਆ ਦੇ ਵਿੱਚ। ਠੀਕ ਹੈ ਜੀ। ਜੀਕੇ ਗੋਖਲੇ ਹੋਰ ਕੋਈ ਨਹੀਂ ਸੀ, ਗਾਂਧੀ ਜੀ ਦੇ ਪੋਲੀਟੀਕਲ ਗੁਰੂ ਸੀਗੇ, ਨਾਮ ਯਾਦ ਰੱਖ ਲਿਓ, ਜੀਕੇ ਗੋਖਲੇ ਪੋਲੀਟੀਕਲ ਗੁਰੂ ਨੇ। ਠੀਕ ਹੈ ਜੀ। ਗਾਂਧੀ ਜੀ ਦੇ ਇਹੋ ਹੀ ਜੀਕੇ ਗੋਖਲੇ ਨੇ ਜਿਹੜੇ 1905 ਦੇ ਵਿੱਚ ਕੀ ਹੋਣਗੇ, 1905 ਦੇ ਵਿੱਚ ਜੇ ਗੱਲ ਕਰੀਏ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ। ਇਹਨਾਂ ਤੋਂ ਬਾਅਦ ਦਾਦਾ ਭਾਈ ਨਰੋਜੀ ਹੋਣਗੇ, ਉਹਨਾਂ ਤੋਂ ਬਾਅਦ ਰਾਸ਼ ਬਿਹਾਰੀ ਬੋਸ, ਉਹੀ ਰਾਸ਼ ਬਿਹਾਰੀ ਬੋਸ ਘੋਸ਼, ਜਿਨ੍ਹਾਂ ਦੇ ਟਾਈਮ ਤੇ ਸੂਰਤ 'ਚ ਕੀ ਹੋਏਗੀ, ਸਪਲਿਟ ਹੋਏਗੀ। ਠੀਕ ਹੈ ਜੀ। ਹੁਣ ਜੀਕੇ ਗੋਖਲੇ ਦੇ ਕਹਿਣ ਤੇ ਗਾਂਧੀ ਜੀ ਜਿਹੜੇ ਨੇ ਵਾਪਿਸ ਆਣਗੇ। ਹੁਣ ਗਾਂਧੀ ਜੀ ਜਦੋਂ ਵਾਪਿਸ ਇੰਡੀਆ ਆ ਰਹੇ ਨੇ ਨਾ 1915 ਦੇ ਵਿੱਚ, ਤਾਂ ਉਹਨਾਂ ਦਾ ਕਾਫੀ ਜ਼ਿਆਦਾ ਨਾਮ ਹੈ, ਕਿਉਂਕਿ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਸੱਤਿਆਗ੍ਰਹਿ ਕਰਕੇ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਦੀਆਂ ਡਿਸਕ੍ਰਿਮੀਨੇਟਰੀ ਪਾਲਿਸੀਜ਼ ਜਿਹੜੀਆਂ ਨੇ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਜਿਹੜਾ ਭੇਦਭਾਵ ਕਰ ਰਹੇ ਸੀ ਅੰਗਰੇਜ਼, ਉਹਨੂੰ ਘਟਾਇਆ ਸੀ ਉੱਥੇ। ਠੀਕ ਹੈ ਜੀ। ਤਾਂ ਕਾਫੀ ਜ਼ਿਆਦਾ ਨਾਮ ਸੀ ਗਾਂਧੀ ਜੀ ਦਾ। ਤਾਂ ਜਦੋਂ ਗਾਂਧੀ ਜੀ ਵਾਪਿਸ ਆਣਗੇ 1915 ਦੇ ਵਿੱਚ, ਤਾਂ ਉਹਨਾਂ ਦੀ ਕਾਫੀ ਜ਼ਿਆਦਾ ਪਪੂਲੈਰਿਟੀ ਹੋਏਗੀ। ਪਰ ਪਪੂਲੈਰਿਟੀ ਸੀਗਾ, ਇਹਦਾ ਮਤਲਬ ਇਹ ਨਹੀਂ ਗਾਂਧੀ ਜੀ ਆਂਦੇ ਹੀ ਸ਼ੁਰੂ ਹੋ ਜਾਣਗੇ ਕਿ ਚਲੋ ਜੀ ਚੱਕ ਦਿੰਦੇ ਹਾਂ ਅੱਜ ਅੰਗਰੇਜ਼ਾਂ ਨੂੰ, ਅਸੀਂ ਸ਼ੁਰੂ ਕਰੋ ਜੀ ਸਾਰਾ ਇੰਡੀਆ ਸੱਤਿਆਗ੍ਰਹਿ ਸ਼ੁਰੂ ਕਰੋ। ਨਹੀਂ, ਗਾਂਧੀ ਜੀ 1915 ਚ ਵਾਪਿਸ ਆ ਰਹੇ ਨੇ। ਗਾਂਧੀ ਜੀ ਆਪਾਂ ਕਹਿ ਸਕਦੇ ਹਾਂ ਕਿ 2-3 ਸਾਲ ਤੱਕ ਟੋਟਲੀ ਅਲੱਗ ਹੀ ਰਹਿਣਗੇ, ਉਹ ਐਕਟਿਵ ਪੋਲਿਟਿਕਸ 'ਚ ਨਹੀਂ ਆਉਣ ਵਾਲੇ ਜੋ। ਠੀਕ ਹੈ ਜੀ। 1 ਸਾਲ ਤੱਕ ਗਾਂਧੀ ਜੀ ਪੂਰਾ ਦਾ ਪੂਰਾ ਇੰਡੀਆ ਹੀ ਘੁੰਮਣਗੇ, ਪੂਰਾ ਦਾ ਪੂਰਾ ਇੰਡੀਆ ਹੀ ਘੁੰਮਣਗੇ, ਟ੍ਰੇਨ ਦੇ ਵਿੱਚ ਘੁੰਮ ਰਹੇ ਹੋਣਗੇ। ਕਿਉਂ ਘੁੰਮਣਗੇ ਟ੍ਰੇਨ 'ਚ ਇੰਡੀਆ, ਤਾਂ ਕਿ ਉਹ ਦੇਖਣਗੇ ਕਿ ਰੀਅਲ ਇੰਡੀਆ ਜਿਹੜਾ ਅਸਲੀ ਭਾਰਤ ਹੈ ਉਹ ਹੈ ਕਿਵੇਂ ਦਾ। ਉਹਨਾਂ ਦੇ ਆਪਾਂ ਗੱਲ ਕਰੀਏ ਕਿ ਅਸਲੀ ਭਾਰਤ ਦੇ ਜੇ ਪ੍ਰੋਬਲਮਸ ਕੀ ਨੇ, ਠੀਕ ਹੈ ਜੀ, ਜਿਹੜੇ ਆਮ ਕਿਸਾਨਾਂ ਦੀ ਦਿੱਕਤਾਂ ਕੀ ਨੇ। ਕਿਉਂਕਿ ਜੇ ਗਾਂਧੀ ਜੀ ਸਿੱਧਾ ਹੀ ਕਾਂਗਰਸ ਚਲੇ ਗਏ, ਕਾਂਗਰਸ 'ਚ ਹੈ ਕੌਣ ਜ਼ਿਆਦਾਤਰ, ਮੋਡਰੇਟਸ ਨੇ। ਮੋਡਰੇਟਸ ਕੌਣ ਹੋਣਗੇ, ਉੱਪਰਲੇ ਜ਼ਮੀਂਦਾਰ ਨੇ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਅਸਲ 'ਚ ਜਿਹੜੀ ਹੈ ਇੰਡੀਆ 'ਚ ਚੱਲ ਕੀ ਰਿਹਾ। ਕਲੀਅਰ। ਚਲੋ ਜੀ, ਚਲੋ ਅਪ ਨੈਕਸਟ ਦੇਖਦੇ ਹਾਂ ਜੀ ਆਪਾਂ 1915 ਚ ਗਾਂਧੀ ਜੀ ਵਾਪਿਸ ਆਣਗੇ। ਤਾਂ ਕੋਈ ਪਹਿਲਾ ਇਵੈਂਟ ਜਿਹੜਾ ਗਾਂਧੀ ਜੀ ਕਰਨਗੇ, ਤਾਂ 1916 ਦੀ ਗੱਲ ਕਰਾਂਗੇ ਤਾਂ ਗਾਂਧੀ ਜੀ 1916 ਦੇ ਵਿੱਚ ਕੀ ਕਰਨਗੇ, ਆਪਣਾ ਸਾਬਰਮਤੀ 'ਚ ਆਸ਼ਰਮ ਬਣਾ ਲੈਣਗੇ। ਠੀਕ ਹੈ ਜੀ। ਪਹਿਲੀ ਵਾਰ ਗਾਂਧੀ ਜੀ ਦੀ ਕੋਈ ਮੂਵਮੈਂਟ ਦੇਖਣ ਨੂੰ ਮਿਲੇਗੀ 1915 ਤੋਂ ਬਾਅਦ, ਤਾਂ ਆਪਾਂ ਪੜ੍ਹਦੇ ਹਾਂ ਚੰਪਾਰਨ ਸੱਤਿਆਗ੍ਰਹਿ। ਠੀਕ ਹੈ ਜੀ। ਨਾਮ ਯਾਦ ਰੱਖ ਲਿਓ, ਚੰਪਾਰਨ ਸੱਤਿਆਗ੍ਰਹਿ। ਸਾਲ ਯਾਦ ਰੱਖ ਲਿਓ 1917। ਕਈ ਵਾਰ ਗਾਂਧੀ ਜੀ ਦੇ ਜਿਹੜੇ ਉੱਪਰ ਕੁਐਸਚਨ ਹੈ, ਕ੍ਰੋਨੋਲੋਜੀ ਪੁੱਛ ਲਈ ਜਾਂਦੀ ਹੈ ਕਿ ਗਾਂਧੀ ਜੀ ਨੇ ਪਹਿਲਾਂ ਚੰਪਾਰਨ ਕੀਤਾ ਸੀ
ਗਾਂਧੀ ਜੀ ਨੇ ਪਹਿਲਾਂ ਆਸ਼ਰਮ ਬਣਾਇਆ ਸੀ, ਗਾਂਧੀ ਜੀ ਨੇ ਖੇੜਾ ਸੱਤਿਆਗ੍ਰਹਿ ਕੀਤਾ ਸੀ ਜਾਂ ਅਹਿਮਦਾਬਾਦ ਮਿਲ ਸਟ੍ਰਾਈਕ ਕੀਤੀ ਸੀ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਯਾਦ ਰੱਖਿਓ ਗਾਂਧੀ ਜੀ ਨੇ ਆ ਕੇ ਸਭ ਤੋਂ ਪਹਿਲੀ ਮੂਵਮੈਂਟ ਜਿਹੜੀ ਕੀਤੀ ਹੈ ਉਹ ਚੰਪਾਰਨ ਸੱਤਿਆਗ੍ਰਹਿ। ਹੁਣ ਚੰਪਾਰਨ ਸੱਤਿਆਗ੍ਰਹਿ ਜਿਹੜਾ ਸੀ ਪਹਿਲਾ ਸੱਤਿਆਗ੍ਰਹਿ ਜਿਹੜਾ ਗਾਂਧੀ ਜੀ ਇੰਡੀਆ ਚ ਆ ਕੇ ਕਰਨਗੇ। ਠੀਕ ਹੈ ਜੀ। ਹੁਣ ਚੱਲ ਕੀ ਰਿਹਾ ਸੀ 1916 ਦਾ ਸਾਲ ਚੱਲ ਰਿਹਾ ਸੀ। ਆਪਾਂ ਨੂੰ ਯਾਦ ਹੈ 1916 ਦਾ ਸਾਲ ਜਿਹੜਾ ਲਖਨਊ ਚ ਕੀ ਚੱਲ ਰਿਹਾ, ਪੈਕਟ ਚੱਲ ਰਿਹਾ। ਠੀਕ ਹੈ ਜੀ। ਲਖਨਊ ਦਾ ਸੈਸ਼ਨ ਚੱਲ ਰਿਹਾ ਜਿਹਦੇ ਚ ਐਕਸਟ੍ਰੀਮਿਸਟ ਜਿਹੜੇ ਨੇ, ਮੋਡਰੇਟਸ ਜਿਹੜੇ ਨੇ ਇਕੱਠੇ ਹੋ ਰਹੇ ਨੇ, ਕਾਂਗਰਸ ਜਿਹੜੀ ਹੈ, ਮੁਸਲਿਮ ਲੀਗ ਜਿਹੜੀ ਹੈ ਉਹ ਵੀ ਇਕੱਠੀ ਹੋ ਰਹੀ ਹੈ। ਕਲੀਅਰ। ਤਾਂ ਇਹਦੇ ਵਿੱਚ ਦੇਖਾਂਗੇ ਆਪਾਂ ਕਿ ਗਾਂਧੀ ਜੀ ਉੱਥੇ ਜਾਣਗੇ ਲਖਨਊ ਸੈਸ਼ਨ ਦੇ ਵਿੱਚ। ਕੁਝ ਗਾਂਧੀ ਜੀ ਜ਼ਿਆਦਾ ਐਕਟਿਵ ਨਹੀਂ ਹੈਗੇ, ਪਰ ਗਾਂਧੀ ਜੀ ਦਾ ਕਾਫੀ ਜ਼ਿਆਦਾ ਨਾਮ ਹੋਏਗਾ। ਤਾਂ ਯਾਦ ਰੱਖਿਓ ਗਾਂਧੀ ਜੀ ਨੂੰ ਰਿਕੁਐਸਟ ਕਰਨਗੇ ਰਾਜਕੁਮਾਰ ਸ਼ੁਕਲਾ ਜੀ। ਰਾਜਕੁਮਾਰ ਸ਼ੁਕਲਾ ਜੀ ਗਾਂਧੀ ਜੀ ਨੂੰ ਕਹਿਣਗੇ ਕਿ ਤੁਸੀਂ ਸਾਡੇ ਨਾਲ ਚੱਲੋ ਜੀ ਚੰਪਾਰਨ ਕਿੱਥੇ ਹੈ ਜੀ, ਬਿਹਾਰ ਦੇ ਵਿੱਚ। ਉੱਥੇ ਜ਼ਿਆਦਾ ਕੀ ਹੈ, ਇੰਡੀਗੋ ਪਲਾਂਟਰਸ ਦੀ, ਜਿਹੜੇ ਨੀਲ ਦੀ ਖੇਤੀ ਕਰਦੇ ਨੇ ਕਿਸਾਨ, ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ, ਤੁਸੀਂ ਸਾਡੇ ਨਾਲ ਚਲੋ, ਸਾਨੂੰ ਤੁਹਾਡੀ ਜ਼ਰੂਰਤ ਹੈ। ਕਲੀਅਰ। ਤਾਂ ਗਾਂਧੀ ਜੀ ਰਾਜਕੁਮਾਰ ਸ਼ੁਕਲਾ ਦੇ ਨਾਲ ਕਿੱਥੇ ਜਾਣਗੇ ਜੀ, ਚੰਪਾਰਨ ਜਾਣਗੇ ਬਿਹਾਰ ਦੇ ਵਿੱਚ। ਕਲੀਅਰ। ਹੁਣ ਜੇ ਜਦੋਂ ਗੱਲ ਕਰਦੇ ਹਾਂ ਆਪਾਂ ਚੰਪਾਰਨ, ਗਾਂਧੀ ਜੀ ਪਹੁੰਚਣਗੇ, ਨੀਲ ਦੀ ਖੇਤੀ ਹੋ ਰਹੀ ਹੈ, ਇੰਡੀਗੋ ਦੀ ਖੇਤੀ ਚੱਲ ਰਹੀ ਹੈ। ਹੁਣ ਉੱਥੇ ਹੋ ਕੀ ਰਿਹਾ, ਗਲਤੀ ਕੀ ਚੱਲ ਰਹੀ ਹੈ, ਗਲਤ ਹੋ ਕੀ ਰਿਹਾ, ਤਾਂ ਆਪਾਂ ਇੱਥੇ ਦੇਖਾਂਗੇ ਕਿ ਉੱਥੇ ਚੱਲ ਰਿਹਾ ਇੱਕ ਸਿਸਟਮ ਜਿਹਨੂੰ ਆਪਾਂ ਕਹਿੰਦੇ ਹਾਂ 3 ਕਠੀਆ ਸਿਸਟਮ। ਠੀਕ ਹੈ ਜੀ। 3 ਕਠੀਆ ਸਿਸਟਮ ਦਾ ਮਤਲਬ ਕਿ ਜੇ ਤੁਹਾਡੇ ਕੋਲ 20 ਕਿੱਲੇ ਨੇ ਤਾਂ 20 ਦੇ ਵਿੱਚੋਂ ਤੁਸੀਂ 3 ਕਿੱਲਿਆਂ ਦੇ ਉੱਪਰ ਕੀ ਕਰੋਗੇ, ਨੀਲ ਦੀ ਖੇਤੀ ਕਰੋਗੇ। ਠੀਕ ਹੈ ਜੀ। ਨੀਲ ਦੀ ਖੇਤੀ ਕਰਨੀ ਪੈਣੀ ਹੈ ਬਿਹਾਰ ਚ, ਚੰਪਾਰਨ ਡਿਸਟ੍ਰਿਕਟ ਦੇ ਵਿੱਚ ਜਿਹੜੇ ਵੀ ਆਪਾਂ ਗੱਲ ਕਰਾਂਗੇ ਕਿਸਾਨ ਨੇ। ਹੁਣ ਨੀਲ ਦੀ ਖੇਤੀ ਕਿਸਾਨ ਕਰਨੀ ਚੰਗੀ ਗੱਲ ਹੈ, ਬੁਰੀ ਗੱਲ ਹੈ। ਦੇਖੋ ਜੀ, ਜੇ ਆਪਾਂ ਗੱਲ ਕਰਦੇ ਹਾਂ ਇੰਡੀਗੋ ਦੀ ਕਲਟੀਵੇਸ਼ਨ, ਨੀਲ ਦੀ ਖੇਤੀ, ਤਾਂ ਇਹ ਕੀ ਹੈ, ਨੀਲ ਜਿਹੜਾ ਹੈ ਕੈਸ਼ ਕ੍ਰੌਪ ਹੈ। ਠੀਕ ਹੈ ਜੀ। ਕੈਸ਼ ਕ੍ਰੌਪ ਹੈ, ਤੁਹਾਨੂੰ ਕਿਤੇ ਨਾ ਕਿਤੇ ਫਾਇਦਾ ਹੋਏਗਾ, ਚੰਗੀ ਗੱਲ ਹੈ। ਕਿਸਾਨਾਂ ਨੂੰ ਹੋਇਆ ਸਟਾਰਟਿੰਗ 'ਚ, ਬਿਲਕੁਲ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਰਿਹਾ ਸੀ। ਠੀਕ ਹੈ ਜੀ। ਪਰ ਕਿਤੇ ਨਾ ਕਿਤੇ ਨੀਲ ਦੀ ਖੇਤੀ ਕਰਨ ਨਾਲ ਆਪਾਂ ਗੱਲ ਕਰਾਂਗੇ ਤਾਂ ਕਿਸਾਨਾਂ ਦੀ ਜਿਹੜੀ ਜੇ ਗੱਲ ਕਰਦੇ ਹਾਂ ਆਪਾਂ, ਲੈਂਡ ਹੈ ਜਿਹੜੀ, ਠੀਕ ਹੈ ਜੀ, ਜਿਹੜੀ ਉਹਨਾਂ ਦੀ ਜ਼ਮੀਨ ਹੈ ਉਹਦੀ ਉਪਜਾਊ ਜਿਹੜੀ ਸ਼ਕਤੀ ਹੈ ਉਹ ਵੀ ਘਟ ਰਹੀ ਸੀ। ਉਸ ਤੋਂ ਇਲਾਵਾ ਜਦੋਂ ਤੱਕ ਤਾਂ ਕੈਸ਼ ਕ੍ਰੌਪ ਦੇ ਉੱਪਰ ਤੁਹਾਨੂੰ ਪ੍ਰੋਫਿਟ ਹੋ ਰਿਹਾ ਕਿਸਾਨਾਂ ਨੂੰ, ਉਦੋਂ ਤੱਕ ਤਾਂ ਗੱਲ ਚੰਗੀ ਹੈ। ਤੁਸੀਂ ਨੀਲ ਦੀ ਖੇਤੀ ਕੀਤੀ, ਬ੍ਰਿਟਿਸ਼ਰ ਆਏ, ਉਹਨਾਂ ਨੇ ਚੱਕੇ, ਤੁਹਾਨੂੰ ਪੈਸੇ ਮਿਲ ਗਏ, ਜਲਦੀ ਕੰਮ ਹੋ ਗਿਆ ਸਾਰਾ ਕੁਝ। ਠੀਕ ਹੈ ਜੀ। ਪਰ ਹੋਏਗਾ ਕਿ ਇਹ ਜਿਹੜੀ ਨੀਲ ਦੀ ਖੇਤੀ ਹੈ ਇਸ ਪ੍ਰੋਫਿਟ ਜਿਹੜਾ ਬਿਲਕੁਲ ਘਟ ਜਾਏਗਾ, ਕਿਉਂਕਿ ਜਰਮਨ ਦੇ ਵਿੱਚ ਸਿੰਥੈਟਿਕ ਇੰਕ ਦੀ ਕੀ ਹੋ ਜਾਂਦੀ ਹੈ, ਇਨਵੈਂਸ਼ਨ ਹੋ ਜਾਂਦੀ ਹੈ। ਜਦੋਂ ਸਿੰਥੈਟਿਕ, ਜੇ ਆਪਾਂ ਡਾਈ ਦੀ ਗੱਲ ਕਰਦੇ ਹਾਂ, ਸਿੰਥੈਟਿਕ ਡਾਈ ਦੀ, ਉਹਦੇ ਨਾਲ ਕੀ ਕੀਤਾ ਜਾਂਦਾ ਹੈ, ਕੱਪੜਿਆਂ ਨੂੰ ਰੰਗਿਆ ਜਾਏਗਾ। ਜਿਹੜੀ ਨੀਲ ਦੀ ਖੇਤੀ ਸੀ ਇਹਦੇ ਨਾਲ ਵੀ ਕੱਪੜੇ ਰੰਗਣੇ ਸੀ। ਜਿਹੜੀ ਜਰਮਨ ਦੀ ਸਿੰਥੈਟਿਕ ਡਾਈ ਹੈ ਉਹ ਸਸਤੀ ਪੈ ਰਹੀ ਸੀ, ਤਾਂ ਕਰਕੇ ਨੀਲ ਦੀ ਜਿਹੜੀ ਖੇਤੀ ਹੋਏਗੀ, ਇਹ ਜਿਹੜੀ ਪਹਿਲਾਂ ਪ੍ਰੋਫਿਟ 'ਚ ਚੱਲ ਰਹੀ ਸੀ ਹੁਣ ਲਾਸ 'ਚ ਜਾਏਗੀ। ਲੋਕੀ ਇਹਦੇ ਚੱਕਣਗੇ ਹੀ ਨੀਲ ਦੀ ਖੇਤੀ। ਠੀਕ ਹੈ ਜੀ। ਮਤਲਬ ਕਿ ਖਰੀਦਾਰ ਨਹੀਂ ਮਿਲ ਰਹੇ ਕਿਸਾਨਾਂ ਨੂੰ। ਤਾਂ ਮਤਲਬ ਕਿ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਕਿ ਏਰੀਆ ਦੇ ਵਿੱਚ ਨੀਲ ਦੀ ਖੇਤੀ ਹੋ ਰਹੀ ਹੈ, ਉਹ ਕਿਸਾਨ ਦੇ ਪੈਸੇ ਤੇ ਗਏ ਡੁੱਬ। ਹੁਣ ਕਿਸਾਨ ਨੂੰ ਕਰਨਾ ਕੀ ਚਾਹੀਦਾ, ਕਿਸਾਨ ਨੂੰ ਜੇ ਪੈਸੇ ਨਹੀਂ ਮਿਲ ਰਹੇ ਨੀਲ ਦੀ ਖੇਤੀ ਦੇ ਤਾਂ ਉਹ ਬੰਦ ਕਰੇ। ਪਰ ਪੰਜਾਬ, ਜੇ ਗੱਲ ਕਰਾਂਗੇ ਬਿਹਾਰ 'ਚ ਚੱਲ ਕੀ ਰਿਹਾ ਸੀ 3 ਕਠੀਆ ਸਿਸਟਮ। ਇੱਥੇ ਕਿਹਾ ਜਾਂਦਾ ਸੀ ਜੇ ਕਿਸੇ ਕਿਸਾਨ ਨੇ, ਪਹਿਲਾਂ ਤਾਂ ਉਹਨੂੰ ਨੁਕਸਾਨ ਹੋ ਗਿਆ, ਤੁਸੀਂ ਉਹਨੇ ਨੀਲ ਦੀ ਖੇਤੀ ਕੋਈ ਚੱਕਰ ਹੀ ਨਹੀਂ ਆਇਆ ਉਹਦੀ, ਜੇ ਗੱਲ ਕਰਾਂਗੇ ਆਪਾਂ ਵੀ ਕਿੰਨੀ ਉਹਦੀ ਉਪਜ ਹੋਈ, ਕਿੰਨੀ ਉਹਦੀ ਕਲਟੀਵੇਸ਼ਨ ਹੋਈ, ਕੋਈ ਉਹਦੇ ਰੇਟ ਹੀ ਨਹੀਂ ਮਿਲੇ ਉਹਨੂੰ। ਜੇ ਉਹ ਛੱਡ ਰਿਹਾ ਤਾਂ ਵੀ ਕਿਸਾਨ ਨੂੰ ਕਿਹਾ ਜਾਂਦਾ ਕਿ ਤੁਸੀਂ ਤਾਂ ਛੱਡੋਗੇ ਜੇ ਤੁਸੀਂ ਟੈਕਸ ਦਿਓਗੇ, ਇੱਕ ਜ਼ਿਆਦਾ ਇੱਕ ਅਮਾਊਂਟ ਦਿਓ, ਤਾਂ ਤੁਸੀਂ ਆਪਣੀ ਜਿਹੜੀ ਹੈ ਨੀਲ ਦੀ ਖੇਤੀ ਤੋਂ ਵਾਪਸ ਕਿਸੇ ਹੋਰ ਖੇਤੀ ਤੇ ਜਾ ਸਕਦੇ ਹੋ। ਜਗ੍ਹਾ ਕਿਹਦੀ, ਕਿਸਾਨ ਦੀ, ਜੋ ਉਹਨੇ ਉਗਾਉਣਾ ਉਹ ਆਪ ਉਗਾਏ। ਸਰਕਾਰ ਉਹਨੂੰ ਧੱਕੇ ਨਾਲ ਕਹਿ ਰਹੀ ਹੈ ਕਿ ਜੇ ਤੁਸੀਂ ਨੀਲ ਦੀ ਖੇਤੀ ਤੋਂ ਦੂਜੇ ਪਾਸੇ ਜਾਣਾ ਹੈ, ਹੋਰ ਕੁਝ ਇੱਥੇ ਉਗਾਉਣਾ ਹੈ, ਤਾਂ ਤੁਹਾਨੂੰ ਟੈਕਸ ਪੇ ਕਰਨਾ ਪਏਗਾ। ਤਾਂ ਮਤਲਬ ਕਿ ਪਹਿਲਾਂ ਹੀ ਕਿਸਾਨਾਂ ਕੋਲ ਪੈਸੇ ਨਹੀਂ, ਉਹ ਇੰਨੇ ਪੈਸੇ ਤਾਂ ਵੈਸੇ ਨਹੀਂ ਉਹਨਾਂ ਕੋਲ ਜੁੜ ਰਹੇ ਕਿ ਉਹ ਕੀ ਕਰਨ, ਸ਼ਿਫਟ ਕਰ ਸਕਣ। ਤਾਂ ਉਹ ਕਿਸਾਨ ਜਿਹੜੇ ਨੇ ਧੱਕੇ ਨਾਲ ਹੀ ਫੇਰ ਨੀਲ ਲਗਾ ਲਿਆ, ਤਾਂ ਕਿਸਾਨਾਂ ਕੋਲ ਰਹਿ ਕੀ ਗਿਆ, ਕੁਝ ਵੀ ਨਹੀਂ ਰਹਿ ਗਿਆ। ਤਾਂ ਉੱਥੇ ਦੇ ਕਿਸਾਨਾਂ ਦੀ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਹਾਲਾਤ ਜਿਹੜੇ ਸੀ ਮਾੜੇ ਚੱਲ ਰਹੇ ਸੀ। ਜਦੋਂ ਇਹ ਚੀਜ਼ ਗਾਂਧੀ ਜੀ ਨੂੰ ਪਤਾ ਚੱਲੇਗੀ ਤਾਂ ਗਾਂਧੀ ਜੀ ਕਿਹਨਾਂ ਕੋਲ ਜਾਣਗੇ, ਉੱਥੇ ਦੀ ਅਥਾਰਟੀ ਕੋਲ ਜਾਣਗੇ। ਪਹਿਲਾਂ ਤਾਂ ਅਥਾਰਟੀ ਜਿਹੜੀ ਹੈ ਉਹ ਕਹੇਗੀ ਨਹੀਂ ਜੀ ਐਵੇਂ ਤਾਂ ਕੁਝ ਨਹੀਂ ਹੋ ਰਿਹਾ, ਪਰ ਫਾਈਨਲੀ ਉੱਥੋਂ ਦੀ ਜਿਹੜੀ ਅਥਾਰਟੀ ਹੋਏਗੀ, ਗਵਰਨਮੈਂਟ ਹੋਏਗੀ, ਉਹ ਕਹੇਗੀ ਚਲੋ ਅਸੀਂ ਕੀ ਕਰਦੇ ਹਾਂ, ਇਨਕੁਆਇਰੀ ਕਮੇਟੀ ਬਿਠਾ ਦਿੰਦੇ ਹਾਂ। ਤੇ ਗਾਂਧੀ ਜੀ ਨੂੰ ਕਹਿਣਗੇ ਕਿ ਤੁਸੀਂ ਕਰੋ, ਇਸ ਦੇ ਇੱਕ ਮੈਂਬਰ ਹੋ। ਠੀਕ ਹੈ ਜੀ। ਹੁਣ ਗਾਂਧੀ ਜੀ ਕਹਿਣਗੇ ਮੈਂਬਰ ਦੇ ਛੱਡੋ, ਇਨਕੁਆਇਰੀ ਛੱਡੋ, ਮੇਰੇ ਕੋਲ ਤਾਂ ਸਬੂਤ ਹੀ ਨੇ। ਤਾਂ ਉਹ ਸਾਰੇ ਸਬੂਤ ਜਦੋਂ ਦਿਖਾਏ ਜਾਣਗੇ ਤਾਂ ਐਂਡ ਦੇ ਵਿੱਚ ਲੋਕਾਂ ਨੂੰ ਪਤਾ ਲੱਗੇਗਾ ਕਿ ਜਿਹੜੀ ਸਰਕਾਰ ਹੈ ਉਹਨੂੰ ਪਤਾ ਲੱਗੇਗਾ ਕਿ ਇਹ ਗਲਤ ਚੱਲ ਰਿਹਾ ਸੀ, ਤੇ ਉੱਥੇ ਜਿਹੜਾ 3 ਕਠੀਆ ਸਿਸਟਮ ਸੀਗਾ ਉਹਨੂੰ ਕੀ ਕਰ ਦਿੱਤਾ ਜਾਏਗਾ, ਅਬੋਲਿਸ਼ ਕਰ ਦਿੱਤਾ ਜਾਏਗਾ। ਠੀਕ ਹੈ ਜੀ। ਜਿਹੜਾ 3 ਕਠੀਆ ਸਿਸਟਮ ਸੀ ਉਹਨੂੰ ਅਬੋਲਿਸ਼ ਕਰ ਦਿੱਤਾ ਜਾਏਗਾ ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਏਗਾ। ਠੀਕ ਹੈ ਜੀ। ਜਿਹੜਾ ਕਿਸਾਨਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਧੱਕੇ ਨਾਲ ਟੈਕਸ ਲਿੱਤੇ ਜਾ ਰਹੇ ਸੀ ਉਸ ਟਾਈਮ ਵੀ, ਤੁਸੀਂ ਖੇਤੀ ਤੋਂ ਜੇ ਸ਼ਿਫਟ ਕਰਨਾ ਹੈ, ਉਹ ਵੀ ਕਿਸਾਨਾਂ ਨੂੰ ਵਾਪਿਸ ਕੀਤੇ ਜਾਣੇ ਸੀ, ਕੰਪਨਸੇਟ ਕੀਤਾ ਜਾਣਾ ਸੀ। ਕਿੱਥੇ ਕਿਸਾਨ ਜਿਹੜੇ ਫਸੇ ਪਏ ਸੀਗੇ, ਗਰੀਬੀ ਦੇ ਵਿੱਚ ਸੀਗੇ, ਉਹਨਾਂ ਨੂੰ ਕੋਈ ਦਿਖ ਨਹੀਂ ਰਿਹਾ ਸੀ, ਕਿਤੇ ਇੱਕ ਬੰਦਾ ਬਾਹਰੋਂ ਦੀ ਆਏਗਾ, ਠੀਕ ਹੈ ਜੀ, ਉਹ ਕਿਸਾਨਾਂ ਨੂੰ ਇੱਕ ਤਾਂ ਉਹ ਸਾਰਾ ਸਿਸਟਮ ਤੋਂ ਬਾਹਰ ਕੱਢ ਰਿਹਾ, ਉੱਪਰੋਂ ਦੀ ਪੈਸੇ ਵੀ ਦਵਾ ਰਿਹਾ। ਤਾਂ ਫਿਰ ਗਾਂਧੀ ਜੀ ਦਾ ਇੱਥੇ ਕੀ ਹੋ ਜਾਏਗਾ, ਨਾਮ ਹੋਏਗਾ। ਠੀਕ ਹੈ ਜੀ। ਸਾਰੇ ਜਿਹੜੇ ਉੱਥੋਂ ਦੇ ਕਿਸਾਨ ਹੋਣਗੇ ਉਹ ਕਾਫੀ ਜ਼ਿਆਦਾ ਕੀ ਹੋਣਗੇ,
खुश होंगे, ठीक है जी। शौक च ने भी ये हो की गया, बन गई पॉपुलैरिटी। साउथ अफ्रीका तो भी पॉपुलैरिटी लेके आए ने, इंडिया च भी पहला सत्याग्रह किया, वो भी की हो गया सक्सैसफुल, ठीक है जी। चलो जी नैक्सट गल करते हैं अहमदाबाद मिल स्ट्राइक। अहमदाबाद मिल स्ट्राइक की जो आप गल करते हैं तो देखो जी अहमदाबाद के मिल स्ट्राइक हो की रहा सी। अहमदाबाद के मिल चल रही सी, कॉटन दी मिल सी, ठीक है जी। वर्ल्ड वॉर 1 का टाइम चल रहा है, 1914 तो लैके वर्ल्ड वॉर चलेगा 1919 तक। हुण जदों वर्ल्ड वॉर का टाइम चल रहा था, किते ना किते वर्कर्स जिहड़े ने उन्हां दे उपर प्रैशर होएगा ज़्यादा तो ज़्यादा काम करना है, उन्होंने तो ओवरवर्क भी करवाया जाएगा, ज़्यादा काम भी करवाया जाएगा। क्यों ज़्यादा काम करवाया जाएगा? क्योंकि वर्ल्ड वॉर चल रहा है, ज़्यादा आपां नूं चीज़ां की जरूरत है जिहड़ी इंग्लैंड भेजियां जाण, क्लीयर। तो किते ना किते जिहड़ा प्रॉफिट है वो मिल ओनर्स के उपर ज़्यादा है, मिल ओनर्स नूं ज़्यादा प्रोडक्शन हो रही है, ज़्यादा चीज़ां विक रही उन्हां दियां, तो उन्हां कोल प्रॉफिट है। तो इत्थे आपां देखांगे कि गुजरात दे विच की सीगा चल रहा, प्लेग भी फैलिया होया सी, ठीक है जी। प्लेग करके भी जिहड़े कई कह सकते हैं कि काफ़ी लोग जिहड़े ने अजे भी आ रहे सी, प्लेग फैलिया होया गुजरात दे विच, तां भी लोग जिहड़े ने की कर रहे ने आके मिल दे विच काम कर रहे ने। तां किते ना किते जिहड़े उत्थे दे ओनर्स होणगे ते जिहड़े उत्थे दे इंप्लॉयज़ जिहड़े उत्थे काम कर रहे ने फैक्ट्रियां च, ते जिहड़े ओनर ने उन्हां दे विच लड़ाई होएगी। जिहड़े ओनर होणगे वो कहणगे कि देखो जी असीं कोई तुहानूं बोनस नहीं देना, पर जिहड़े उत्थे काम कर रहे लोकी होणगे, जिहड़े मिल्स विच काम कर रहे लोकी, वो कहणगे कि देखो सानूं तां जी बोनस चाहिदा है। एक तां महंगाई होगी, क्यों होगी? वर्ल्ड वॉर चलदी है उहदे करके महंगाई होगी, ते उपरों तुसीं साडे तो ओवर टाइम भी करवाया, ज़्यादा काम भी करवाया, तुसीं तां प्रॉफिट कमा लिया इन्ना, सानूं तुसीं प्रॉफिट दे ही नहीं रहे। तां इत्थे लड़ाई देखण नूं मिलेगी, एक पासे मिल दे ओनर्स होणगे, एक पासे जिहड़े मिल च काम करन वाले लोकी होणगे। तां जिहड़े मिल दे विच काम करन वाले लोकी ने वो कहणगे कि सानूं तां जी साडी जिन्नी सैलरी है उहदा 50% हाइक मिलना चाहिदा है, ठीक है जी। साडी सैलरी जिन्नी है उसदा अद्ध सानूं वधा के दो, जिहदी 100 है उहनूं 150 दो, ठीक है जी। पर जिहड़े मिल दे ओनर्स होणगे, जिन्हां दी मिल होएगी, वो कहेंगे देखो जी 50% तो कुछ नहीं मिलनी, तुहानूं किन्नी मिलनी है? 20% मिलनी है, जे लैनी है लो, नहीं लैनी तां रहण दो। तां इत्थे किते ना किते एक लड़ाई होगी। ये लड़ाई किन्हां कोल पहुंचनी है? गांधी जी कोल पहुंचेगी। जदों गांधी जी कोल पहुंचेगी तां गांधी जी कहणगे देखो जी सीधी गल है, ना तुहाडी ना मेरी, ओनर जिहड़े ने कह रहे ने भी तुसीं 20% ले लो, मिल च काम करने वाले ने कह रहे 50%। कहते एवें गांधी जी जिहड़े ने ना ही किसी की पासा लैणगे या नहीं लैणगे, गांधी जी कहणगे दोनों के सेंटर च आ जाने, 15% तुसीं घट कर दो, 15% तुसीं वधा दो, 35% ते आ जाओ। ना तुसीं 20 दो, ना तुसीं 50 मंगो, 35% ते गल डन करदे आपां। गांधी जी ने विच विचाले वाली गल करनी है, कहंदे 35% ते डन करदे आ। पर 35% ते कौन नहीं मन रहे? जिहड़े 20% दे रहे सी, वो कहणगे नहीं जी असीं 35% नहीं दे सकदे, असीं तां 20 देना है, 20 ही देवांगे। तो गांधी जी इत्थे पहली बार की करनगे? गांधी जी अनशन ते बह जाणगे। गांधी जी बाकी वर्कर्स नूं कहणगे 35 जद तक नहीं देंदे, सारे बह जाओ, मैं किस ते बह जाना? अनशन ते बह जाना, अमरण अनशन ते बह जाना, ठीक है जी। मैं कुछ नहीं खांदा, जे मैनूं कुछ हो गया तो तुसीं देख लो। तो किते ना किते प्रैशर किन्हां दे उपर आ गया? हुण मिल ओनर्स दे उपर आ गया कि गांधी जी तां जी बह गए अनशन ते, जे इन्हां नूं कुछ हो गया फिर साडूं की होएगा? तो किते ना किते 21 दिनों बाद क्या जाता, किते 20 दिन कह देंदे ने, तां की होएगा? जिहड़े मिल ओनर्स ने, मिल ओनर जिहड़े ने बन जाणगे, ते 35% जिहड़ा है की मिल जाएगा? मिल दे इंप्लॉयज़ जिहड़े ने जिथे काम कर रहे हैं उन्हां नूं इंक्रीज मिल जाएगा। क्लीयर? ये चीज़ की सी? ये सी अहमदाबाद कॉटन मिल स्ट्राइक। कदों होएगी? चंपारण तो बाद होएगी, 1918 च होएगी। क्वेश्चन पूछ लिया जाता है, गांधी जी ने इंडिया च आके पहली बार अनशन जे गल करिए फास्ट ते कित्थे बैठे सी, तो पहली बार फास्ट ते गांधी जी अहमदाबाद मिल स्ट्राइक च बैठणगे। क्लीयर? जे गांधी जी पूछ रहे हैं कि पहली बार गांधी जी ने इंडिया च आके सत्याग्रह कित्थे कीता सी, तां ओह चंपारण च कीता सी। क्लीयर? चलो जी नैक्सट आप देखते हैं जी अहमदाबाद मिल स्ट्राइक तो बाद गांधी जी दा नैक्सट खेड़ा सत्याग्रह। इन्हां दी क्रोनोलॉजी याद रखियो, 1916 दे विच 15 दे विच गांधी जी वापिस आणगे, 16 दे विच गांधी जी साबरमती च आश्रम बनाणगे, 17 दे विच गांधी जी चंपारण जाणगे, 18 की गल करिए तो अहमदाबाद मिल स्ट्राइक, ते 18 दे विच ही खेड़ा सत्याग्रह। ठीक है जी, ये तुहानूं क्रोनोलॉजी याद होनी चाहिए, किहड़ी चीज़ पहला हुई किहड़ी चीज़ बाद हुई। चलो जी नैक्सट गल करते हैं जी खेड़ा सत्याग्रह। हुण खेड़ा कित्थे है? खेड़ा भी गुजरात च है। खेड़ा की जो आप गल करते तो आप इत्थे देखांगे कि खेड़ा दे भी किसानों की काफ़ी ज़्यादा की होएगा बुरा हाल होएगा। क्यों बुरा हाल है? क्योंकि खेड़ा दे विच गल करन दे किसानों की हो चुकी है, क्रॉप फेल होगी। ठीक है जी, खेड़ा दे विच किसानों की क्रॉप होगी फेल। हुण जो क्रॉप ही फेल होगी, फसल ही नहीं हुई, तो वो टैक्स कितों भरनगे किसान? जे तुहाडी फसल होएगी तां ही अंग्रेज़ां नूं टैक्स दोगे, जे फसल ही नहीं हुई फिर तो तुहानूं किसान जिहड़े ने खेड़ा दे की मंग रहे होणगे कि साडे तो इस साल जिहड़ा है सरकार टैक्स ना लवे, पर सरकार जिहड़ी उत्थे टैक्स अजे भी मंग रही होएगी। हुण किसान क्यों कह रहे हैं कि टैक्स ना लवे सरकार? तो देखो जी, जे गल करते हैं कि सरकार ने ही एक एक्ट दे विच लिखिया सी, जे किसानां दी 1/4 ही, जे 1/4 तो ही घट फसल हुंदी है
ਜਿੰਨੀ ਆਪਾਂ ਕਹਿ ਸਕਦੇ ਹਾਂ ਕਿ ਟੋਟਲ ਝਾੜ ਹੋਣਾ ਹੈ, ਜੋ ਉਹਦਾ 1/4 ਹੈ ਉਸ ਤੋਂ ਵੀ ਘੱਟ ਰਹਿ ਗਿਆ, ਤਾਂ ਸਰਕਾਰ ਕਹੇਗੀ ਕਿ ਇਸ ਸਾਲ ਤੁਸੀਂ ਟੈਕਸ ਨਾ ਦਿਓ। ਜੇ ਮਤਲਬ ਕਿ ਤੁਹਾਡੇ ਕਿਤੇ ਵੀ 100 ਕੁਆਂਟਲ ਜੇ ਆਪਾਂ ਕਹਿ ਸਕਦੇ ਹਾਂ ਕਿ ਝਾੜ ਨਿਕਲਣਾ ਸੀ, ਜੇ ਤੁਹਾਡੇ ਕੋਲ 25 ਕੁਆਂਟਲ ਨਿਕਲਿਆ, 25 ਤੋਂ ਵੀ ਘੱਟ ਹੀ ਨਿਕਲਿਆ, 1/4 ਹੀ ਰਹਿ ਗਿਆ ਤੁਹਾਡੀ ਟੋਟਲ ਕ੍ਰੌਪ ਯੀਲਡ, ਠੀਕ ਹੈ ਜੀ, ਤਾਂ ਤੁਸੀਂ ਜਿਹੜਾ ਹੈ ਇਸ ਸਾਲ ਟੈਕਸ ਨਹੀਂ ਦਿਓਗੇ, ਕਿਉਂਕਿ 25 ਦੇ ਵਿੱਚੋਂ ਫਿਰ ਕਿਸਾਨ ਕਿੰਨਾ ਹੀ ਟੈਕਸ ਦੇਗਾ। ਤਾਂ ਸੇਮ ਜਿਹੜੇ ਨੇ ਕਿਸਾਨ ਜਿਹੜੇ ਨੇ ਖੇੜਾ ਦੇ, ਉਹ ਕਹਿ ਰਹੇ ਹੋਣਗੇ ਕਿ ਸਰ ਸਾਡੀ ਤਾਂ ਇਸ ਵਾਰ 1/4 ਛੱਡੋ, ਇਸ ਤੋਂ ਵੀ ਘੱਟ ਰਹੇਗੀ ਫਸਲ, ਤਾਂ ਸਾਡੀ ਤਾਂ ਕ੍ਰੌਪ ਫੇਲ ਹੋ ਗਈ, ਸਾਡੇ ਕੋਲ ਤਾਂ ਇਸ ਵਾਰ ਕੁਝ ਹੈ ਹੀ ਨਹੀਂ, ਤੇ ਤੁਸੀਂ ਕਹਿ ਰਹੇ ਹੋ ਟੈਕਸ ਦਿਓ। ਤਾਂ ਟੈਕਸ ਤਾਂ ਅਸੀਂ ਦੇ ਹੀ ਨਹੀਂ ਸਕਦੇ। ਤਾਂ ਇਹ ਚੀਜ਼ ਜਿਹੜੀ ਹੈ ਕਿਹਨਾਂ ਕੋਲ ਪਹੁੰਚੇਗੀ? ਗਾਂਧੀ ਜੀ ਕੋਲ ਪਹੁੰਚੇਗੀ ਕਿ ਜਿਹੜੇ ਖੇੜਾ ਗੁਜਰਾਤ ਦੇ ਵਿੱਚ ਹੈ, ਉੱਥੇ ਕਿਸਾਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ, ਤੁਸੀਂ ਉੱਥੇ ਪਹੁੰਚੋ। ਕਲੀਅਰ? ਤਾਂ ਗਾਂਧੀ ਜੀ ਉੱਥੇ ਜਾ ਕੇ ਦੇਖਣਗੇ ਤਾਂ ਦੇਖਣਗੇ ਕਿ ਬਹੁਤ ਜ਼ਿਆਦਾ ਲੋਕਾਂ ਦਾ, ਕਿਸਾਨਾਂ ਦਾ ਬੁਰਾ ਹਾਲ ਹੋ ਚੁੱਕਿਆ। ਤਾਂ ਗਾਂਧੀ ਜੀ ਜਾ ਕੇ ਸਭ ਤੋਂ ਪਹਿਲੀ ਚੀਜ਼ ਇਹ ਕਹਿਣਗੇ ਕਿ ਦੇਖੋ, ਨਾ ਕੋਈ ਇੱਕ ਬੰਦਾ ਟੈਕਸ ਦੇ, ਨਾ ਸਾਰੇ ਦੇਣ, ਕੋਈ ਵੀ ਟੈਕਸ ਨਹੀਂ ਦੇਗਾ। ਜੇ ਇੱਕ ਵੀ ਬੰਦੇ ਨੇ ਟੈਕਸ ਦੇਤਾ ਤਾਂ ਸਾਰਿਆਂ ਨੂੰ ਦੇਣਾ ਪਏਗਾ। ਗਾਂਧੀ ਜੀ ਜਾ ਕੇ ਸਭ ਤੋਂ ਪਹਿਲੀ ਇਹ ਚੀਜ਼ ਕਰਨਗੇ, ਕੋਈ ਵੀ ਇੱਕ ਬੰਦਾ ਜਿਹੜਾ ਟੈਕਸ ਨਹੀਂ ਦੇਗਾ, ਸਾਰਿਆਂ ਦਾ ਟੈਕਸ ਜਿਹੜਾ ਹੈ ਮਾਫ ਕਰਵਾਇਆ ਜਾਏਗਾ। ਕਲੀਅਰ? ਉੱਥੇ ਹੁਣ ਕੀ ਆ ਜਾਏਗਾ, ਤੇ ਆਪਾਂ ਦੇਖਾਂਗੇ ਕਿ ਗਵਰਨਮੈਂਟ ਆ ਜਾਏਗੀ, ਗਵਰਨਮੈਂਟ ਬੋਲੇਗੀ ਟੈਕਸ ਕਿਉਂ ਨਹੀਂ ਜੀ ਦੇਣਾ, ਤਾਂ ਗਾਂਧੀ ਜੀ ਉਹਨਾਂ ਦਾ ਹੀ ਐਕਟ ਦਿਖਾਣਗੇ, ਕਹਿਣਗੇ ਕਿ ਦੇਖੋ ਜੀ ਲੈਂਡ ਅਸੈਸਮੈਂਟ ਕਰਕੇ ਦੇਖ ਲਓ, ਤੁਸੀਂ 1/4 ਲਿਖਿਆ, 1/4 ਛੱਡੋ, ਇੱਥੇ ਤਾਂ ਲੋਕਾਂ ਦੀ ਬਿਲਕੁਲ ਹੀ ਕੋਈ ਫਸਲ ਹੀ ਨਹੀਂ ਹੋਈ, ਤੁਸੀਂ ਟੈਕਸ ਕਿਸ ਚੀਜ਼ ਤੋਂ ਲੈ ਰਹੇ ਹੋ। ਤਾਂ ਫਿਰ ਉੱਥੇ ਕੀ ਕੀਤੀ ਜਾਏਗੀ? ਲੈਂਡ ਅਸੈਸਮੈਂਟ ਕੀਤੀ ਜਾਏਗੀ, ਠੀਕ ਹੈ ਜੀ, ਲੈਂਡ ਅਸੈਸਮੈਂਟ ਕੀਤੀ ਜਾਏਗੀ ਤੇ ਅਲੱਗ-ਅਲੱਗ ਕਿਸਾਨਾਂ ਦਾ ਦੇਖਿਆ ਜਾਏਗਾ। ਫਿਰ ਕਿਹਾ ਜਾਏਗਾ ਸਰਕਾਰ ਵੱਲੋਂ ਕਿ ਠੀਕ ਹੈ ਜੀ, ਗਾਂਧੀ ਜੀ ਸਹੀ ਕਹਿ ਰਹੇ ਨੇ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿਸਾਨ ਟੈਕਸ ਦੇ ਸਕਦਾ ਉਹ ਦੇ ਦੇ, ਜਿਹੜਾ ਟੈਕਸ ਨਹੀਂ ਦੇ ਸਕਦਾ ਉਹ ਨਾ ਦੇਵੇ। ਕਲੀਅਰ? ਇਹ ਸੀਗਾ ਗਾਂਧੀ ਜੀ ਦਾ ਖੇੜਾ ਸੱਤਿਆਗ੍ਰਹਿ। ਖੇੜਾ ਸੱਤਿਆਗ੍ਰਹਿ ਦੇ ਵਿੱਚ ਗਾਂਧੀ ਜੀ ਸੱਤਿਆਗ੍ਰਹਿ ਤੇ ਬਹਿ ਜਾਣਗੇ, ਕਹਿਣਗੇ ਕਿ ਦੇਖੋ ਕੋਈ ਵੀ ਟੈਕਸ ਨਾ ਦਿਓ, ਜੇ ਇੱਕ ਬੰਦੇ ਨੇ ਵੀ ਟੈਕਸ ਦੇਤਾ ਤਾਂ ਸਾਰਿਆਂ ਨੂੰ ਹੀ ਦੇਣਾ ਪੈ ਜਾਣਾ ਧੱਕੇ ਨਾਲ। ਕਲੀਅਰ? ਤਾਂ ਇੱਥੇ ਆਪਾਂ ਇਹ ਪੜ੍ਹਦੇ ਹਾਂ ਖੇੜਾ ਸੱਤਿਆਗ੍ਰਹਿ 1918। ਬੈਕਗਰਾਊਂਡ ਦੇ ਵਿੱਚ ਜੇ ਗੱਲ ਕਰਾਂਗੇ, ਗਾਂਧੀ ਜੀ ਜਦੋਂ ਦੀ ਆਏ ਤਾਂ ਵਰਲਡ ਵਾਰ, ਹੋਮ ਰੂਲ ਮੂਵਮੈਂਟ, ਲਖਨਊ ਪੈਕਟ, ਉਹ ਸਾਰਾ ਕੁਝ ਸਾਈਮਲਟੇਨੀਅਸਲੀ ਬੈਕਗਰਾਊਂਡ 'ਚ ਚੱਲਦਾ ਪਿਆ। ਗਾਂਧੀ ਜੀ ਜਿਹੜਾ ਹੈ ਅਜੇ ਉਸ ਸਾਈਡ ਨਹੀਂ ਜਾ ਰਹੇ ਐਕਟਿਵ ਪੋਲਿਟਿਕਸ। ਗਾਂਧੀ ਜੀ ਆਪਣੇ ਛੋਟੇ ਆਪਾਂ ਗੱਲ ਕਰੀਏ, ਅਹਿਮਦਾਬਾਦ ਮਿਲ ਸਟ੍ਰਾਈਕ ਹੋ ਗਈ, ਖੇੜਾ ਹੋ ਗਈ, ਚੰਪਾਰਨ ਹੋ ਗਈ, ਇਹ ਵਾਲੇ ਜ਼ਿਆਦਾ ਮਸਲੇ ਜਿਹੜੇ ਨੇ ਉਹਨਾਂ ਨੂੰ ਕੰਪਲੀਟ ਕਰ ਰਹੇ ਨੇ। ਕਲੀਅਰ? ਤਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ, ਅੱਗੇ ਕੰਟੀਨਿਊ ਕਰਦੇ ਹਾਂ, ਦੇਖਦੇ ਹਾਂ ਗਾਂਧੀ ਜੀ ਦੀ ਪਹਿਲੀ ਮੂਵਮੈਂਟ ਨॉन ਕੋਆਪਰੇਸ਼ਨ ਮੂਵਮੈਂਟ, ਤੇ ਨਾਲ ਹੀ ਆਪਾਂ ਡਿਸਕਸ ਕਰਾਂਗੇ ਸਵਰਾਜ ਪਾਰਟੀ, ਤੇ ਦੇਖਾਂਗੇ ਕਿ ਖਿਲਾਫਤ ਮੂਵਮੈਂਟ ਕਿਉਂ ਸ਼ੁਰੂ ਹੋਏਗੀ। ਤੇ ਮਿਲਦੇ ਹਾਂ ਜੀ ਫਿਰ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਵੈਰੀ ਮਚ।